ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:12 ਹੋਏ ਨੇ। 8 ਜੂਨ ਦਾ ਦਿਨ ਹੈ, ਵਰ੍ਹਾ 2022 ਦਾ, ਬੁੱਧਵਾਰ ਹੈ। 26 ਹੋ ਗਿਆ ਜੇਠ, ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਸਰ ਨਵਕਿੰਦਰ ਸਿੰਘ ਪੱਤੀ ਗੱਲਬਾਤ ਕਰਨਗੇ। ਫਿਰ ਕੁਝ ਤੁਹਾਨੂੰ ਖਬਰਾਂ ਸੁਣਾਉਣਾ। ਖਬਰਾਂ ਤੋਂ ਬਾਅਦ ਪੰਜਾਬ ਤੋਂ ਹੀ 2 ਵਿਦਿਆਰਥੀ ਜਿਨ੍ਹਾਂ ਦੀ ਐਡਮਿਸ਼ਨ ਜਿਹੜੀ ਹੈ ਉਹ ਮੌਂਟਰੀਅਲ ਦੇ ਉਹਨਾਂ ਕਾਲਜਸ ਦੇ ਵਿੱਚ ਹੋਈ ਸੀ, ਪੈਸੇ ਵਿਚੋਲੇ ਖਾ ਗਏ। ਜਵਾਕ ਤੰਗ ਬੈਠੇ ਨੇ। 20-25 ਲੱਖ ਡਾਲਰ ਦੇ ਕੇ ਨਾ ਉੱਧਰ ਦੇ ਨਾ ਉੱਧਰ ਦੇ। ਕੋਈ ਵੀ ਓਹੜ ਪੋਹੜ ਨਹੀਂ ਕਰ ਰਿਹਾ, ਕੋਈ ਉਹਨਾਂ ਨੂੰ ਸੁਣ ਨਹੀਂ ਰਿਹਾ, ਕੋਈ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਜਿਹੜੇ ਇੱਥੇ ਆਏ ਸੀ ਕੁਦਰਤੀ, ਉਹਨਾਂ ਨੂੰ ਦੂਜੇ ਕਾਲਜਸ ਦੇ ਵਿੱਚ ਐਡਮਿਸ਼ਨ ਮਿਲ ਗਈ, ਪਰ ਜਿਹੜੇ ਔਨਲਾਈਨ ਜਿਨ੍ਹਾਂ ਨੇ ਉੱਥੋਂ ਸ਼ੁਰੂ ਕੀਤਾ ਸੀ ਉਹ ਉੱਥੇ ਹੀ ਰਹਿ ਗਏ। ਗੱਲਬਾਤ ਹੋਏਗੀ ਪੰਜਾਬ ਤੋਂ। ਉਸ ਤੋਂ ਬਾਅਦ ਆਖਰੀ ਘੰਟੇ 'ਚ 12:15 ਤੇ ਅੱਜ ਇੱਕ ਲੰਮੀ ਕਹਾਣੀ ਹੈ ਕਿਰਪਾਲ ਕਜ਼ਾਕ ਜੀ ਦੀ, ਤੁਹਾਡੇ ਸਨਮੁਖ ਕਰਾਂਗਾ। ਸੁਣਨਾ ਆਸ ਹੈ ਪਸੰਦ ਕਰੋਗੇ। 604 204 0600 ਆਉਣੇ ਨੰਬਰ ਹੈ। 6042040600 ਅਤੇ ਇੱਥੇ ਹੀ ਤੁਸੀਂ ਸਾਨੂੰ SMS ਕਰ ਸਕਦੇ ਹੋ ਇਸੇ ਨੰਬਰ 'ਤੇ। ਹਰ ਰੋਜ਼ ਦੱਸਣਾ ਭੁੱਲ ਜਾਂਦੇ ਹਾਂ ਪਲੀਜ਼। ਜਦ ਵੀ ਤੁਹਾਡਾ ਮਨ ਕਰੇ ਵੀ ਤੁਸੀਂ ਆਨ ਏਅਰ ਗੱਲ ਨਹੀਂ ਕਰਨੀ ਪਰ ਸੁਨੇਹਾ ਭੇਜਣਾ ਚਾਹੋ ਤਾਂ 604 204 0600 ਨੰਬਰ ਹੈ। 6042040600। ਹਰ ਰੋਜ਼ ਦੀ ਤਰ੍ਹਾਂ ਸੈੱਲ ਫੋਨ ਤੁਹਾਡੇ ਸਾਰਿਆਂ ਲਈ 604 729 1224 604 729 1224। ਵਟਸਐਪ ਟੈਕਸਟ ਇਹਦੇ 'ਤੇ ਕਰਨਾ ਹੋਵੇ ਅਤੇ ਇਹਦੇ 'ਤੇ ਤੁਸੀਂ ਸੁਨੇਹਾ ਭੇਜ ਸਕਦੇ ਹੋ 604 729 1224। ਜਿਹੜੀਆਂ ਜੂਹਾਂ 'ਤੇ ਅੱਗ ਬਣ ਕੇ ਭਾਂਬੜ ਨੱਚੀ, ਜਿੱਥੇ ਆਈਆਂ ਡੈਣਾ ਬੰਦੇ ਖਾਣ ਨੀ। ਕਿੰਨੇ ਕੌਲਿਆਂ ਦੇ ਆਲੇ ਡੀਕ ਦੇ ਚਿਰਾਗ, ਜਿਹੜੇ ਦੇਹਲੀਆਂ ਨੂੰ ਆ ਕੇ ਰਸ਼ਨਾਉਣ ਨਹੀਂ, ਜਿੰਦੇ ਹੋ ਗਈਆਂ ਹਵਾਵਾਂ ਬੇਈਮਾਨ ਨਹੀਂ। ਲੱਕੜਾਂ ਦੇ ਦਰਾਂ ਉੱਤੇ ਪੱਕੇ ਲੱਗੇ ਜਿੰਦਿਆਂ ਨੂੰ ਹੌਲੀ ਹੌਲੀ ਖਾ ਗਿਆ ਜੰਗਾਲ ਨਹੀਂ। ਕਹਿੰਦੇ ਕੋਈ ਮਿੱਟੀ ਦਾ ਪੁੱਤ ਲੱਭਣ ਤਾਂ ਤੁਰਿਆ ਸੀ, ਰਾਤਾਂ ਨੂੰ ਗਵਾਚੇ ਸੀ ਜੋ ਲਾਲ ਨਹੀਂ। ਰੁੱਤਾਂ ਪਰਦੇਸੀ ਹੋ ਕੇ ਮੁੜੀਆਂ ਨਾ, ਜਿਹੜੇ ਦੇਸ਼ ਹਾਣੀਆਂ ਤੋਂ ਖੁੱਸੇ ਜਿੱਥੇ ਹਾਣ ਨਹੀਂ। ਸਾਉਣ ਦੇ ਮਹੀਨੇ ਜਿੱਥੇ ਸ਼ੂਕ ਦੇ ਭੁਚਾਲ ਸੀ, ਉਹ ਟੁੱਟ ਕੇ ਬਰੋਟਿਆਂ ਦੇ ਟਾਣ ਨਹੀਂ, ਜਿੰਦੇ ਜਾਣ ਬੁੱਝ ਬਣੇ ਅਣਜਾਣ ਨਹੀਂ। ਚੇਤਿਆਂ ਦੇ ਵਿੱਚ ਰਹਿਣ ਤਖਤ ਲਾਹੌਰ, ਸਾਡੇ ਪਿੰਡੀ ਵਾਲੇ ਦੁੱਲੇ ਦੀਆਂ ਬਾਰਾਂ ਨਹੀਂ। ਹੁਣ ਜੇ ਵਿਆਉਣ ਢੁੱਕੇ ਖੇੜਿਆਂ ਸਿਆਲੀ ਹੀਰ, ਦੇਖੀ ਫਿਰ ਉੱਡਦਾ ਹਜ਼ਾਰਾਂ ਨਹੀਂ। ਕੈਦੂਆਂ ਦੀ ਲੀਕ ਟੱਪ ਰਾਂਝਿਆਂ ਦੇ ਯਾਰ, ਦੇਖੀ ਢੁੱਕਣਗੇ ਝੰਗ ਮੰਗਿਆਣ ਨਹੀਂ। ਅੱਖਾਂ ਵਿੱਚ ਰੋਹ ਭਰੀ ਬੈਠਾ ਏ ਤਿਆਰ, ਜਿਹੜੇ ਹੌਸਲੇ ਨੇ ਠੱਲਣੇ ਤੂਫਾਨ ਨਹੀਂ। ਕਹਿੰਦੇ ਸਮਾਂ ਹੁੰਦਾ ਬੜਾ ਬਲਵਾਨ ਨਹੀਂ। ਸਰਸਾ ਦੇ ਪਾਣੀਆਂ ਨੂੰ ਲੱਖ ਵਾਰ ਲੰਘ ਆਈਏ, ਥਾਪੜਾ ਬਾਪੂ ਦੀ ਸਾਡੀ ਕੰਡ ਨਹੀਂ। ਪੁੱਤਰਾਂ ਦੇ ਦਾਨੀ ਕੋਲੋਂ ਭੁੱਲੇ ਪੁੱਤ ਪਹੁੰਚੇ ਜਦੋਂ, ਆਪੇ ਉਹਨੇ ਲੈਣੀ ਟੁੱਟੀ ਗੰਢ ਨਹੀਂ। ਓਏ ਸੱਥਰਾਂ ਦੇ ਵਿੱਚੋਂ ਜਦੋਂ ਉੱਠੇ ਲਲਕਾਰ ਬਣ, ਸੁੱਤੇ ਹੋਏ ਹੱਡਾਂ ਨੂੰ ਅਸੀਂ ਤਾਣ ਨਹੀਂ। ਟਿੰਡਾਂ ਵਿੱਚ ਪਾ ਕੇ ਅੱਗ ਸੇਕਣਿਆਂ ਨੂੰ ਦਿੱਤੀ ਜਿਨ੍ਹਾਂ, ਸਮਿਆਂ ਨੇ ਲੈਣੇ ਪਛਾਣ ਨਹੀਂ। ਜਿੰਦੇ ਸਿਦਕਾਂ ਤੋਂ ਜਾਵਾਂ ਕਰਵਾਨ ਨਹੀਂ, ਜਿੰਦੇ ਸਿਦਕਾਂ ਤੋਂ ਜਾਵਾਂ ਕਰਵਾਨ ਨਹੀਂ। ਜਿਹੜੀਆਂ ਜੂਹਾਂ 'ਤੇ ਅੱਗ ਬਣ ਕੇ ਭਾਂਬੜ ਨੱਚੀ, ਜਿੱਥੇ ਆਈਆਂ ਡੈਣਾ ਬੰਦੇ ਖਾਣ ਨਹੀਂ। ਕਿੰਨੇ ਕੌਲਿਆਂ ਦੇ ਆਲੇ ਉਡੀਕ ਦੇ ਚਿਰਾਗਾਂ ਨੂੰ, ਜਿਹੜੇ ਦੇਹਲੀਆਂ ਨੂੰ ਆ ਕੇ ਰਸ਼ਨਾਉਣ ਨਹੀਂ, ਜਿੰਦੇ ਹੋ ਗਈਆਂ ਹਵਾਵਾਂ ਬੇਈਮਾਨ ਨਹੀਂ। ਜਿੰਦੇ ਹੋ ਗਈਆਂ ਹਵਾਵਾਂ ਬੇਈਮਾਨ ਨਹੀਂ। ਇਹ ਕੁਛ ਸੁਰਿੰਦਰ ਸਿੰਘ ਦਾਊ ਮਾਜਰੇ ਦੇ ਹਿੱਸੇ ਆਉਂਦਾ। ਸਰ ਨਵਕਿੰਦਰ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਅੰਤਮ ਅਰਦਾਸ ਦੇ ਵਿੱਚ ਮਾਨਸਾ ਦੇ ਵਿੱਚ ਜਗ੍ਹਾ ਨਹੀਂ ਸੀ, ਕਹਿੰਦੇ ਕਿਤੇ ਖੜਨ ਨੂੰ। ਇੰਨਾ ਇਕੱਠ ਤੇ ਮੁੰਡੇ ਦੇ ਬਿਲਬੋਰਡ, ਫੋਟੋਆਂ, ਬਾਹਲਾ ਇਕੱਠ ਹੋ ਗਿਆ। ਕੀ ਦੱਸਣਾ ਚਾਹੁੰਦੇ ਹੋ? ਗਿੱਲ ਸਾਹਿਬ, ਬਹੁਤ ਵੱਡੀ ਗਿਣਤੀ 'ਚ ਇਕੱਠ ਸੀਗਾ। ਸਭ ਤੋਂ ਵੱਡੀ ਗੱਲ ਕਿ 4 ਗਨਮੈਨ ਸੀਗੇ ਸਿੱਧੂ ਕੋਲੇ ਜਦੋਂ ਜਿਉਂਦਾ ਸੀ। 4 ਗਨਮੈਨ ਸਰਕਾਰ ਨੂੰ ਬਾਹਲੇ ਲੱਗੇ ਤੇ 4000 ਪੁਲਿਸ ਮੁਲਾਜ਼ਮ ਲਾਉਣਾ ਪਿਆ ਭੋਗ ਦੇ ਉੱਤੇ।
ਪੰਜਾਬ ਸਰਕਾਰ ਨੂੰ। 4000 ਪੁਲਿਸ ਮੁਲਾਜ਼ਮ ਨੇ ਸੁਰੱਖਿਆ ਕੀਤੀ ਜੀ। ਔਰ ਗਿੱਲ ਸਾਹਿਬ, ਮਾਨਸਾ ਦੀ ਅਨਾਜ ਮੰਡੀ ਦੇ ਵਿੱਚ 27 ਗੇਟ ਬਣਾਏ ਗਏ ਔਰ 2 ਗੇਟ ਨੇ ਜਿਹੜੇ ਉਹ ਸਪੈਸ਼ਲ ਬਣਾਏ ਗਏ। ਕੁੱਲ 29 ਗੇਟ ਸੀਗੇ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ। ਪਰਿਵਾਰ ਨੇ ਰਾਸ਼ਨ ਦਿੱਤਾ ਸੀਗਾ। ਲੰਗਰ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀਗਾ ਔਰ 1.5 ਲੱਖ ਵਿਅਕਤੀ ਦੇ ਖਾਣ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਮਾਲਵਾ ਖੇਤਰ ਦੇ 13 ਗੁਰਦੁਆਰਾ ਸਾਹਿਬ ਤੋਂ 225 ਦੇ ਕਰੀਬ SGPC ਦੇ ਮੁਲਾਜ਼ਮ ਨੇ ਜਿਹੜੇ ਉਹ ਇੱਕ ਦਿਨ ਪਹਿਲਾਂ ਤੋਂ ਲੰਗਰ ਬਣਾਉਣ ਲੱਗ ਗਏ ਸੀਗੇ ਔਰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਲੱਗੇ ਹੋਏ ਸੀ। 3 ਤਰ੍ਹਾਂ ਦੇ ਲੰਗਰ ਲੱਗੇ ਹੋਏ ਸੀ ਗਿੱਲ ਸਾਹਿਬ। ਇੱਕ ਲੰਗਰ ਸੀਗਾ ਜਿਹੜਾ ਉਹ ਪ੍ਰਸ਼ਾਦੇ ਦਾ, ਇੱਕ ਲੰਗਰ ਦਸਤਾਰਾਂ ਦਾ ਤੇ ਤੀਜਾ ਲੰਗਰ ਪੌਦਿਆਂ ਦਾ। 3 ਲੰਗਰ ਜਿਹੜੇ ਉੱਥੇ ਲੱਗੇ ਹੋਏ ਸੀਗੇ। ਔਰ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਸਾਬਕਾ ਫੌਜੀ ਨੇ, ਉਹਨਾਂ ਨੇ ਬੜੀ ਭਾਵੁਕ ਅਪੀਲ ਆ ਜਿਹੜੀ ਕੀਤੀ। ਔਰ ਗਿੱਲ ਸਾਹਿਬ, ਉਹਨਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਉਂਕਿ ਉਹ ਫੌਜ ਦੇ ਵਿੱਚੋਂ ਆਏ ਸੀਗੇ ਤਾਂ ਮੈਂ ਦੇਖਿਆ ਉਹ ਇਲਾਕਾ ਬੜਾ ਪਛੜਿਆ ਹੋਇਆ ਹੈ। ਮਤਲਬ ਜੇ ਤੁਹਾਡੇ ਲੁਧਿਆਣੇ ਵਾਲੇ ਏਰੀਏ ਦੀ ਆਪਾਂ ਗੱਲ ਕਰੀਏ ਉਹਦੇ ਮੁਕਾਬਲੇ, ਉਹ ਕਹਿੰਦੇ ਮੈਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਨਰਸਰੀ ਦੇ ਵਿੱਚ ਲਾਇਆ ਤਾਂ ਪਿੰਡ ਦੇ ਵਿੱਚ ਕੋਈ ਸਾਧਨ ਨਹੀਂ ਸੀ, ਤਾਂ ਉਹਨਾਂ ਦਿਨਾਂ ਦੇ ਵਿੱਚ ਕਦੇ ਸਾਈਕਲ ਤੇ ਕਦੇ ਸਕੂਟਰ ਤੇ ਮਾਨਸਾ ਸ਼ਹਿਰ ਪੜ੍ਹਨ ਲਾਇਆ ਮੁੰਡਾ। ਔਰ ਸ਼ਹਿਰ ਦੇ ਵਿੱਚ ਮਤਲਬ ਛੱਡ ਕੇ ਆਉਣਾ, ਉਹ ਬੜੀ ਮਿਹਨਤ ਮਸ਼ੱਕਤ ਦੇ ਨਾਲ ਉਹ ਕਹਿੰਦੇ ਮੈਂ ਪੁੱਤਾ ਜਿਹੜਾ ਆਪਦਾ ਪੜ੍ਹਾਇਆ। ਇਸੇ ਕਰਕੇ ਉਹਨਾਂ ਨੇ ਗਿੱਲ ਸਾਹਿਬ ਬੜਾ ਮਤਲਬ ਭਾਵੁਕਤਾ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਤੁਸੀਂ ਲੋਕ ਬੈਠੇ ਹੋ ਸਰਕਾਰਾਂ ਬਣਾਉਣ ਵਾਲੇ ਲੀਡਰ ਸਾਹਿਬਾਨ ਵੀ, ਮੈਂ ਅਪੀਲ ਕਰਦਾ ਕਿ ਮੇਰੇ ਪੰਜਾਬ ਨੂੰ ਬਚਾ ਲਓ। ਮੇਰਾ ਪੁੱਤ ਤਾਂ ਉੱਜੜ ਗਿਆ, ਬਾਕੀਆਂ ਨੂੰ ਬਚਾ ਲਓ। ਪਹਾੜ ਜਿੱਡਾ ਦੁੱਖ ਹੈ, ਉਹ ਕਹਿੰਦੇ ਕਹਿਣਾ ਸੌਖਾ ਹੈ। ਮੈਂ ਬਚਪਨ ਵੀ ਮਾੜਾ ਦੇਖਿਆ, ਹੁਣ ਬੁਢਾਪਾ ਵੀ ਮਾੜਾ ਦੇਖ ਰਿਹਾ। ਇੱਕ ਉਹਨਾਂ ਨੇ ਗੱਲ ਕੀਤੀ ਕਿ ਸਿੱਧੂ ਦਾ ਸਿਆਸਤ ਚ ਆਉਣ ਦਾ ਫੈਸਲਾ ਆਪਣਾ ਸੀ, ਅਸੀਂ ਉਹਨੂੰ ਰੋਕਿਆ ਸੀ ਪਰ ਉਹ ਸਿਆਸਤ ਦੇ ਵਿੱਚ ਆਇਆ। ਔਰ ਪਿਤਾ ਨੇ ਕਿਹਾ ਕਿ ਜਿੰਨੀ ਹਿੰਮਤ ਦੇ ਨਾਲ ਮੈਂ ਪੁੱਤ ਦਾ ਸੰਸਕਾਰ ਕੀਤਾ ਉਸ ਨਾਲ ਹੀ ਉਸ ਨੂੰ ਜਿੰਦਾ ਰੱਖਾਂਗਾ ਔਰ ਉਹਦੇ ਲਈ ਇਨਸਾਫ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖਾਂਗਾ। ਉਹਦੀ ਮਾਤਾ ਨੇ ਵੀ ਸੰਬੋਧਨ ਕੀਤਾ। ਸੋ ਬੜਾ ਭਾਵੁਕ ਜਿਹਾ ਮਾਹੌਲ ਸੀਗਾ ਔਰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜਿਹੜੇ ਇਕੱਲਾ ਪੰਜਾਬ ਨਹੀਂ, ਰਾਜਸਥਾਨ, ਹਰਿਆਣਾ ਤੇ ਸੜਕਾਂ ਦੀਆਂ ਸੜਕਾਂ ਭਰੀਆਂ ਜਾ ਰਹੀਆਂ ਸੀ ਔਰ ਥਾਂ ਥਾਂ ਦੇ ਉੱਤੇ ਪਾਣੀ ਦੇ ਤੇ ਹੋਰ ਲੰਗਰ ਨੇ ਜਿਹੜੇ ਉਹ ਨੌਜਵਾਨਾਂ ਨੇ ਲਾਏ ਹੋਏ ਸੀਗੇ। ਜੀ ਗਿੱਲ ਸਾਹਿਬ, ਬਿਲਕੁਲ ਬਹੁਤ ਵੱਡੀ ਪੱਤੀ ਸਾਹਿਬ ਜਿਹੜੀ ਗੱਲ ਕੀਤੀ। ਕਰੋੜਾਂ ਰੁਪਈਆ YouTube ਦਾ ਮਹੀਨੇ ਦਾ ਮੁੰਡੇ ਨੂੰ ਆਉਂਦਾ, ਕਹਿੰਦੇ ਪਰ ਬਟੂਆ ਨਹੀਂ ਰੱਖਿਆ। ਪੈਸੇ ਮਾਂ ਕੋਲੋਂ ਲੈ ਕੇ ਜਾਂਦਾ ਤੁਰਨ ਵੇਲੇ ਤੇ ਮੇਰੇ ਤੋਂ ਲੈ ਕੇ ਜਾਂਦਾ ਤੇ ਮਾਂ ਟਿੱਕਾ ਲਾਉਂਦੀ। ਉਸ ਦਿਨ ਟਿੱਕਾ ਲਾਉਣ ਲਈ ਮਾਂ ਘਰੇ ਨਹੀਂ ਸੀ, ਪਿੰਡ 'ਚ ਕਿਸੇ ਮਰਗ ਤੇ ਬੈਠਣ ਗਈ ਤੇ ਮੁੜ ਕੇ ਮੁੰਡਾ ਜਿਹੜਾ ਉਹ ਬੈਰੀਆਂ ਮਾਰ ਘੱਤਿਆ। ਪਰ ਜੇ ਕਿਸੇ ਗਾਉਣ ਵਾਲੇ ਨੇ ਇਹ ਸੋਚ ਕੇ ਕਿ ਉਹਦੇ ਤੋਂ ਅੱਗੇ ਜਾ ਰਿਹਾ ਇਹੋ ਜਿਹਾ ਕੁਛ ਕੀਤਾ ਹੋਵੇ, ਆਉਣ ਵਾਲੇ 5 ਸਾਲ ਸਿੱਧੂ ਦੇ ਨਵੇਂ ਗੀਤ ਆਉਣੇ ਨੇ। ਮੰਜੀ ਉਹਨੇ ਆਉਣ ਵਾਲੇ 5 ਸਾਲ ਉਹਨੇ ਠੋਕ ਕੇ ਰੱਖਣੀ ਹੈ, ਚਾਹੇ ਉਹ ਹੈ ਇੱਥੇ ਜਾਂ ਨਹੀਂ। ਅੱਛਾ, ਹੁਣ ਉਸ ਦੇ ਕਤਲ ਦੇ ਸੰਬੰਧੀ ਲਾਰੈਂਸ ਬਿਸ਼ਨੋਈ ਬਾਰੇ ਕੀ ਕਹਿ ਰਹੀ ਹੈ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਨੂੰ? ਉਸ ਦਾ ਜਿਹੜਾ ਮਿਲੇਗੀ ਉਹਦਾ ਰਿਮਾਂਡ SSP ਜਲੰਧਰ ਸਵਪਨਦੀਪ ਸ਼ਰਮਾ ਤੇ ਉਸ ਕੁਲਦੀਪ ਸਿੰਘ ਚਾਹਲ ਚੰਡੀਗੜ੍ਹ ਵਾਲੇ SSP, ਉਹਨਾਂ ਦੀ ਬਿਸ਼ਨੋਈ ਦੇ ਨਾਲ ਪਹਿਲਾਂ ਵੀ ਖੜਕਦੀ ਹੈ ਤੇ ਹੁਣ ਫਿਰ ਲੇਟੈਸਟ ਉਸ ਕੇਸ ਦੇ ਵਿੱਚ ਕੀ ਹੈ ਜੀ? ਗਿੱਲ ਸਾਹਿਬ, ਇਹੀ ਆ ਦੇਖੋ, ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਿਸ ਹੀ ਰਿੜਕੀ ਜਾਂਦੀ ਹੈ, ਅਜੇ ਤੱਕ ਪੰਜਾਬ ਵਾਲਿਆਂ ਦੇ ਤਾਂ ਸਪੁਰਦ ਹੀ ਨਹੀਂ ਕੀਤਾ ਉਹ। ਔਰ ਸਵਾਲ ਇਹ ਵੀ ਖੜਾ ਹੁੰਦਾ ਜਦੋਂ ਪੰਜਾਬ ਪੁਲਿਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਔਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਇਹ ਨਹੀਂ ਹੈ ਵੀ ਕੋਈ ASI ਜਾਂ DSP ਰੈਂਕ ਦੇ ਅਧਿਕਾਰੀ ਨੇ, ADGP ਨੂੰ ਉਹਦੀ ਜ਼ਿੰਮੇਵਾਰੀ ਸੌਂਪੀ ਗਈ ਆ ਔਰ ਬੜੇ IPS ਆਫੀਸਰ ਮੋਸਟਲੀ ਉਹਦੇ ਵਿੱਚ ਹੈਗੇ ਨੇ। ਤਾਂ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਅਜੇ ਤੱਕ ਸਾਹਮਣੇ ਨਹੀਂ ਕੀਤਾ ਉਹ। ਔਰ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਆ ਉਹੀ ਰਿਮਾਂਡ ਦੇ ਉੱਤੇ ਲੈ ਕੇ ਜਿਹੜਾ ਉਹਦੇ ਤੋਂ ਪੁੱਛਗਿੱਛ ਕਰ ਰਿਹਾ। ਔਰ ਅੱਜ ਦਿੱਲੀ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਆ ਜਿਹੜੀ ਸਪੈਸ਼ਲੀ ਕੀਤੀ ਗਈ ਆ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਆ ਉਹਦੇ ਜਿਹੜੇ ਮੇਨ ਨੇ ਚੀਫ ਹਰਗੋਬਿੰਦਰ ਸਿੰਘ ਢਾਲੀਵਾਲ, ਉਹਨਾਂ ਨੇ ਇੱਕ ਗੱਲ ਜਿਹੜੀ ਸਪੈਸ਼ਲੀ ਦੱਸੀ ਆ। ਉਹ ਕਹਿੰਦੇ ਵੀ ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਲਾਰੈਂਸ ਬਿਸ਼ਨੋਈ ਹੈਗਾ। ਦੂਸਰਾ ਉਹਨਾਂ ਨੇ ਕਿਹਾ ਗਾ ਕਿ ਅਸੀਂ ਇੱਕ ਹੋਰ ਸ਼ੂਟਰ ਆ ਜਿਹੜਾ ਅੱਜ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਾ, ਮਹਾਕਾਲ ਉਹਦਾ ਨਾਂ ਗਾ ਔਰ ਪੂਰਾ ਨਾਂ ਉਹਦਾ ਸ਼ਦੇਸ਼ ਹੀਰਾਮਨ ਕਾਂਬਲੇ ਆ ਔਰ ਉਹ ਵੀ ਕਹਿੰਦੇ ਇਸ ਕੇਸ ਦੇ ਵਿੱਚ ਇਨਵੋਲਵ ਹੋ ਸਕਦਾ ਗਾ, ਪੁੱਛਗਿੱਛ ਕੀਤੀ ਜਾ ਰਹੀ ਹੈ। ਔਰ ਉਹਨੇ ਵੀ ਕਹਿੰਦੇ ਇੱਕ ਹੋਰ ਸ਼ੂਟਰ ਦੇ ਨਾਲ ਪੰਜਾਬ ਦਾ ਦੌਰਾ ਕੀਤਾ ਸੀਗਾ। ਸੋ ਇਹ ਘਟਨਾਕ੍ਰਮ ਵੀ ਸਾਹਮਣੇ ਆਇਆ।
ਦੂਜੇ ਪਾਸੇ ਗਿੱਲ ਸਾਹਿਬ ਕਈ ਚੀਜ਼ਾਂ ਨੇ ਜਿਹੜੀਆਂ ਉਹਦੇ ਹੌਲੀ ਹੌਲੀ ਤੰਦਾਂ ਪਰਦੇ ਹੁਣ ਖੁੱਲਦੇ ਨਜ਼ਰ ਆ ਰਹੇ ਨੇ। ਅੱਜ ਮੈਨੂੰ ਪਤਾ ਲੱਗਿਆ ਇੱਕ ਚਿੱਠੀ ਦਾ ਮਤਲਬ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਔਰ 19 ਮਈ ਨੂੰ ਇੱਕ ਚਿੱਠੀ, ਉਦੋਂ 10 ਦਿਨ ਪਹਿਲਾਂ 19 ਮਈ ਨੂੰ ਇੱਕ ਚਿੱਠੀ ਪੰਜਾਬ ਦੀ ਪੁਲਿਸ ਆ ਜਿਹੜੀ ਉਹ ਕਹਿੰਦੇ CBI ਨੂੰ ਲਿਖਦੀ ਆ ਔਰ CBI ਨੂੰ ਚਿੱਠੀ ਲਿਖ ਕੇ ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਦੀ ਮੰਗ ਕਰਦੀ ਆ 10 ਦਿਨ ਪਹਿਲਾਂ। ਹੁਣ ਇਹਦਾ ਮਤਲਬ ਇਹ ਆ ਫਿਰ ਪੰਜਾਬ ਪੁਲਿਸ ਨੂੰ 10 ਦਿਨ ਪਹਿਲਾਂ ਇਹ ਭਿਣਕ ਲੱਗੀ ਸੀਗੀ ਕਿ ਗੋਲਡੀ ਬਰਾੜ ਕੁਛ ਕਰ ਰਿਹਾ। ਜੇ ਭਿਣਕ ਲੱਗੀ ਸੀ ਕਿ ਕੁਛ ਕਰ ਰਿਹਾ ਤਾਂ ਉਹਦਾ ਮਤਲਬ ਸੀਗਾ ਕਿ ਕਿਸ ਪਾਸੇ ਨੂੰ ਕੁਛ ਕਰ ਸਕਦਾ ਗਾ, ਤਾਂ ਉਹਦੇ ਤੋਂ ਫਿਰ ਤੁਸੀਂ ਗਨਮੈਨ ਘਟਾਉਣੇ ਹੋ, ਫਿਰ ਤੁਸੀਂ ਉਹਦੀਆਂ ਮਤਲਬ ਵਾਇਰਲ ਕਰਦੇ ਹੋ ਵੀ ਇਹਦੇ ਗਨਮੈਨ ਇੰਨੇ ਘਟਾਤੇ, ਇਹਦੇ ਇੰਨੇ ਘਟਾਤੇ, ਇਹ ਸਵਾਲ ਖੜਾ ਹੁੰਦਾ। ਦੂਸਰਾ ਇਹ ਕਿ ਫਿਰ CBI ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਸੋ ਅੱਜ ਦੁਬਾਰੇ ਫਿਰ ਗਿੱਲ ਸਾਹਿਬ ਪੰਜਾਬ ਪੁਲਿਸ ਨੇ CBI ਨੂੰ ਜਿਹੜਾ ਅਪੀਲ ਕੀਤੀ ਹੈ ਕਿ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇ ਔਰ ਇਹ ਸਟੱਡੀ ਵੀਜ਼ੇ ਦੇ ਉੱਤੇ 2017 ਦੇ ਵਿੱਚ ਕਹਿੰਦੇ ਕੈਨੇਡਾ ਗਿਆ ਗਾ ਔਰ ਉਹਨੂੰ ਭਾਰਤ ਲਿਆਉਣ ਦੇ ਲਈ ਹੁਣ ਪੂਰੀ ਦੀ ਪੂਰੀ ਤਿਆਰੀ ਹੈ ਜਿਹੜੀ ਉਹ ਪੰਜਾਬ ਪੁਲਿਸ ਖਿੱਚ ਰਹੀ ਹੈ ਜੀ। ਇੱਥੇ ਨਹੀਂ ਖੋਜ ਸਕਦਾ ਬੰਦਾ ਜੀ, ਇੱਥੇ ਤਾਂ ਲੱਭ ਲੈਂਦੇ ਨੇ, ਇੱਥੇ ਸਾਰਾ ਕਾਗਜ਼ ਪੱਤਰ ਉਹਨਾਂ ਦਾ, ਕਿਤੇ ਨਹੀਂ ਖੋਜ ਸਕਦਾ। ਇੱਥੇ ਦੇਸ਼ ਬਹੁਤ ਵੱਡਾ, ਇੱਥੇ ਬੰਦਾ ਖੋਜ ਸਕਦਾ ਪਰ ਮੁਸ਼ਕਿਲ ਹੈ ਕੈਨੇਡਾ ਦੇ ਵਿੱਚ ਉਹਨੂੰ ਲੱਭ ਲੈਣਾ ਜੇ ਉਹਨੂੰ ਲੈ ਕੇ ਜਾਣਾ ਚਾਹਣ ਇੱਥੋਂ। ਅੱਛਾ, ਮੋਹਾਲੀ ਦਾ ਇੱਕ ਮੁੰਡਾ ਜਨਮ ਦਿਨ ਮਨਾਉਣ ਗਿਆ ਤੇ ਉਹਦੀ ਲਾਸ਼ ਮਿਲੀ ਆ, ਗੋਲੀਆਂ ਲੱਗੀਆਂ ਜੀ। ਫਿਰ ਗਿੱਲ ਸਾਹਿਬ ਬੜੀ ਮੰਦਭਾਗੀ ਘਟਨਾ ਇਹ ਵੀ ਵਾਪਰੀ ਹੈ। ਤੋ ਪੰਜਾਬ ਦੇ ਵਿੱਚ ਮਾਵਾਂ ਦੇ ਪੁੱਤ ਜੇ ਇਦਾਂ ਹੀ ਜਾਣ ਲੱਗ ਗਏ ਤਾਂ ਬੜੀਆਂ ਮੰਦਭਾਗੀਆਂ ਘਟਨਾਵਾਂ ਵਾਪਰਨਗੀਆਂ। ਸੋ ਇਹ ਮੁੰਡਾ ਉਹਦੇ ਬਾਪ ਦੇ ਨਾਲ ਕਾਰਾਂ ਦੀ ਖਰੀਦੋ ਫਰੋਖਤ ਦਾ ਕੰਮ ਹੈਗਾ ਜਿਹੜਾ ਉਹ ਕਰਦਾ ਸੀਗਾ ਜੀ ਔਰ ਕਾਰਾਂ ਦੀ ਖਰੀਦੋ ਫਰੋਖਤ ਦੇ ਕੰਮ ਦੇ ਵਿੱਚ ਲੱਗਿਆ ਹੋਣ ਕਰਕੇ ਹੀ ਇਹ ਮੋਹਾਲੀ ਦੇ ਵਿੱਚ ਸੀਗਾ। ਇਹਦਾ ਬਰਥਡੇ ਸੀਗਾ ਜੀ ਕੱਲ ਔਰ ਇਹ ਘਰੋਂ ਆਪਦੇ ਮਾਪਿਆਂ ਨੂੰ ਇਹਨੇ ਸ਼ਾਮ ਨੂੰ ਕਿਹਾ ਕਿ ਮੈਂ ਜਨਮ ਦਿਨ ਮਨਾਉਣ ਗਿਆ ਜਾਨਾਗਾ। ਜਨਮ ਦਿਨ ਮਨਾਉਣ ਗਿਆ ਔਰ ਰਾਤ ਨੂੰ 10 ਵਜੇ ਫੋਨ ਆਇਆ ਕਿ ਮੈਂ ਥੋੜਾ ਲੇਟ ਆਊਂਗਾ ਤੇ ਉਦੋਂ ਬਾਅਦ ਰਾਤ ਨੂੰ ਜਿਹੜਾ ਇਹਦਾ ਕਤਲ ਹੋ ਗਿਆ ਹੈਗਾ। ਸੋ ਇਹ ਮੋਹਾਲੀ ਦੇ ਵਿੱਚ ਸੈਕਟਰ 67 ਦੀ ਘਟਨਾ ਜਿਹੜੀ ਦੱਸੀ ਜਾਂਦੀ ਹੈ। ਸੋ ਬੜੀ ਮੰਦਭਾਗੀ ਘਟਨਾ ਹੈ ਜੀ ਗਿੱਲ ਸਾਹਿਬ। BJP ਵਾਲੀ ਨੁਪੁਰ ਸ਼ਰਮਾ ਜੀ ਨੇ ਸਿੰਗੜੀ ਛੇੜਤੀ ਹਜ਼ਰਤ ਸਾਹਿਬ ਦੇ ਬਾਰੇ ਬੋਲ ਕੇ ਤੇ ਮੋਦੀ ਸਰਕਾਰ ਤੋਂ ਨਾਲ ਅਡਾਨੀ ਅੰਬਾਨੀਆਂ ਤੋਂ ਸੂਤ ਨਹੀਂ ਆ ਰਹੀ ਗੱਲ, ਕਸ਼ੀਦਗੀ ਬਹੁਤ ਹੈ। ਇਹਦੇ ਬਾਰੇ ਦੱਸਿਓ, ਇਹਦਾ ਗੁਣੀਆਂ ਕੀ ਹੈ? ਗਿੱਲ ਸਾਹਿਬ ਇਹਦੀ ਉਮਰ ਤਾਂ ਕੋਈ ਬਾਹਲੀ ਹੈ ਨਹੀਂ, 36-37 ਸਾਲ ਦੀ ਇਹਦੀ ਉਮਰ ਹੈ ਪਰ ਇਹ ਬਹੁਤ ਤੇਜ਼ ਤਰਾਰ ਲੀਡਰ ਹੈ। ਇਹ ਗਿੱਲ ਸਾਹਿਬ ਜਦੋਂ 2007-08 ਦੇ ਵਿੱਚ ਵਿਦਿਆਰਥੀ ਇਹਨਾਂ ਦੀ ABVP ਹੈ ਜਿਹੜੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ RSS ਦਾ ਵਿਦਿਆਰਥੀ ਸੰਘ ਆ BJP ਦਾ, ਉਹ ਬਹੁਤ ਚਰਚਾ 'ਚ ਆਇਆ ਸੀ। ਉਦੋਂ ਇਹ ਸਟੂਡੈਂਟ ਲੀਡਰ ਹੁੰਦੀ ਸੀਗੀ। ਦਿੱਲੀ ਯੂਨੀਵਰਸਿਟੀ ਦੇ ਵਿੱਚ ABVP ਜਿੱਤੀ ਸੀਗੀ ਇੱਕ ਵਾਰ 2008 ਦੇ ਵਿੱਚ ਔਰ ਉਦੋਂ ਇਹ ਉੱਥੇ LLB ਕਰਦੀ ਹੁੰਦੀ ਸੀਗੀ 2008 'ਚ। ਉਦੋਂ ਇਹ ਜਿੱਤ ਕੇ ABVP 'ਚ ਆਈ। ਫਿਰ ਉਦੋਂ ਬਾਅਦ ਇਹ ਗਿੱਲ ਸਾਹਿਬ ਲੰਡਨ ਸਕੂਲ ਆਫ ਇਕਨੋਮਿਕਸ ਚਲੀ ਗਈ ਸੀ ਅਗਲੀ ਪੜ੍ਹਾਈ ਕਰਨ। ਫਿਰ ਉੱਥੋਂ ਇਹਨੇ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੜ੍ਹ ਕੇ ਭਾਰਤ ਆਈ। ਉੱਥੇ ਇਹਨੇ ਇੰਟਰਨੈਸ਼ਨਲ ਵਪਾਰ ਹੋਰ ਇਹ ਚੀਜ਼ਾਂ ਪੜ੍ਹੀਆਂ। ਭਾਰਤ ਜਦੋਂ ਇਹ ਆਈ ਫਿਰ ਆਉਂਦਿਆਂ ਹੀ BJP ਨੇ ਇਹਨੂੰ ਚੱਕ ਲਿਆ ਕਿਉਂਕਿ ਇਹ 2-3 ਚੀਜ਼ਾਂ 'ਚ ਬਹੁਤ ਮਹਾਰਤ ਹੈ ਇਹਦੀ। ਅੰਗਰੇਜ਼ੀ ਬਹੁਤ ਫਰਾਟੇਦਾਰ ਬੋਲਦੀ ਹੈ, ਹਿੰਦੀ ਬਹੁਤ ਸ਼ੁੱਧ ਬੋਲਦੀ ਹੈ ਇਹ। ਅਗਲਾ ਇਹ ਕਿ ਧਾਰਮਿਕ ਮਸਲਿਆਂ ਦੇ ਉੱਤੇ ਮੂਹਰਲੇ ਦੀ ਚੁੱਪ ਕਰਾਉਂਦੀ ਹੈ। ਇਹਦੇ ਬਹੁਤ ਸਾਰੇ ਜੇ TV ਡਿਬੇਟਸ ਮੈਂ ਇਹਦੀਆਂ ਕਈ ਦੇਖੀਆਂ, ਸ਼ਟ ਅਪ ਮਤਲਬ ਸ਼ਬਦ ਮੂਹਰਲੇ ਨੂੰ ਆਮ ਹੀ ਵਰਤ ਦਿੰਦੀ ਹੈ, ਬੰਦ ਹੋਵੋ। ਔਰ ਬੜੀ ਗਿੱਲ ਸਾਹਿਬ ਇਹ ਨਾ ਗੱਲ ਜਦੋਂ ਰੱਖਦੀ ਆ ਜਿਵੇਂ ਗਿਆਨ ਵਾਪੀ ਮਸਜਿਦ ਤੇ ਬਹੁਤ ਬੋਲਦੀ ਆ ਤਾਂ ਉਹ ਕਹਿੰਦੇ ਵੀ ਗਿਆਨ ਵਾਪੀ ਮਸਜਿਦ ਦਾ ਗਿਆਨ ਦਾ ਜਿਹੜਾ ਸੰਬੰਧ ਆ ਉਹ ਮਤਲਬ ਮੰਦਿਰ ਦੇ ਨਾਲ ਹੈ ਤਾਂ ਇੱਥੇ ਮੰਦਿਰ ਹੋਊਗਾ। ਤਾਂ ਇਹਨੇ ਮਤਲਬ ਬਹੁਤ ਏਦਾਂ ਦੇ ਜਿਹੜੀਆਂ ਦਲੀਲਾਂ ਦੇ ਕੇ ਬਹੁਤ ਸਾਰੇ ਮੁਸਲਿਮ ਆਗੂਆਂ ਨੂੰ ਇਹ ਚੁੱਪ ਕਰਾਉਂਦੀ ਰਹੀ ਹੈਗੀ। ਤੇ ਬਾਕੀ ਇਹਦੀ ਪ੍ਰਾਪਤੀ ਇਹ ਹੈ ਜੀ ਵੀ ਇਹ ਦਿੱਲੀ ਦੇ ਵਿੱਚ ਸਰਗਰਮ ਹੋਈ ਸੀ ਲੰਡਨ ਤੋਂ ਆ ਕੇ। ਉਦੋਂ ਇਹਨੇ ਕੇਜਰੀਵਾਲ ਦੇ ਖਿਲਾਫ ਸਾਰੀ ਚੋਣ ਮੁਹਿੰਮ ਪੂਰਾ ਕੰਪੇਨ ਕੇਜਰੀਵਾਲ ਦੇ ਖਿਲਾਫ ਇਹਨੂੰ ਉਤਾਰਿਆ ਸੀ ਚੋਣ ਮੈਦਾਨ ਦੇ ਵਿੱਚ BJP ਨੇ। ਔਰ ਕੇਜਰੀਵਾਲ ਦਾ ਮਤਲਬ ਜਿਵੇਂ ਰਾਹੁਲ ਗਾਂਧੀ ਦੇ ਖਿਲਾਫ ਸਮ੍ਰਿਤੀ ਇਰਾਨੀ ਤਾਰੀ ਸੀ ਉਵੇਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜੀ ਨੂਪੁਰ ਸ਼ਰਮਾ ਤਾਰੀ ਸੀ। ਤਾਂ ਇਸੇ ਕਰਕੇ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ 36-37 ਸਾਲਾਂ ਦੀ ਵਕੀਲ ਹੈ ਜੀ ਇਹ। ਹੁਣ ਇਹ ਕਹਿੰਦੇ ਮੈਨੂੰ ਧਮਕੀਆਂ ਬਹੁਤ ਆ ਰਹੀਆਂ, ਦੀ ਸਿਕਿਉਰਿਟੀ ਬਹੁਤ ਵਧਾਤੀ ਵੈਸੇ ਪੁਲਿਸ ਨੇ। ਸੋ ਉਧਰੋਂ ਦਬਾਅ ਬਹੁਤ ਵੱਧ ਰਿਹਾ ਖਾੜੀ ਮੁਲਕਾਂ ਦਾ। 58 ਦੇ ਲਗਭਗ ਮੁਲਕ UN ਕੋਲੇ ਪਹੁੰਚ ਕਰ ਰਹੇ ਨੇ ਔਰ ਲਗਾਤਾਰ ਪ੍ਰੈਸ਼ਰ ਦੇ ਵਿੱਚ ਸਰਕਾਰ ਆ ਗਈ। ਵੱਖ-ਵੱਖ ਖਾੜੀ ਮੁਲਕਾਂ ਦੇ ਵਿੱਚ ਭਾਰਤ ਦੇ ਉੱਤੇ ਦਬਾਅ ਆ ਜਿਹੜਾ ਉਹ ਪੈ ਰਿਹਾ ਔਰ ਪੰਜਾਬ ਸਮੇਤ ਭਾਰਤ ਦੇ ਵਿੱਚ ਵੀ ਮੁਸਲਮਾਨ ਭਾਈਚਾਰਾ ਗਾ ਜਿਹੜਾ ਉਹ ਇਹ ਗੱਲ ਬਾਰ-ਬਾਰ ਉਠਾ ਰਿਹਾ ਕਿ ਪੈਗੰਬਰ ਮੁਹੰਮਦ ਬਾਰੇ ਜੋ ਇਹਨੇ ਵਿਵਾਦਿਤ ਟਿੱਪਣੀਆਂ ਕੀਤੀਆਂ ਨੇ ਉਹ ਬੜੀਆਂ ਮੰਦਭਾਗੀਆਂ ਨੇ।
ਔਰ ਕੀਤੀਆਂ ਵੀ। ਗਿੱਲ ਸਾਹਿਬ ਮੈਂ ਉਹ ਸੁਣਿਆ ਇੱਕ ਟੀਵੀ ਸ਼ੋਅ ਦੇ ਵਿੱਚ ਡਿਬੇਟ ਦੌਰਾਨ ਮਤਲਬ ਇਹ ਸ਼ਰੇਆਮ ਟਿੱਪਣੀਆਂ ਜਿਹੜੀਆਂ ਕਰ ਰਹੀ ਹੈ ਜੀ। ਅੱਛਾ ਜੀ, ਇੱਕ ਇਹ ਦੱਸਿਓ ਵੀ ਹਰਸਿਮਰਤ ਕੌਰ ਬਾਦਲ ਤੇ ਗੁਰਨੀਵ ਕੌਰ ਦੋਨਾਂ ਨੇ ਰਲ ਕੇ ਕਿਹਾ ਕਿ ਬਿਕਰਮਜੀਤ ਮਜੀਠੀਆ ਦੀ ਜਾਨ ਨੂੰ ਖਤਰਾ। ਹਰਪ੍ਰੀਤ ਸਿੱਧੂ ਨਾਲ ਕਿਹੜੀ ਰਿਸ਼ਤੇਦਾਰੀ ਹੈ ਇਹਨਾਂ ਦੀ? ਗਿੱਲ ਸਾਹਿਬ ਇਹ ਕਹਿੰਦੇ ਵੀ ਦੇਖੋ ਇਹਨਾਂ ਦੀ ਨਾ ਪੁਰਾਣੀ ਰਿਸ਼ਤੇਦਾਰੀ ਆ। ਦਰਅਸਲ ਜਿਹੜਾ ਇਹ ਹਰਪ੍ਰੀਤ ਸਿੱਧੂ ਆਗਾ ਇਹ ਬਿਕਰਮਜੀਤ ਮਜੀਠੀਏ ਦੇ ਚਾਚੇ ਦੀ ਸਾਲੀ ਦਾ ਮੁੰਡਾ ਹੈ। ਹਰਸਿਮਰਤ ਬਾਦਲ ਦੀ ਜਿਹੜੀ ਚਾਚੀ ਹੈ ਉਹਦੀ ਭੈਣ ਦਾ ਮੁੰਡਾ ਜੀ। ਅੱਛਾ। ਔਰ ਇਹਨਾਂ ਦੀ ਰਿਸ਼ਤੇਦਾਰੀ ਤਾਂ ਨੇੜਲੀ ਹੈ, ਪਰ ਇਹਨਾਂ ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਕੜੱਤਣ ਬਹੁਤ ਆ। ਦਰਅਸਲ ਹੋਇਆ ਗਿੱਲ ਸਾਹਿਬ ਪਿਛਲੇ ਸਮਿਆਂ 'ਚ ਇਹ ਸੀਗਾ ਕਿ ਬਿਕਰਮਜੀਤ ਮਜੀਠੀਆ ਦੀ ਚਾਚੀ ਦੀ ਮੌਤ ਹੋ ਗਈ ਸੀਗੀ। ਅੱਛਾ ਜੀ। ਯਾਨੀ ਕਿ ਹਰਪ੍ਰੀਤ ਸਿੱਧੂ ਦੀ ਮਾਸੀ ਬਿਕਰਮਜੀਤ ਮਜੀਠੀਆ ਦੀ ਚਾਚੀ, ਉਹਦੀ ਮੌਤ ਹੋ ਗਈ ਸੀ। ਔਰ ਹਰਪ੍ਰੀਤ ਸਿੱਧੂ ਦਾ ਪਰਿਵਾਰ ਉਸ ਮੌਤ ਦੇ ਲਈ ਮਜੀਠੀਆ ਪਰਿਵਾਰ ਨੂੰ ਜ਼ਿੰਮੇਵਾਰ ਮੰਨਦਾ। ਇਹਨਾਂ ਦੀ ਆਪਸ ਵਿੱਚ ਡਾਂਗਾ ਸੁੱਟੀਆਂ ਵੀ ਚੱਲੀਆਂ ਸੀ, ਬੜਾ ਇਹਨਾਂ ਦਾ ਮਸਲਾ ਭਟਿਆ ਸੀਗਾ। ਔਰ ਇਹ ਦੋਨੇ ਨੇ ਜਿਹੜੇ ਮਜੀਠੀਆ ਤੇ ਹਰਪ੍ਰੀਤ ਸਿੱਧੂ, ਇਹ ਬਚਪਨ ਤੋਂ ਹੀ ਕਹਿੰਦੇ ਇੱਕ ਦੂਜੇ ਦੇ ਬਹੁਤ ਕੱਟੜ ਵਿਰੋਧੀ ਰਹੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਵੀ। ਸੋ ਰਿਸ਼ਤੇਦਾਰੀ ਤਾਂ ਨੇੜਲੀ ਹੈ ਜੀ, ਰਿਸ਼ਤੇਦਾਰੀ ਤਾਂ ਗਿੱਲ ਸਾਹਿਬ ਨੇੜਲੀ ਹੋਈ ਹੋਈ ਤਾਂ। ਪਰ ਜਦੋਂ ਰਿਸ਼ਤੇਦਾਰੀਆਂ ਵਿਗੜਦੀਆਂ ਨੇ ਉਦੋਂ ਬੜੀਆਂ ਵਿਗੜਦੀਆਂ ਨੇ ਜੀ, ਇਹ ਵੀ ਕਹਾਣੀ ਹੁੰਦੀ ਹੈ। ਹੁਣ ਇਸ ਵਕਤ ਇਹ ਲਾਗੇ ADGP ਜੇਲਾਂ, ADGP ਜੇਲਾਂ ਲੱਗਣੇ, ਸਾਰੀਆਂ ਜੇਲਾਂ ਆ ਗਈਆਂ ਹਰਪ੍ਰੀਤ ਸਿੰਘ ਸਿੱਧੂ ਦੇ ਅੰਡਰ। ਔਰ ਹੁਣ ਅੱਜ ਗੁਰਨੀਵ ਕੌਰ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਦੋਨਾਂ ਨੇ ਪੰਜਾਬ ਦੇ ਗਵਰਨਰ ਨੂੰ ਮਿਲੀਆਂ ਨੇ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ। ਉਹਨਾਂ ਨੇ ਮਸਲਾ ਵੀ ਉਠਾਇਆ ਕਿ ਹੁਣ ਬਿਕਰਮਜੀਤ ਮਜੀਠੀਆ ਨੂੰ ਦੀ ਜਾਨ ਨੂੰ ਖਤਰਾ ਗਾ, ਕਿਉਂਕਿ ਗਿੱਲ ਸਾਹਿਬ ਮਜੀਠੀਆ ਪਰਿਵਾਰ ਇਹ ਸਮਝਦਾ ਕਿ ਮਜੀਠੀਆ ਦੇ ਖਿਲਾਫ ਜਿਹੜੀ ਇਹ ਪੂਰੀ ਤਾਣੀ ਬੁਣੀ ਵੀ ਆ, ਜਿਹਦੇ ਤਹਿਤ ਉਹ ਜੇਲ੍ਹ ਦੇ ਵਿੱਚ ਆ, ਔਰ ਉਹ ਸਾਰੀ ਤਾਣੀ ਨੂੰ ਬੁਣਨ ਵਾਲਾ ਹਰਪ੍ਰੀਤ ਸਿੱਧੂ ਆ। ਇਹ ਮਜੀਠੀਆ ਪਰਿਵਾਰ ਨੂੰ ਲੱਗਦਾ ਗਾ। ਔਰ ਹਰਪ੍ਰੀਤ ਸਿੱਧੂ ਪਿੱਛੇ ਜੇ ਵਿਦੇਸ਼ ਵੀ ਚਲਿਆ ਗਿਆ ਸੀ, ਹੁਣ ਫੇਰ ਆ ਗਿਆ। ਹੁਣ ਭਗਵੰਤ ਮਾਨ ਦੀ ਸਰਕਾਰ ਨੇ ਹਰਪ੍ਰੀਤ ਸਿੱਧੂ ਦੇ ਹੱਥ ਹੋਰ ਮਜ਼ਬੂਤ ਕਰਤੇ ਔਰ ਉਹਨੂੰ ਲਾਹਵੀ ADGP ਜੇਲਾਂ ਦਿੱਤਾ। ਉਹਦੇ ਤੋਂ ਹੁਣ ਇਹਨਾਂ ਨੂੰ ਇਹ ਲੱਗਣ ਲੱਗ ਗਿਆ, ਹਰਸਿਮਰਤ ਕੌਰ ਬਾਦਲ ਨੂੰ, ਗੁਰਨੀਵ ਕੌਰ ਮਜੀਠਾ ਨੂੰ ਤੇ ਪੂਰੇ ਦੋਨੇ ਪਰਿਵਾਰਾਂ ਨੂੰ, ਬਾਦਲ ਪਰਿਵਾਰ ਨੂੰ, ਮਜੀਠੀਆ ਪਰਿਵਾਰ ਨੂੰ ਵੀ ਹਰਪ੍ਰੀਤ ਸਿੱਧੂ ਇਹਨਾਂ ਦਾ ਕੇਸ ਹੈਗਾ ਜਿਹੜਾ ਮਜੀਠੀਏ ਦਾ, ਉਹ ਹੋਰ ਜ਼ਿਆਦਾ ਪੇਚਦਾ ਇੰਨਾ ਕਰ ਦੇਣਾ ਕਿ ਇਹਦਾ ਮਤਲਬ ਛੇਤੀ ਬਾਹਰ ਨਿਕਲਣਾ ਔਖਾ ਹੋ ਜਾਣਾ। ਸੋ ਇਸ ਕਰਕੇ ਉਸੇ ਡਰ ਦੇ ਵਿੱਚੋਂ, ਉਸੇ ਮਾਹੌਲ ਦੇ ਵਿੱਚੋਂ ਇਹ ਕਹਿ ਰਹੇ ਨੇ ਕਿ ਜਦੋਂ ਤੱਕ ਹਰਪ੍ਰੀਤ ਸਿੱਧੂ ਆ ਮਜੀਠੀਏ ਦੀ ਜਾਨ ਨੂੰ ਜੇਲ੍ਹ 'ਚ ਖਤਰਾ ਜੀ। ਅੱਛਾ ਜੀ, ਇੱਕ ਨਵਕਿਰਨ ਕਦੇ ਤੁਹਾਡੇ ਨਾਲ ਵੀ ਮੈਂ ਉਵੇਂ ਹੀ ਗੱਲ ਕਰਦਾ ਤੇ ਬੈਠ ਕੇ ਕਿਤੇ ਗੱਲ ਕਰੀ ਦੀ, ਅਗਲਾ ਕਹਿੰਦਾ ਯਾਰ ਪੈਸਾ ਕਰਨਾ ਕੀ ਹੈ? ਪੈਸਾ ਬੰਦੇ ਨੇ ਆਪਣੀ ਨਿੱਜੀ ਸੁੱਖ ਲਈ ਦੇਖਣਾ ਹੈ। ਹੁਣ ਆ ਪੈਸੇ ਵਾਲੇ ਹੀ ਬੈਠੇ ਆ ਅੰਦਰ, ਮਜੀਠੀਆ ਵੀ ਬੈਠਾ, ਵਿੱਚੇ ਹੀ ਠੋਕੋ ਤਾਲੀ ਵਾਲਾ ਬੈਠਾ, ਤੂੰ ਕਹਿ ਕੇ ਓਏ ਤੂੰ ਗੱਲ ਸੁਣ ਮੇਰੀ, ਤੂੰ ਕਿਸੇ ਨੂੰ ਇੱਜ਼ਤ ਦੇਣੀ ਹੋਈ ਨਹੀਂ। ਤੇ ਨਾਲ ਹੀ ਧਰਮਸੋਤ ਠੁਮਕਾ ਲਗਾ ਰਿਹਾ। ਇਹਨਾਂ ਨੂੰ ਪੈਸੇ ਦਾ ਕੀ ਨਿਗਾਸ ਹੈ? ਕੀ ਕਰਨਗੇ ਇਹ ਡਾਲਰਾਂ ਰੁਪਈਆਂ ਨੂੰ? ਤੇ ਹੁਣ ਅੰਦਰ ਬੈਠਾ ਕੀ ਖਬਰ ਹੈ ਉਹਦੀ? ਹੁਣ ਤਾਂ ਗਿੱਲ ਸਾਹਿਬ ਜੇਲਾਂ ਦੀ ਸਖਤੀ ਵੀ ਬਹੁਤ ਕਰਨ ਲੱਗਿਆ ਜੇ। ਜੈਮਰ ਲੱਗ ਗਏ ਇਹਨਾਂ ਦੇ, ਕੈਮਰੇ ਕੂਮਰੇ ਵੀ ਜੇਲਾਂ ਦੇ ਚੱਲਣੇ ਬੰਦ ਹੋ ਜਾਣੇ ਨੇ। ਜਿੰਨੇ ਵੀ ਇਹ ਮਤਲਬ ਅੰਦਰੋਂ ਐਂਡਰਾਇਡ ਦੇ ਸੈੱਟ ਜਾਂ ਹੋਰ ਵਰਤਦੇ ਨੇ ਜੋ ਮੋਬਾਈਲ, ਉਹ ਸਾਰਾ ਬੰਦ ਹੋ ਜਾਣਾ। ਸੋ ਹੁਣ ਕਹਾਣੀ ਤਾਂ ਇਹੀ ਹੈ ਜੀ, ਵੱਡੀ ਗਿਣਤੀ ਦੇ ਵਿੱਚ ਗਿੱਲ ਸਾਹਿਬ ਮੈਨੂੰ ਲੱਗਦਾ ਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਰਪਸ਼ਨ ਦੇ ਮਸਲੇ 'ਚ ਕਈ ਜੇਲ੍ਹਾਂ ਦੇ ਵਿੱਚ ਜਾ ਸਕਦੇ ਨੇ। ਕਿਉਂਕਿ ਜੇ ਦੇਖੀਏ ਆਪਾਂ, ਵਿਜੇ ਸਿੰਗਲਾ ਰਿਸ਼ਵਤ ਮੰਗਣ ਦੇ ਕੇਸ ਦੇ ਵਿੱਚ ਇਸ ਵਕਤ ਜੇਲ੍ਹ 'ਚ ਹੈ। ਸਾਧੂ ਸਿੰਘ ਧਰਮਸੋਤ ਇਸ ਵਕਤ ਰਿਸ਼ਵਤ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਹੈ। ਔਰ ਚਰਨਜੀਤ ਚੰਨੀ ਮੰਤਰੀ ਮੰਡਲ ਦੇ ਵਿੱਚ ਰਹੇ ਸੰਗਤ ਸਿੰਘ ਗਿੱਲ ਜੀ ਆ, ਉਹ ਜੇਲ੍ਹ ਜਾਣ ਦੀ ਤਿਆਰੀ ਦੇ ਵਿੱਚ ਆ ਕਿਉਂਕਿ ਕੇਸ ਦਰਜ ਹੋ ਚੁੱਕਿਆ ਗਾ, ਭੱਜ ਨੱਠ ਉਹ ਕਰ ਰਿਹਾ ਗਾ। ਔਰ ਗਿੱਲ ਸਾਹਿਬ ਇਹ ਤਿੰਨ ਤਾਂ ਇਹ ਹੋ ਗਏ। ਦੋ ਵੱਖ-ਵੱਖ ਕੇਸਾਂ ਦੇ ਵਿੱਚ, ਜਿਵੇਂ ਮਜੀਠੀਆ ਦੀ ਤੁਸੀਂ ਗੱਲ ਕੀਤੀ, ਨਵਜੋਤ ਸਿੱਧੂ ਦੀ ਕੀਤੀ, ਉਹ ਹੋਰ ਕੇਸਾਂ ਦੇ ਵਿੱਚ ਨੇ। ਖੈਰ ਸਿੱਧੂ ਦਾ ਤਾਂ ਕੇਸ ਵੈਸੇ ਹੀ ਵੱਖਰਾ ਹੈਗਾ, ਚਲੋ ਮਜੀਠੀਆ ਦਾ ਡਰੱਗਸ ਦਾ ਮਸਲਾ ਹੈਗਾ, ਉਹ ਵੀ ਜੇਲ੍ਹ ਦੇ ਵਿੱਚ ਨੇ। ਤਾਂ ਇਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਜਿਹੜੀ, ਉਹ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਆ, ਕੰਮ ਭਾਵੇਂ ਉਹਨਾਂ ਦਾ ਕਰਨ ਦਾ ਇਹੀ ਹੈਗਾ ਵੀ ਸਤਿੰਦਰ ਜੈਨ ਤੇ ਉਹਨਾਂ ਦੇ ਤੇ ਵੀ ਦੋਸ਼ ਲੱਗੇ ਨੇ ਔਰ ਸੈਂਟਰ ਦੀ ਏਜੰਸੀ ED ਵਾਲਿਆਂ ਨੇ ਉਹਦੇ ਘਰੋਂ ਵੀ ਖਾਸੇ ਸੋਨੇ ਦੇ ਸਿੱਕੇ ਤੇ ਹੋਰ ਖਾਸੇ ਉਹਦੇ ਆਂਢ ਗੁਆਂਢ ਚੋਂ ਪੈਸੇ ਬਰਾਮਦ ਕੀਤੇ ਨੇ। ਉੱਥੇ ਤਾਂ ਇਹ ਕਹਿ ਰਹੇ ਨੇ ਕਿ ਦੇਖੋ ਜੀ ਇਹ ਧੱਕਾ ਗਾ,
ਇਹ ਜਾਣਬੁੱਝ ਕੇ ਇੱਕ ਸਾਜ਼ਿਸ਼ ਤਹਿਤ ਹੋ ਰਿਹਾ ਹੈਗਾ। ਪਰ ਇੱਥੇ ਉਹੀ ਉਸੇ ਮਸਲੇ ਦੇ ਕਰਪਸ਼ਨ ਨਾਲ ਜੋੜ ਰਹੇ ਨੇ। ਖੈਰ ਫਿਰ ਵੀ ਸਾਧੂ ਸਿੰਘ ਧਰਮਸੋਤ ਵਰਗਿਆਂ ਨੂੰ ਤਾਂ ਕਲੀਨ ਚਿੱਟ ਦਿੱਤੀ ਨਹੀਂ ਜਾ ਸਕਦੀ, ਜਿਨ੍ਹਾਂ ਨੇ ਗਰੀਬ ਵਰਗ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਉੱਤੇ ਵੀ ਕੈਂਚੀਆਂ ਚਲਾਈਆਂ ਹੋਣ। ਸੰਗਤ ਸਿੰਘ ਗਿਲਜੀਆ ਵਰਗੇ ਜਿਹੜੇ ਇਹ ਗੱਲ ਲਈ ਜ਼ੋਰ ਲਾਉਂਦੇ ਰਹੇ ਮੈਂ ਮੰਤਰੀ ਬਣ ਜਾ, ਮੈਂ ਮੰਤਰੀ ਬਣ ਜਾ, ਦਰਖਤ ਪੱਟਣ ਦੇ 20 ਰੁਪਈਏ, ਦਰਖਤ ਲਾਉਣ ਦੇ 20 ਰੁਪਈਏ, ਟਰੀ ਗਾਰਡ ਦੇ 20 ਰੁਪਈਏ। ਤਾਂ ਇਹ ਅਸਲ ਦੇ ਵਿੱਚ ਗਿੱਲ ਸਾਹਿਬ ਜਿਹੜਾ ਪੂਰਾ ਦਾ ਪੂਰਾ ਸਿਸਟਮ ਚੱਲਦਾ ਹੈ, ਇਹ ਸਿਸਟਮ ਅਸਲ ਦੇ ਵਿੱਚ ਬੰਦ ਹੋਣਾ ਚਾਹੀਦਾ ਹੈਗਾ। ਔਰ ਕਰਪਸ਼ਨ ਹੇਠਾਂ ਤੋਂ ਨਹੀਂ ਤਾਹਾਂ ਤੋਂ ਜੇ ਬੰਦ ਹੋਊ ਤਾਂ ਬੰਦ ਹੋਊਗੀ। ਐਵੇਂ ਮਨਪ੍ਰੀਤ ਬਾਦਲ ਜਦੋਂ ਵਿੱਤ ਮੰਤਰੀ ਬਣਿਆ ਉਹ 200-300 ਰੁਪਈਆ ਲੈਂਦੇ, 2 ਪੁਲਿਸ ਵਾਲਿਆਂ ਦੀ ਬਣਾ ਕੇ ਵੀਡੀਓ ਫੜ ਕੇ ਉਹਨਾਂ ਨੂੰ ਲਓ ਜੀ ਕਰਪਸ਼ਨ ਖਤਮ ਕਰਨ ਲੱਗੇ ਆ। ਲੇਕਿਨ ਇਹ ਮਸਲਾ ਏਦਾਂ ਨਹੀਂ ਖਤਮ ਹੋਣ ਵਾਲਾ। ਕਰਪਸ਼ਨ ਤੋਂ ਮਿਡਲ ਕਲਾਸ ਅੱਕੀ ਹੋਈ ਆ। ਅੰਨਾ ਹਜ਼ਾਰੇ ਦਾ ਸਾਰਾ ਅੰਦੋਲਨ ਕਰਪਸ਼ਨ ਦੇ ਉੱਤੇ ਸੀ, ਹਾਲਾਂਕਿ ਉਹ ਅੰਦੋਲਨ ਜਿਸ ਮੰਤਵ ਲਈ ਸੀ ਉਹ ਵੀ ਅੱਜ ਪੂਰਾ ਨਹੀਂ ਹੁੰਦਾ ਦਿਖਾਈ ਦਿੰਦਾ। ਤਾਂ ਖੈਰ ਫਿਰ ਵੀ ਸੋ ਮਸਲਾ ਇਹੀ ਹੈ ਜੀ ਕਿ ਸਾਧੂ ਸਿੰਘ ਧਰਮਸੋਤ ਹੋਰੀ ਇਸ ਵਕਤ ਅੰਦਰ ਨੇ। ਔਰ ਜਿਹੜਾ ਉਹ ਡਾਇਰੀ ਵਾਲਾ ਗਾ ਠੇਕੇਦਾਰ ਜੀ ਦੀ ਡਾਇਰੀ ਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਉਹ 'ਚ ਨਾਂ ਹੋਰ ਵੀ ਕਹਿੰਦੇ ਹੈਗੇ ਨੇ ਕਈ, ਤਾਂ ਉਹਦੀ ਡਾਇਰੀ ਕਈ ਖੁਲਾਸੇ ਖੋਲੂਗੀ। ਤੇ ਜੇ ਸੱਚਮੁੱਚ ਇਮਾਨਦਾਰੀ ਦੇ ਨਾਲ ਇਹਨਾਂ ਤੋਂ ਵੀ ਜਾਂਚ ਹੋ ਜੇ, ਸਾਧੂ ਸਿੰਘ ਧਰਮਸੋਤ ਵਰਗਿਆਂ ਤੋਂ ਵੀ, ਤਾਂ ਹੋਰ ਵੀ ਕਈਆਂ ਦੇ ਨਾਂ ਜਿਹੜੇ ਸਾਹਮਣੇ ਆ ਸਕਦੇ ਨੇ। ਕਈ ਇਹਨਾਂ ਦਿਨਾਂ 'ਚ ਜਿਹੜੇ ਰੇਸ ਲਾ ਕੇ ਬੀਜੇਪੀ 'ਚ ਭੱਜੇ ਜਾ ਰਹੇ ਨੇ ਇੱਕ ਦੂਜੇ ਤੋਂ ਮੂਹਰੇ, ਉਹ ਵੀ ਐਵੇਂ ਨਹੀਂ ਜਾ ਰਹੇ ਵੀ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਪ੍ਰੇਮ ਆ ਬੀਜੇਪੀ ਨਾਲ, ਜਾਂ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਉਹਨਾਂ ਦੀ ਵਿਚਾਰਧਾਰਾ ਚੰਗੀ ਲੱਗਦੀ ਆ। ਉਹ ਵੀ ਗੱਲ ਸਾਹਿਬ ਇਸੇ ਕਰਕੇ ਜਾ ਰਹੇ ਨੇ ਵੀ ਸੈਂਟਰ 'ਚ ਉਹਨਾਂ ਦੀ ਸਰਕਾਰ ਆ, 4 ਦਿਨ ਪੰਜਾਬ ਤੋਂ ਬਾਹਰ ਲਾ ਆਵਾਂਗੇ ਕੋਈ ਗੱਲ ਨਹੀਂ, ਲੇਕਿਨ ਜੇਲ੍ਹ ਜਾਣ ਤੋਂ ਬਚ ਜਾਈਏ ਜੀ। ਜਦ ਪੰਜਾਬ ਦੀ ਗੱਲ ਕਰਦੇ ਆ ਵੀ ਸਭ ਤੋਂ ਵੱਧ ਮਾਲੀਆ ਉਹਨਾਂ ਨੂੰ ਸ਼ਰਾਬ ਤੋਂ ਆਉਂਦਾ ਹੈ, ਫਿਰ ਮਨ 'ਚ ਹੁੰਦਾ ਵੀ ਯਾਰ ਬਰਬਾਦੀ ਨੂੰ ਕੌਣ ਇੱਥੇ ਨੂੰ ਰੋਕ ਲੂ। ਤੇ ਹੁਣ ਨਵੀਂ ਕੋਈ ਨੀਤੀ ਲਿਆ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਜੀ? ਨਵੀਂ ਨੀਤੀ ਲਿਆ ਰਹੇ ਆ ਜੀ। 1 ਜੁਲਾਈ ਤੋਂ ਸ਼ਰਾਬ ਸਸਤੀ ਹੋਣ ਜਾ ਰਹੀ ਹੈ। ਅੱਛਾ। ਔਰ ਜੀ ਇਹਦੇ ਤੇ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਵੀ ਚਲੋ ਭਗਵੰਤ ਮਾਨ ਨੇ ਉਹਦੇ ਮਹਿਕਮੇ ਵਾਲਿਆਂ ਦੀ ਸੁਣ ਲਈ, ਲੇਕਿਨ ਹਕੀਕਤ ਇਹ ਹੈਗੀ ਗਿੱਲ ਸਾਹਿਬ ਇਹ ਸਸਤੀ ਹੋਣੀ ਵੀ ਚਾਹੀਦੀ ਸੀ। ਇਹਦੇ ਨਾਲ ਸਰਕਾਰ ਦਾ 40% ਮੁਨਾਫਾ ਵੱਧ ਜਾਣਾ ਸਸਤੀ ਹੋਣ ਨਾਲ, ਕਿਉਂਕਿ ਪੰਜਾਬ ਦੇ ਵਿੱਚ ਸ਼ਰਾਬ ਬਹੁਤ ਮਹਿੰਗੀ ਸੀ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਆ। ਉੱਥੋਂ 2 ਨੰਬਰ 'ਚ ਸਾਰੀ ਸ਼ਰਾਬ ਪੰਜਾਬ ਆ ਰਹੀ ਸੀ ਪਿਛਲੇ ਕਈ ਦਹਾਕਿਆਂ ਤੋਂ। ਔਰ ਉਹਦੇ ਨਾਲ ਪੰਜਾਬ ਸਰਕਾਰ ਨੂੰ ਧੇਲੀ ਦਾ ਫਾਇਦਾ ਨਹੀਂ ਸੀ ਹੁੰਦਾ। ਉਹੀ ਸ਼ਰਾਬ ਜਿਹੜੀ ਆ ਹੁਣ ਭਗਵੰਤ ਮਾਨ ਹੋਰੀ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੇ ਆ, ਉਹੀ ਸ਼ਰਾਬ ਸਸਤੀ ਕਰਨਗੇ, ਚੰਡੀਗੜ੍ਹ ਤੇ ਹਰਿਆਣੇ ਦੇ ਬਰੋਬਰ ਰੇਟ ਕਰ ਦੇਣਗੇ। ਉਹਦੇ ਨਾਲ ਜਿਹੜੀ ਉਧਰੋਂ ਸਮਗਲਿੰਗ ਹੁੰਦੀ ਆ, ਜਿਹੜੀ ਉਧਰੋਂ ਆਉਂਦੀ ਆ 2 ਨੰਬਰ 'ਚ, ਉਹ ਬੰਦ ਹੋ ਜੂ। ਜਿੰਨੇ ਦੀ ਵੀ ਵਿਕੂ ਚਾਹੇ ਸਸਤੀ ਵਿਕੇ, ਉਹਦਾ ਫਾਇਦਾ ਸਿੱਧਾ ਸਰਕਾਰ ਨੂੰ ਹੋਊਗਾ। ਔਰ ਉਹਦੇ ਨਾਲ 40% ਜਾਂ ਮੁਨਾਫਾ ਵਧਣਾ ਗਾ ਸਰਕਾਰ ਦਾ। ਸੋ ਇਹ ਨੀਤੀ ਹੈ ਜਿਹੜੀ ਪਿਛਲੇ ਸਾਲ ਵੀ ਚਰਚਾ 'ਚ ਆਈ ਸੀਗੀ ਕਾਂਗਰਸ ਦੀ ਗਵਰਨਮੈਂਟ ਵੇਲੇ, ਲੇਕਿਨ ਉਹ ਇਹਦੇ ਤੇ ਕੋਈ ਬਾਹਲਾ ਕੰਮ ਨਹੀਂ ਕਰ ਸਕੇ। ਪਰ ਹੁਣ ਇਹਨਾਂ ਨੇ ਕੰਮ ਕੀਤਾ ਹੈ, 1 ਜੁਲਾਈ ਤੋਂ ਜਿਹੜਾ ਇਹ ਕੰਮ ਕਰਨ ਜਾ ਰਹੇ ਨੇ। ਪਰ ਮਨਜਿੰਦਰ ਸਿੰਘ ਸਿਰਸਾ ਨੇ ਬਹੁਤ ਸਾਰੇ ਤੱਥਾਂ ਤਹਿਤ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਕਾਂਗੜ ਨਾਲ ਬੈਠਾ ਸੀ ਉਹਦੇ ਸਾਬਕਾ ਬਿਜਲੀ ਮੰਤਰੀ। ਔਰ ਮਨਜਿੰਦਰ ਸਿਰਸਾ ਦਾ ਕਹਿਣਾ ਇਹ ਹੈ ਕਿ ਜਿਹੜੀ ਇਹ ਪਾਲਿਸੀ ਲੈ ਕੇ ਆਏ ਆ, ਇਹ ਪਾਲਿਸੀ ਇੱਥੇ ਨਹੀਂ, ਇਹ ਦਿੱਲੀ ਸਸੋਦੀਆ ਦੇ ਘਰੇ ਬਣੀ ਹੈ। ਉਹ ਕਹਿੰਦੇ ਇਹਦੇ 'ਚ 2 ਵੱਡੀਆਂ ਕੰਪਨੀਆਂ ਨੂੰ ਇਹਨਾਂ ਨੇ ਫਾਇਦਾ ਪਹੁੰਚਾਉਣਾ। ਖੈਰ ਫਿਰ ਵੀ ਗਿੱਲ ਸਾਹਿਬ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕੀ ਕਹਾਣੀ ਬਣਦੀ ਆ। ਪਰ ਇੱਕ ਗੱਲ ਜ਼ਰੂਰ ਹੋਊਗੀ ਕਿ ਘੱਟੋ ਘੱਟ ਪੰਜਾਬ ਦੇ ਵਿੱਚ ਹੁਣ ਤਾਂ ਨਾ ਜਿਹੜੀ ਆਉਂਦੀ ਸੀਗੀ ਵੀ ਆਹ ਹਰਿਆਣੇ ਦੀ ਆ ਗਈ ਜੀ, ਐਵੇਂ ਗਿੱਲ ਸਾਹਿਬ ਮੋਟਰਾਂ ਵਾਲੇ ਕੋਠਿਆਂ 'ਚ ਬਹਿ ਕੇ ਤਿਆਰ ਕਰਕੇ ਹਰਿਆਣੇ ਦੇ ਉਹਦੇ ਉੱਤੇ ਲਾਉਂਦੇ ਸੀ ਕਾਗਜ਼, ਉਹੀ ਮਤਲਬ ਨਕਲੀ 2 ਨੰਬਰ ਦੀ ਜਿਹੜੀ ਸ਼ਰਾਬ ਆ ਗਈ ਉਹ ਵੇਚੀ ਜਾ ਰਹੀ। ਸੋ ਜੇ ਇੱਕੋ ਜਿਹੇ ਰੇਟ ਹੋਣਗੇ, ਘੱਟੋ ਘੱਟ ਹਰਿਆਣੇ ਦੀ ਕਹਿ ਕੇ ਮਾੜੀ ਸ਼ਰਾਬ ਨਹੀਂ ਲੋਕਾਂ ਨੂੰ ਪਿਲਾਈ ਜਾਊਗੀ ਠੇਕੇਦਾਰਾਂ ਦੇ ਵੱਲੋਂ ਜੀ। ਪੰਜਾਬ ਦੇ ਵਿੱਚ ਤਕੀਆ ਕਲਾਮ ਆ, ਜੇ ਸ਼ਹਿਰ ਜਾਂਦੇ ਭਾਪੇ ਨੂੰ ਕਿਸੇ ਨੇ ਕਹਿਣਾ ਹੋਵੇ ਸ਼ਰਬਤ ਦੀ ਬੋਤਲ ਲੈ ਆਈ, ਅੱਜ ਦੀ ਬੋਤਲ ਲੈ ਆਈ, ਜੇ ਕੱਲੀ ਬੋਤਲ ਕਹਿਤੀ ਤਾਂ ਬਸ ਇਹਦੀ ਹੋਈ ਆ, ਫਿਰ ਹੋਰ ਕੁਛ ਨਹੀਂ ਹੈ। ਅੱਛਾ ਜੀ, ਅਖੀਰ ਦੇ ਵਿੱਚ ਇਹ ਦੱਸਿਓ, ਪੰਜਾਬ ਪੁਲਿਸ ਦੇ ਨਾ ਲਾ ਕੇ ਤਵੇ ਬੰਦਾ ਮੁੱਖ ਮੰਤਰੀ ਬਣ ਗਿਆ, ਪਰ ਪੰਜਾਬ ਪੁਲਿਸ ਨਹੀਂ ਸੁਧਰਦੀ। ਕਿਸੇ ਨੇ ਕਹਿੰਦੇ ਰਿਵਾਲਵਰ ਜਮ੍ਹਾਂ ਕਰਾਇਆ ਹੋਇਆ ਥਾਣੇ ਦੇ ਵਿੱਚ, ਉਹ ਮਿਲਿਆ ਕਿਸੇ ਸਮਗਲਰ ਤੋਂ, ਤੇ ਇੱਕ ਫੋਰਚੂਨਰ ਜਿਹੜੀ ਇੱਕ ਥਾਣੇਦਾਰ ਜਿਹੜਾ ਨੱਪੀ ਫਿਰਦਾ, ਉਹ ਫੋਰਚੂਨਰ ਕਿਹਦੀ ਹੈ ਜੀ? ਜੀ ਗਿੱਲ ਸਾਹਿਬ, ਦੋਨੇ ਬੜੀਆਂ ਕਮਾਲ ਦੀਆਂ ਗੱਲਾਂ ਨੇ। ਦੇਖੋ ਇਹ ਨਾ ਬਠਿੰਡਾ ਜ਼ਿਲ੍ਹੇ ਦਾ ਦਿਆਲਪੁਰਾ ਭਾਈਕਾ,
ਬਰਨਾਲੇ ਦੇ ਨੇੜੇ ਪੈ ਜਾਂਦਾ ਉਹਦੇ ਭਦੌੜ ਲੰਘ ਕੇ। ਤਾਂ ਉਸ ਥਾਣੇ ਦੀ ਕਹਾਣੀ ਹੈ। ਉਸ ਥਾਣੇ ਦੇ ਵਿੱਚ ਗਿੱਲ ਸਾਹਿਬ ਹੋਇਆ ਇਹ ਕਿ ਇੱਕ ਵਿਅਕਤੀ ਦੇ ਉੱਤੇ 307 ਦਾ ਕੇਸ ਪੈ ਗਿਆ। ਤਾਂ ਉਹਦੇ ਕੋਲੇ ਸੀਗਾ 32 ਬੋਲ ਦਾ ਰਿਵਾਲਵਰ। ਉਹ ਰਿਵਾਲਵਰ ਉਹਨਾਂ ਨੇ ਫੜਿਆ, ਉਹਨੂੰ ਜੇਲ੍ਹ ਭੇਜਤਾ। ਉਹ ਜੇਲ੍ਹ ਚੋਂ ਬਾਹਰ ਆ ਗਿਆ। ਉਹ ਰਿਵਾਲਵਰ ਆ ਜਿਹੜਾ ਉਹ ਥਾਣੇ ਪਿਆ ਰਿਹਾ। ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਸਮਗਲਰ ਫੜਿਆ, ਉਹਦੇ ਤੋਂ ਜਦੋਂ ਭੱਜਿਆ ਪਿਸਤੌਲ ਫੜਿਆ ਗਿਆ। ਪਿਸਤੌਲ ਫੜਿਆ ਤਾਂ ਉਹ 32 ਬੋਰ ਦਾ ਪਿਸਤੌਲ, ਔਰ ਜਦੋਂ ਉਹਦਾ ਨੰਬਰ ਮਿਲਾਇਆ ਦੇਖਿਆ ਤਾਂ ਉਹ ਬੰਦੇ ਦਾ ਨਿਕਲਿਆ। ਉਹ ਬੰਦੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰੇ ਕੋਲ ਤਾਂ ਪਰਚੀ ਆ, ਮੈਂ ਤਾਂ ਤੁਹਾਡੇ ਇੱਥੇ ਜਮ੍ਹਾਂ ਕਰਾ ਕੇ ਗਿਆ ਥਾਣੇ 'ਚ। ਉਹ ਗਿੱਲ ਸਾਹਿਬ ਜਮ੍ਹਾਂ ਹੋਇਆ ਤਾਂ ਜਮ੍ਹਾਂ ਹੋਇਆ ਰਿਵਾਲਵਰ ਇੱਕ ਸਮਗਲਰ ਕੋਲੇ ਕਿਵੇਂ ਪਹੁੰਚ ਗਿਆ? ਜਦੋਂ ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਮੈਨੂੰ ਤਾਂ ਜਿਹੜਾ ਬੰਦਾ ਭੱਜ ਗਿਆ, ਇੱਕ ਫਰਾਰ ਆ ਉਸ ਕੇਸ ਦੇ ਵਿੱਚ, ਮੈਨੂੰ ਤਾਂ ਉਹਨੇ ਦਿੱਤਾ। ਤਾਂ ਹਜੇ ਉਹ ਫੜਿਆ ਜਾਊ, ਉਸ ਤੋਂ ਬਾਅਦ ਪਤਾ ਲੱਗੂ ਉਹਦੇ ਤੱਕ ਕਿਵੇਂ ਪਹੁੰਚ ਗਿਆ। ਉਸ ਤੋਂ ਬਾਅਦ ਇੱਕ ਹੋਰ ਦਾ ਉੱਥੇ ਰਿਵਾਲਵਰ ਪਿਆ ਸੀਗਾ। ਉਹਨੇ ਜਦੋਂ ਪਤਾ ਕੀਤਾ ਮੇਰਾ ਵੀ ਜਮ੍ਹਾਂ ਕਰਾਇਆ ਹੋਇਆ, ਪਰਚੀ ਲੈ ਕੇ ਆ ਗਿਆ, ਲਓ ਜੀ ਪਰਚੀ ਮੇਰੇ ਜਮ੍ਹਾਂ ਕਰਾਏ ਦੀ, ਉਹ ਵੀ ਨਹੀਂ ਥਿਆ ਰਿਹਾ ਗਿੱਲ ਸਾਹਿਬ। ਸੋ ਥਾਣਿਆਂ ਦੇ ਵਿੱਚੋਂ ਰਿਵਾਲਵਰ ਕਿੱਧਰ ਜਾਂਦੇ ਨੇ, ਇਹ ਬੜੀ ਵੱਡੀ ਕਹਾਣੀ ਜਿਹੜੀ ਸਾਹਮਣੇ ਆਈ ਹੈ। ਇਹਦਾ ਮਤਲਬ ਤਾਂ ਬਹੁਤ ਕ੍ਰਾਈਮ ਵੀ ਹੋ ਸਕਦੇ ਨੇ ਫਿਰ। ਤੇ ਦੂਸਰੀ ਜਿਹੜੀ ਫਾਰਚੂਨਰ ਵਾਲੀ ਗੱਲ ਹੈ, ਉਹ ਵੀ ਕੋਈ ਛੋਟੀ ਗੱਲ ਨਹੀਂ ਹੈਗੀ, ਉਹ ਵੀ ਗਿੱਲ ਸਾਹਿਬ ਵੱਡੀ ਗੱਲ ਆ। ਉਹ ਗੱਲ ਇਹ ਹੈਗੀ ਕਿ ਮੁੱਲਾਪੁਰ ਦਾਖਾ ਦੇ ਵਿੱਚੋਂ 2017 ਦੇ ਵਿੱਚ ਇੱਕ ਫਾਰਚੂਨਰ ਗੱਡੀ ਆ ਜਿਹੜੀ ਉਹ ਲੁੱਟੀ ਗਈ, ਚੋਰੀ ਹੋ ਗਈ ਜਾਣੀ ਕਿ। ਔਰ ਇਹ ਗੱਡੀ ਜਿਹੜੀ ਉਹ ਜੀਰਕਪੁਰ ਦੀ ਪੁਲਿਸ ਨੇ 2018 ਦੇ ਵਿੱਚ ਫਰਵਰੀ ਦੇ ਵਿੱਚ ਫੜ ਲਈ, ਕੁਝ ਮਹੀਨਿਆਂ ਬਾਅਦ। ਔਰ ਫਰਵਰੀ 18 ਦੇ ਵਿੱਚ ਫੜ ਕੇ ਉਹਨਾਂ ਨੇ ਦਾਖਾ ਪੁਲਿਸ ਨੂੰ ਬੁਲਾਇਆ ਔਰ ਕਿਹਾ ਕਿ ਤੁਹਾਡੇ ਜਿਹੜੀ ਚੋਰੀ ਹੋਈ ਸੀਗੀ 2017 ਦੇ ਵਿੱਚ ਫਾਰਚੂਨਰ ਗੱਡੀ ਆ ਮਿਲ ਗਈ, ਇਹਨੂੰ ਲੈ ਜਾਓ ਔਰ ਬੰਦੇ ਨੂੰ ਸਪੁਰਦ ਕਰ ਦਿਓ। ਉੱਥੋਂ ਗਿੱਲ ਸਾਹਿਬ ਇੰਸਪੈਕਟਰ ਸਾਹਿਬ ਫਾਰਚੂਨਰ ਗੱਡੀ ਲਿਆਏ। ਲਿਆ ਕੇ ਉਹਨੇ ਫਾਰਚੂਨਰ ਗੱਡੀ ਦਾ ਨੰਬਰ ਦਿੱਤਾ ਲਾ, ਉਹਦੇ ਤੇ ਸਕੂਟਰੀ ਵਾਲਾ ਨੰਬਰ ਲਾ ਲਿਆ ਆਪਦੀ ਵਾਲਾ। ਲਾ ਕੇ ਸਕੂਟਰੀ ਵਾਲਾ ਨੰਬਰ 2018 ਤੋਂ ਡੱਕਰੀ ਤੁਰਿਆ ਫਿਰਦਾ ਮੌਜ ਨਾਲ। ਔਰ ਜਿਹੜੇ ਬੰਦੇ ਦੀ 2017 ਚ ਚੋਰੀ ਹੋਈ ਸੀ, ਉਹ ਬੰਦੇ ਨੇ ਵੀਡੀਓ ਬਣਾ ਲਈ। ਉਹਨੂੰ ਪਤਾ ਲੱਗ ਗਿਆ ਗੱਡੀ ਦੀ ਹੋਰ ਵੀ ਨਿਸ਼ਾਨੀ ਹੁੰਦੀ ਹੈ, ਇਕੱਲਾ ਨੰਬਰ ਥੋੜੀ। ਜਿਹੜੇ ਬੰਦੇ ਨੇ ਗਿੱਲ ਸਾਹਿਬ ਇੰਨੇ ਪੈਸੇ ਲਾਏ ਹੋਣ, ਪੁੱਤਾਂ ਵਾਂਗੂ ਗੱਡੀ ਰੱਖੀ ਹੋਵੇ, ਨਿੱਤ ਧੋਂਦਾ ਹੋਵੇ, ਉਹਨੂੰ ਤਾਂ ਪਛਾਣ ਆ ਜਾਂਦੀ ਹੈ ਗੱਡੀ ਦੀ। ਉਹਨੇ ਗੱਡੀ ਪਛਾਣ ਲਈ, ਉਹਨੇ ਵੀਡੀਓ ਬਣਾ ਕੇ ਉਹ ਅਦਾਲਤ 'ਚ ਲੈ ਗਿਆ ਵੀ ਆਹ ਗੱਡੀ ਦਾ ਨੰਬਰ ਤੇ ਸਾਰਾ ਕੁਝ ਚੈੱਕ ਕਰੋ। ਜਦੋਂ ਚੈੱਕ ਕਰਿਆ, ਹੁਣ ਉਹ ਤਾਂ ਥਾਣੇਦਾਰ ਤਾਂ ਰਿਟਾਇਰ ਹੋ ਗਿਆ ਜੀ, ਪਰ ਕਹਾਣੀ ਸਾਰੀ ਥਾਣੇਦਾਰ ਦੇ ਉੱਤੇ ਆ ਪਈ। ਘੱਟੋ ਘੱਟ ਹੁਣ ਉਹ ਗੱਡੀ ਉਹਨੂੰ ਮਿਲ ਜੂ। ਉਸ ਤੋਂ ਬਾਅਦ ਉਹਨੇ ਭੰਨ ਤੋੜ ਕਰਕੇ ਥਾਣੇ 'ਚ ਖੜਾਤੀ ਗੱਡੀ, ਕਹਿੰਦਾ ਜੀ ਉਹ ਤਾਂ ਉੱਥੇ ਹੀ ਖੜੀ ਆ, ਨੰਬਰ ਪਹਿਲਾਂ ਵਾਲਾ ਲਾਤਾ ਜੀ। ਬਿਲਕੁਲ ਜੀ, ਧੰਨਵਾਦ ਬਹੁਤ ਬਹੁਤ। ਤੇ ਕੱਲ ਨੂੰ ਫੇਰ ਸਵੇਰੇ ਗੱਲਬਾਤ ਤੁਹਾਡੇ ਨਾਲ ਹੋਏਗੀ। ਆਪਣਾ ਖਿਆਲ ਰੱਖੋ, ਸ਼ੁਭ ਸ਼ਾਮ। ਅੱਛਾ, ਗਰਮੀ ਕਿਵੇਂ ਆ? ਸੱਚ ਗਰਮੀ ਦੀ ਦੱਸਿਓ ਨਹੀਂ। ਖੇਸੀ ਪੱਗ ਗਿੱਲੀ ਕਰਕੇ ਲੈ ਕੇ ਪੈਂਦੇ ਹੋ, ਹਲੇ ਹਟ ਗਏ? ਗਿੱਲ ਸਾਹਿਬ ਗਰਮੀ ਬਹੁਤ ਪੈ ਰਹੀ ਹੈ ਜੀ। ਗਰਮੀ ਨੇ ਤਾਂ ਵੱਟ ਕੱਢੇ ਪਏ ਆ ਲੋਕਾਂ ਦੇ। 45 ਡਿਗਰੀ ਤੋਂ ਉੱਪਰ ਟੈਂਪਰੇਚਰ ਆ ਜਿਹੜਾ ਉਹ ਟੱਪਿਆ ਫਿਰਦਾ। ਮੀਂਹ ਵਾਲੀ ਤਾਂ ਕਹਾਣੀ ਹੋਈ ਪੰਜਾਬ ਦੀ ਇਸ ਧਰਤੀ ਦੇ ਉੱਤੇ ਲੱਗਦਾ ਰਾਜਸਥਾਨ ਵਾਲਾ ਕੰਮ ਹੋਇਆ ਪਿਆ। ਮੀਂਹ ਕੋਈ ਮਤਲਬ ਪੈ ਨਹੀਂ ਰਿਹਾ ਉਵੇਂ, ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ। ਦਰਖਤ ਅਸੀਂ ਛੱਡੇ ਨਹੀਂ, ਦਰਖਤ ਪੰਜਾਬ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਨਹੀਂ ਗੇ। ਔਰ ਜਿਹੜੇ ਬੇਲੋੜੇ AC ਗੱਡੀਆਂ 'ਚ ਹੋਰ, ਉਹਨਾਂ ਨੇ ਹੋਰ ਵੀ ਹੁਮਸ ਵੱਧ ਪੈਦਾ ਕਰਤਾ। ਗਰਮੀ ਦਾ ਤਾਂ ਬਹੁਤ। ਤੇ ਨਵਕੀਰਨ, ਆਮ ਜਦ ਗੱਲ ਹੁੰਦੀ ਆ, ਪਿੰਡ 'ਚ ਰਹਿੰਦੇ ਹੋ ਤੁਸੀਂ, ਖੇਤੀ ਕਰਦੇ ਹੋ, ਫਿਰ ਕਦ ਤੱਕ ਉਡੀਕਣਗੇ ਬਈ ਜਦ ਪਾਣੀ ਜਮਾ ਹੀ ਮੁੱਕ ਗਿਆ, ਜਦ ਝੋਨਾ ਲਾਉਣੋਂ ਹਟਣਗੇ? ਉਹ ਸਰਦਾਰਾ ਸਿੰਘ ਜੌਹਲ ਦੀ ਗੱਲ, ਉਹ ਕਹਿੰਦੇ ਕਿਹੜੀਆਂ ਫਸਲਾਂ ਬੀਜੀਏ? ਕਹਿੰਦਾ ਜਿਹੜਾ 10 ਸਾਲ ਨੂੰ ਬੀਜੋਗੇ ਜਦ ਪਾਣੀ ਮੁੱਕ ਗਿਆ, ਹੁਣ ਬੀਜ ਲਓ। ਉਸ ਬਾਰੇ ਬਿਲਕੁਲ ਗੱਲ ਨਹੀਂ ਹੁੰਦੀ ਜੀ, ਪਾਣੀ ਬਾਰੇ ਕਦੇ ਸੋਚਦੇ ਨਹੀਂ। ਗਿੱਲ ਸਾਹਿਬ, ਜੇ ਮਾੜੀ ਮੋਟੀ ਗੱਲ ਚੱਲਦੀ ਆ ਪਿਛਲੇ ਦਿਨਾਂ 'ਚ ਗੱਲ ਚੱਲੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਝੋਨੇ ਦਾ ਰੇਟ 100 ਰੁਪਏ ਕੁਆਂਟਲ ਹੋਰ ਵਧਾਤਾ। ਚਲੋ ਜੀ, ਉਹ ਕਹਿੰਦੇ ਫਸਤਾ ਵੱਢੀਏ, ਹਰ ਰੋਜ਼ ਕਹਿੰਦੇ ਪੰਗਾ ਪੈਂਦਾ, ਨਵੇੜੀਏ ਦਈਏ, ਆਪੇ ਜਦ ਬਰਨੋਂ ਉਡੂ, ਰੇਤਾ ਉਡੂ, ਰਹਿੰਦੇ ਖੂੰਦੇ ਭੱਜ ਲੈਣਗੇ ਬਸ। ਬਿਲਕੁਲ ਠੀਕ ਆ, ਬਿਲਕੁਲ ਬਿਲਕੁਲ। ਬਾਕੀ ਫਸਲਾਂ ਦੇ ਉੱਤੇ MSP ਦੇ ਉੱਤੇ ਖਰੀਦ ਕਰਨ ਦੀ ਬਜਾਏ ਅੱਜ ਝੋਨੇ ਦਾ 100 ਰੁਪਏ ਹੋਰ ਵਧਾਤਾ। ਅਸਲ 'ਚ ਕੇਂਦਰ ਸਰਕਾਰ ਸਸਕੇਰ ਰਹੀ ਆ, ਉਹ ਚਾਹੁੰਦੇ ਨੇ। ਧੰਨਵਾਦ ਜੀ ਬਹੁਤ ਬਹੁਤ। ਤੇ ਕੱਲ ਸਵੇਰੇ ਫਿਰ ਸਾਂਝ ਪਵੇਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰ ਨਵਕੀਰਨ ਸਿੰਘ ਪੱਤੀ, ਜਿਹੜਾ ਮੈਨੂੰ ਇਸ ਗੱਲ ਦਾ ਬਹੁਤ ਵਧੀਆ ਮਾਣ ਲੱਗਦਾ ਹੈ, ਤੇ ਜਦ ਵੀ ਜਿੱਥੇ ਵੀ ਮਿਲਦੇ ਹੋ ਸਾਡੀ ਇਸ ਵਾਰਤਾ ਨੂੰ ਬਹੁਤ ਪਸੰਦ ਕਰਦੇ ਹੋ, ਖਾਸ ਤੌਰ 'ਤੇ ਬੇਬਾਕੀ ਸਰ ਨਵਕੀਰਨ ਸਿੰਘ ਪੱਤੀ ਦੀ। ਉਹ ਨਹੀਂ ਵੀ ਸਰਕਾਰਾਂ ਬਣ ਗਈਆਂ ਉੱਧਰ ਨੂੰ ਝੁਕ ਜਾਓ, ਜਾਂ ਸਰਕਾਰਾਂ ਤੋਂ ਬਾਹਰ ਹਰ ਰੋਜ਼
ਤਵੇ ਲਾਈ ਚਲੋ, ਜਿੱਦਣ ਬੁਰਕੀ ਪੈ ਗਈ ਤਾਂ ਬਸ ਫਿਰ ਗਰਮੀ ਜਿਹੜੀ ਹੈ ਉਹ ਸਿਰ ਤੇ ਮੂੰਹ ਤੇ ਪਤਾ ਨਹੀਂ ਲੱਗਦਾ ਵੀ ਕਿੱਥੇ ਆਈ ਹੋਈ ਹੈ। ਸੋ ਇਸ ਤਰ੍ਹਾਂ ਹੀ ਚਾਹੀਦੀ ਹੈ ਪੱਤਰਕਾਰੀ, ਉੱਥੇ ਬਹਿ ਕੇ ਗੱਲ ਸੱਚੀ ਕਰਨੀ ਬਹੁਤ ਯੁਰਕੇ ਦੀ ਗੱਲ ਹੈ। ਸਰਦਾਰ ਨਵਕਿਰਨ ਸਿੰਘ ਪੱਤੀ, ਮੈਂ ਪਿੰਡ ਜਾ ਕੇ ਆਇਆ, ਸਾਦਗੀ ਨਾਲ ਰਹਿਣ ਵਾਲੇ ਮਿਹਨਤਕਸ਼ ਪਰਿਵਾਰ ਦੇ ਵਿੱਚੋਂ ਕਰਕੇ ਖਾਣ ਵਾਲੇ ਇਹ ਪਰਿਵਾਰ ਤੇ ਪੜ੍ਹਿਆ ਲਿਖਿਆ ਪਰਿਵਾਰ ਆ, ਪਰ ਯੁਰਕਾ ਜ਼ਰੂਰ ਚਾਹੀਦਾ। ਕਾਹਦੀ ਪੱਤਰਕਾਰੀ ਹੈ ਜੇ ਸੱਚੇ ਉਹਦੇ ਚੋਂ ਗਏ। ਹਾਲੈਂਡ ਪਾਰਕ ਦੇ ਵਿੱਚ ਸਾਊਥ ਏਸ਼ੀਅਨ ਮੇਲਾ ਜੀ 11 ਜੂਨ ਨੂੰ ਲੱਗ ਰਿਹਾ। 5X ਬਲਾਕ ਪਾਰਟੀ ਕਹਿੰਦੇ ਨੇ ਇੱਥੇ ਵਾਲੇ, ਰੀਓਪਨਿੰਗ ਸੈਲੀਬ੍ਰੇਸ਼ਨ ਹਾਲੈਂਡ ਪਾਰਕ 'ਚ ਜੂਨ 11 ਨੂੰ। ਜਲੇਬੀ ਬੇਬੀ ਸੈਂਸੇਸ਼ਨ ਟੈਸ਼ਰ ਵੀ ਇਹਦੇ 'ਤੇ ਹੋਣਾ ਅਤੇ 10 ਤੋਂ 6 ਵਜੇ ਤੱਕ ਬਿਗੇਸਟ ਸਾਊਥ ਏਸ਼ੀਅਨ ਯੂਥ ਇਵੈਂਟ ਹੈ ਕੈਨੇਡਾ ਦਾ 5X ਬਲਾਕ ਪਾਰਟੀ ਜੈਸਮਿਨ ਸੈਂਡਲਸ ਦੇ ਨਾਲ। ਅਤੇ ਫ੍ਰੀ ਰੀਓਪਨਿੰਗ ਸੈਲੀਬ੍ਰੇਸ਼ਨ 6 ਤੋਂ 9 ਵਜੇ ਤੱਕ। ਅਤੇ ਇਹ ਬਹੁਤ ਵੱਡਾ ਏਸ਼ੀਅਨ ਮੈਗਾ ਇਵੈਂਟ ਹੈ। 5xfest.com 'ਤੇ ਜਾਣਕਾਰੀ ਲੈ ਸਕਦੇ ਹੋ। ਮਰਸੀਡੀਜ਼ ਬੈਂਜ ਰਿਚਮੰਡ ਦੇ ਵਿੱਚ ਇਹਨਾਂ ਕੋਲ ਗੱਡੀਆਂ GLS, GLC, GLE, S ਕਲਾਸ, SL ਹਰ ਕਿਸਮ ਦੀਆਂ ਕਾਰਾਂ। 604 774 9604 ਮਰਸੀਡੀਜ਼ ਬੈਂਜ ਸ਼ੇਰੇ ਪੰਜਾਬ ਦਾ ਦਿਓ ਹਵਾਲਾ, ਅਤੇ ਗੱਡੀਆਂ ਹੋਰ ਸਸਤੀਆਂ ਮਿਲਣਗੀਆਂ। ਮਰਸੀਡੀਜ਼ ਬੈਂਜ। ਸਿੱਧੂ ਮੂਸੇਵਾਲੇ ਦਾ ਭੋਗ ਮੁੰਡੇ ਦਾ ਪੈ ਗਿਆ। ਕੈਨੇਡਾ ਦੇ ਕਨੈਕਸ਼ਨ, ਸੰਦੀਪ ਨੰਗਲ ਅੰਬੀਆਂ ਦੇ ਕਤਲ ਲਈ ਕਨੈਕਸ਼ਨ, ਸਿੱਧੂ ਮੂਸੇਵਾਲੇ ਦੇ ਕਤਲ 'ਚ ਕਨੈਕਸ਼ਨ, ਇਹ ਇਸ ਦੇਸ਼ ਦਾ ਅਤੇ ਸਾਡੇ ਭਾਈਚਾਰੇ ਦਾ ਨਾਂ ਜਿਹੜਾ ਇਹਦੇ ਨਾਲ ਬਦਨਾਮ ਹੋਣਾ। ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਪੰਜਾਬ ਦੀ ਪੁਲਿਸ ਨੇ ਅਨਾਊਂਸਮੈਂਟ ਕਰਨੀ ਹੈ ਇੱਥੇ ਦੇ ਲਈ। ਅਤੇ ਬਹੁਤ ਤੇਜ਼ੀ ਨਾਲ ਘਟਨਾਵਾਂ ਜਿਹੜੀਆਂ ਸਿੱਧੂ ਦੇ ਜ਼ਿੰਦਗੀ 'ਚ ਹੋਈਆਂ। ਇਸ ਤਰ੍ਹਾਂ ਹੀ ਦੀਪ ਸਿੱਧੂ ਦਾ ਹੋਇਆ। ਜਿਸ ਦਿਨ ਦੀਪ ਸਿੱਧੂ ਨੇ ਇੱਕ ਬੰਨੇ ਝਾੜੂ ਅਤੇ ਇੱਕ ਦਿਨ ਸ੍ਰੀ ਸਾਹਿਬ ਫੜ ਕੇ ਫੋਟੋ ਖਿਚਾਈ, ਦਿੱਲੀ ਗਿਆ, ਮੁੜਿਆ ਨਹੀਂ। ਆਉਣ ਵਾਲੀ ਵੱਡੀ ਰੈਲੀ ਹੋਣੀ ਸੀ, ਸਰਦਾਰ ਮਾਨ ਦੀ ਜਿੱਤ ਯਕੀਨੀ ਸੀ। ਇਸੇ ਤਰ੍ਹਾਂ ਹੀ ਸਿੱਧੂ ਨੇ ਕਹਿ ਕੇ ਕਹਿਦਾ ਬਾਪੂ ਕਦ ਆਉਣਾ ਆ ਜਾ ਪਿੰਡ ਨੂੰ। ਅਤੇ ਸੰਗਰੂਰ ਦੀ ਇਲੈਕਸ਼ਨ 'ਚ ਜੇ ਸਿੱਧੂ ਮੂਸੇਵਾਲਾ ਨਾਲ ਤੁਰਦਾ, ਸੰਗਰੂਰ ਦੀ ਇਲੈਕਸ਼ਨ 'ਤੇ ਸਰਦਾਰ ਮਾਨ ਦੀ ਜਿੱਤ ਯਕੀਨੀ ਸੀ ਅਤੇ ਉਹਨਾਂ ਦੀ ਵਿਚਾਰਧਾਰਾ ਦੀ ਜਿੱਤ। ਹਾਂ, ਉਸ ਜਿੱਤਣ ਤੋਂ ਬਾਅਦ ਸ੍ਰੀ ਸਾਹਿਬ ਦੇ ਨਾਲ ਜਾਂ ਉਸ ਤੋਂ ਬਿਨਾਂ ਸਹੁੰ ਚੱਕਣ ਦੀ ਗੱਲ ਜਿਹੜੀ ਉਹ ਉਹਨਾਂ ਦੇ ਅਕੀਦੇ 'ਤੇ ਕਿਵੇਂ ਆਉਣੀ ਸੀ ਉਹ ਸਮਾਂ ਦੱਸਣਾ ਸੀ। ਪਰ ਜਿਹੜੀ ਇੱਕ ਗੱਲ ਉਹਨਾਂ ਨੂੰ ਢਾਹ ਲਾਈ ਜਾਂਦੀ ਹੈ, ਇੱਥੇ ਵੀ ਲਾਈ ਜਾਂਦੀ ਹੈ, ਅਕਸਰ ਰੇਡੀਓ ਸ਼ੋਆਂ 'ਤੇ ਵੀ ਲੱਗਦਾ 5000 ਵੋਟ ਪੈਂਦੀ ਹੈ ਭਾਈ ਸਾਹਿਬ ਉੱਥੇ ਰਹਿਣ ਵਾਲੇ ਬੰਦਿਆਂ ਦੇ। ਅਤੇ ਖ਼ਾਸ ਤੌਰ 'ਤੇ ਉਹਨਾਂ ਦੀ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹਨੂੰ ਠਿੱਬੀ ਲਾਉਣ ਲਈ ਫਿਰ ਬਹੁਤ ਇਹ ਇੱਕ ਗੱਲ ਵਰਤਾਈ ਜਾਂਦੀ ਹੈ ਕਿ ਦੇਖ ਲਓ ਕਿੰਨੀਆਂ ਵੋਟਾਂ ਦੇ ਨਾਲ ਕੱਦ ਮਿਣਿਆ ਜਾਂਦਾ ਹੈ। ਅਤੇ ਉਹ ਇਸ ਨੂੰ ਹੁਣ ਇਹ ਵਜ਼ਾਰਤ ਰਹਿਣੀ ਆ, ਲੱਭ ਨਹੀਂ ਹੋਣੀਆਂ। ਸ਼ੂਟਰ ਲੱਭ ਗਏ, ਸ਼ੂਟਰਾਂ ਨੇ ਗਾਹਾਂ ਸਪਾਰੀ ਦੀ ਗੱਲ ਇਹਨੂੰ ਗੈਂਗਿਜ਼ਮ ਦੇ ਵਿੱਚ ਉਹਦੇ ਘੱਟੇ ਪਾ ਦੇਣਾ। ਅੱਗੇ ਨਹੀਂ ਇਹ ਕਿਸੇ ਪਾਸੇ ਜਾਣੀ, ਪਰ ਕਹਾਣੀ ਕਿਤੇ ਹੋਰ ਹੈ। ਉਹਦੇ ਗੀਤਾਂ ਦੇ ਨਾਲ ਸਾਡਾ ਸਹਿਮਤ ਹੋਣਾ ਨਹੀਂ ਹੋਣਾ ਗੱਲ ਅਲੱਗ ਹੈ। ਵੀ ਪੰਜਾਬ ਦਾ ਇੱਕ ਪੁੱਤ ਮਰਿਆ, ਉਹਦੇ ਲਈ ਅਸੀਂ ਉਸ ਤਰ੍ਹਾਂ ਹੀ ਸੋਚਦੇ ਹਾਂ ਜੇ ਕਿਸੇ ਵੀ ਪੰਜਾਬ ਦੇ ਨਾਲ ਧਿੰਗੋਜ਼ੋਰੀ ਹੁੰਦੀ ਹੈ ਧਰਮ ਤੋਂ ਉੱਪਰ ਉੱਠ ਕੇ। ਇਸ ਤਰ੍ਹਾਂ ਨਹੀਂ ਹੋ ਸਕਦਾ। ਅਤੇ ਉਹਨੂੰ ਇੱਕ ਮਾਣ ਜਾਂਦਾ ਹੈ ਕਿ ਨਾ ਤਾਂ ਉਹਨੇ ਚੁੰਨੀ ਸਿਰੋਂ ਲਹਾਈ ਕਿਸੇ ਦੀ ਅਤੇ ਨਾ ਹੀ ਉਹਨੇ ਨਸ਼ੇ ਦੀ ਗੱਲ ਕੀਤੀ। ਇਹ ਉਹਦੀ ਗੱਲ ਜਿਹੜੀ, ਹਾਂ ਉਹਨੇ ਇਹਦੇ 'ਚ ਸਥਾਪਿਤ ਹੋਣ ਲਈ ਹਥਿਆਰਾਂ ਦੀ ਗੱਲ ਜਿਉਂ ਤੋਰੀ, ਉਸ ਦੀ ਇਸ ਗੱਲ ਲਈ ਕਚੀਰਾ ਵੀ ਹੁੰਦਾ ਰਿਹਾ। ਪਰ ਆਉਣ ਵਾਲੇ ਕਹਿੰਦੇ ਖਾਸ ਅੱਜ ਗੱਲਬਾਤ ਕਿਸੇ ਨੇ ਉੱਥੇ ਦੱਸੀ ਵੀ 5 ਸਾਲ ਉਹਦੇ ਗੀਤ ਆਉਂਦੇ ਰਹਿਣਗੇ ਨਵੇਂ ਜਿਹੜੇ ਅਨਰਿਲੀਜ਼ਡ ਪਏ ਨੇ। ਅਤੇ 5 ਸਾਲ ਜਿਹੜੇ ਗਾਇਕਾਂ ਦੇ ਉਹਦੇ ਨਾਲ ਸਾੜਾ ਹੈ। ਅਤੇ 5 ਸਾਲ ਦਾ ਸਮਾਂ ਬਹੁਤ ਹੈ, ਜਾਂ ਉਹਨੂੰ ਸੂਰਜ ਛਿਪ ਜਾਣਾ। ਪਰ ਉਹ ਕੁਛ ਨਹੀਂ ਹੋਣਾ ਜਿਹਦੇ ਲਈ, ਹਾਂ ਉਹਦੇ ਖਾੜਿਆਂ ਦੀ ਗੱਲ ਜਿਹੜੀ ਹੈ ਉਹ ਨਹੀਂ ਬਦਲ ਹੋਣੀ, ਪਰ ਖਾੜਿਆਂ ਨਾਲ ਉਸਦੇ ਗੀਤਾਂ ਦਾ 250-250 ਮਿਲੀਅਨ ਦਾ ਦੇਖ ਜਾਣਾ ਅਤੇ ਬਾਹਰਲੀ ਹੋਰ ਇੰਡਸਟਰੀ ਦੇ ਬਰਾਬਰ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਰਕੇ ਰੱਖਣਾ ਬਹੁਤ ਵੱਡੀ ਗੱਲ ਹੈ। ਡਰੇਕ ਵਰਗੇ ਬੰਦੇ, ਗਾਇਕ ਦਾ, ਰੈਪਰ ਦਾ, ਸਿੱਧੂ ਮੂਸੇਵਾਲੇ ਨੂੰ ਫੋਲੋ ਕਰਨਾ ਬਹੁਤ ਵੱਡੀ ਗੱਲ ਹੈ। ਮਸਲੇ ਬਹੁਤ ਵਿਚਾਰਨ ਵਾਲੇ ਨੇ। ਪਿਛਲਾ ਇੱਕ ਹਫ਼ਤਾ ਆਪਾਂ ਘੱਲੂ ਘਾਰੇ ਦੇ ਸੰਬੰਧੀ ਗੱਲ ਕਰਦੇ ਰਹੇ ਹਾਂ। ਕੱਲ੍ਹ ਤੋਂ
ਆਪਾਂ ਕਈ ਵਿਸ਼ੇ ਨੇ ਕੱਲ੍ਹ ਤੇ ਪਰਸੋਂ ਸੋਮਵਾਰ। ਹੁਣ ਜਿਹੜਾ ਮੈਂ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਉਹ ਇਹ ਹੈ ਕਿ ਸਾਡੇ ਪੰਜਾਬ ਦੇ ਵਿਦਿਆਰਥੀਆਂ ਨੂੰ, ਕਾਰਨ ਮੈਂ ਇਹ ਦੱਸਾਂ ਵੀ ਨੌਕਰੀ ਤਾਂ 1988-99 ਦੀ ਜੇ ਮੈਂ ਗੱਲ ਕਰਾਂ, ਅੱਜ ਤੋਂ 34 ਵਰ੍ਹੇ ਪਹਿਲਾਂ, ਜਦ ਨੌਕਰੀਆਂ ਹੈ ਨਹੀਂ ਸੀ, ਕਰ ਕਰਕੇ ਪੜ੍ਹਾਈਆਂ ਤੇ ਅਸੀਂ ਪਰਦੇਸੀ ਹੋਏ, ਜਿਉਂ ਉਸ ਲਾਈਨ ਜਿਹੜੀ ਗਾਂਹ ਤੋਂ ਗਾਂਹ ਚੱਲ ਰਹੀ ਹੈ। ਤੇ ਹੁਣ ਕੀ ਹੋ ਰਿਹਾ ਹੈ, ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਅਪਲਾਈ ਕਰਦੇ ਆ, ਉਹਦੇ ਬਾਅਦ ਐਡਮਿਸ਼ਨ ਹੁੰਦੀ ਹੈ, ਫਿਰ ਇੱਥੇ ਆਉਂਦੇ ਆ। ਇੱਥੇ ਆਉਣ ਤੋਂ ਬਾਅਦ ਬਹੁਤ ਲੰਮਾ ਸਫ਼ਰ ਹੈ, 5-7 ਸਾਲ ਮਿਹਨਤ ਬਹੁਤ ਹੈ, ਲੱਖਾਂ ਹੀ ਰੁਪਈਆਂ ਦਾ ਖਰਚਾ ਹੈ, ਮਾਪਿਆਂ ਕੋਲ ਪੈਸਾ ਹੈ ਨਹੀਂ, ਪਤਾ ਨਹੀਂ ਕਿੱਥੋਂ ਫੜ ਕੇ ਤੇ ਕਿੱਥੋਂ ਤੜਕੇ ਤੇ ਕੁਛ ਕਰਦੇ ਆ। ਤੇ ਪਿਛਲੇ ਸਮੇਂ ਦੇ ਵਿੱਚ ਇੱਕ ਜਿਹੜਾ ਚੱਕਰ ਹੋਇਆ ਜਿਹਦੇ ਤੇ ਬਹੁਤ ਜਿਹੜਾ ਕੰਮ ਕੀਤਾ, ਦਾ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ ਨਵਜੋਤ ਉਹਨਾਂ ਨੇ ਵਿਦਿਆਰਥੀਆਂ ਨਾਲ ਗੱਲ ਕੀਤੀ ਜਦ ਮੌਂਟਰੀਅਲ ਦੇ 3 ਕਾਲਜ ਬੰਦ ਹੋ ਗਏ। ਚਲੋ ਜਿਹੜੇ ਤਾਂ ਜਵਾਕ ਇੱਥੇ ਆਏ ਸੀ ਉਹਨਾਂ ਦੀ ਤਾਂ ਐਡਮਿਸ਼ਨ ਇੱਧਰ ਉੱਧਰ ਕਿਤੇ ਹੋ ਗਈ। ਬਹੁਤ ਜਵਾਕ ਨੇ ਜਿਨ੍ਹਾਂ ਨੂੰ ਕੋਵਿਡ ਕਰਕੇ ਆਨਲਾਈਨ ਉਹਨਾਂ ਨੇ ਕੋਰਸ ਸ਼ੁਰੂ ਕਰਾਤੇ। ਹੁਣ ਆਨਲਾਈਨ ਕੋਰਸਿਸ ਤੋਂ ਬਾਅਦ ਕਾਲਜ ਬੰਦ ਹੋ ਗਏ। ਕਾਲਜ ਬੰਦ ਹੋਣ ਤੋਂ ਬਾਅਦ ਉਹ ਜਵਾਕ ਨਾ ਉੱਧਰ ਦੇ ਨਾ ਇੱਧਰ ਨੇ, ਤੇ ਘਰ ਦੇ ਵਿੱਚੋਂ ਵੀ ਪੈਸਾ ਧੇਲਾ ਜਿਹੜਾ ਬਹੁਤ ਲੱਗ ਚੁੱਕਿਆ। ਸੋ ਪੰਜਾਬ ਤੋਂ ਮੇਰੇ ਨਾਲ 2 ਵਿਦਿਆਰਥੀ ਨੇ, ਮਨੀ ਰਾਏ ਤੇ ਨਿਸ਼ਾ। ਦੋਨਾਂ ਨਾਲ ਮੈਂ ਗੱਲਬਾਤ ਕਰਾਂਗਾ। ਸ਼ੁਰੂਆਤ ਪਹਿਲਾਂ ਨਿਸ਼ਾ ਨਾਲ ਕਰਦੇ ਹਾਂ ਤੇ ਫਿਰ ਮਨੀ ਰਾਏ ਨਾਲ ਵੀ ਗੱਲ ਕਰਾਂਗੇ। ਇਹਨੂੰ ਰਿਕਾਰਡ ਕਰਕੇ ਫਿਰ ਅਸੀਂ ਵੈਬਸਾਈਟ 'ਤੇ ਵੀ ਆਪਣੀ 'ਤੇ ਪਾਵਾਂਗੇ। ਨਿਸ਼ਾ, ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਟੂ ਗਿਵ ਮੀ ਦੀ ਓਪਰਚੁਨਿਟੀ। ਥੈਂਕ ਯੂ ਸੋ ਮਚ। ਧੰਨਵਾਦ ਨਿਸ਼ਾ। ਪਹਿਲਾਂ ਆਪਣੇ ਬਾਰੇ ਬੇਟਾ ਦੱਸਣਾ, ਪਹਿਲਾਂ ਤੁਸੀਂ ਕਿੱਥੇ ਰਹਿਣ ਵਾਲੇ ਹੋ ਤੇ ਇਹ ਕਾਹਦੇ ਇਸ ਪ੍ਰੋਸੈਸ ਦੇ ਵਿੱਚ ਪਏ ਜਦ ਅਪਲਾਈ ਕੀਤਾ ਮੌਂਟਰੀਅਲ 'ਚ, ਕਿਹੜੇ ਕਾਲਜ 'ਚ ਕੀਤਾ ਸੀ? ਹਾਂਜੀ, ਮੈਂ ਇੰਡੀਆ ਤੋਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ। ਮੋਗਾ ਡਿਸਟ੍ਰਿਕਟ ਦੇ ਨੀਅਰ ਬਾਈ ਟਾਊਨ ਹੈ ਮੇਰਾ, ਬਦਨੀ ਕਲਾਂ। ਉੱਥੋਂ ਮੈਂ ਆਪਣਾ ਮਈ 2020 ਦੇ ਵਿੱਚ ਅਪਲਾਈ ਕੀਤਾ ਸੀ ਕਿਊਬਿਕ ਦੇ ਐਮ ਕਾਲਜ ਦੇ ਵਿੱਚ। ਤੇ ਉਹ ਤੋਂ ਕੋਵਿਡ ਦੇ ਕਰਕੇ ਕੀ ਹੈ ਸੀ ਕਿ ਜਿਹੜਾ ਸਰਟੀਫਿਕੇਟ ਮੇਨ ਹੁੰਦਾ ਕਿਊਬਿਕ ਗਵਰਨਮੈਂਟ ਤੋਂ, ਉਹ ਉਹਨਾਂ ਨੇ ਡਿਲੇ ਕਰਤਾ, ਜਿਹਦੇ ਕਰਕੇ ਕੀ ਹੈ ਮੈਨੂੰ ਆਪਦਾ ਕੇਸ ਆ ਉਹ ਰੈਫਰ ਕਰਨਾ ਪਿਆ ਮਈ ਤੋਂ ਸਤੰਬਰ ਇਨਟੇਕ ਦੇ ਵਿੱਚ। ਫਿਰ ਕੋਵਿਡ ਦੇ ਕਰਕੇ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਨਵੀਂ 2 ਵੇ ਪ੍ਰੋਸੈਸ ਸਟਾਰਟ ਕੀਤੀ, ਜਿਹਦੇ ਅੰਡਰ ਉਹਨਾਂ ਨੇ ਮੈਨੂੰ 3 ਸਤੰਬਰ 2020 ਨੂੰ ਅਪਰੂਵਲ ਇਨ ਪ੍ਰਿੰਸੀਪਲ ਦਿੱਤੀ, ਜਿਹਦਾ ਮਤਲਬ ਸਾਫ਼ ਇਹ ਸੀ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਮੈਨੂੰ ਇਹ ਕਹਿ ਰਹੀ ਸੀ ਕਿ ਉਹਨਾਂ ਨੇ ਮੇਰੀ ਜਿਹੜੀ ਸਟੱਡੀ ਆ, ਮੇਰੀ ਐਜੂਕੇਸ਼ਨਲ ਬੈਕਗਰਾਊਂਡ ਆ, ਉਹਨੂੰ ਬਹੁਤ ਚੰਗੀ ਤਰ੍ਹਾਂ ਨਾਲ ਕੀ ਹੈ ਘੋਖਿਆ ਹੈ, ਪਰਖਿਆ ਹੈ ਤੇ ਮੈਂ ਐਲੀਜੀਬਲ ਆ ਕੈਨੇਡਾ ਦੇ ਵਿੱਚ ਸਟੱਡੀ ਕਰਨ ਦੇ ਲਈ। ਜਸਟ ਹਜੇ ਟਰੈਵਲ ਰਿਸਟ੍ਰਿਕਸ਼ਨਸ ਨੇ, ਤਾਂ ਕਰਕੇ ਕੀ ਆ ਮੈਂ ਇੰਡੀਆ ਤੋਂ ਹੀ ਮੈਨੂੰ ਸਟੱਡੀ ਆ ਜਿਹੜੀ ਆ ਉਹ ਕਰਨੀ ਪਊਗੀ ਜਿੰਨਾ ਟਾਈਮ ਕੀ ਆ ਕੋਵਿਡ ਦੀ ਇਹ ਪ੍ਰੋਬਲਮ ਆ। ਜਦੋਂ ਟਰੈਵਲ ਰਿਸਟ੍ਰਿਕਸ਼ਨਸ ਰਿਮੂਵ ਹੋ ਜਾਣਗੀਆਂ ਤਾਂ ਮੇਰਾ ਮੈਡੀਕਲ ਤੇ ਬਾਇਓਮੈਟ੍ਰਿਕ ਚੈੱਕ ਕਰਕੇ ਉਹ ਮੈਨੂੰ ਫਾਈਨਲ ਡਿਸੀਜਨ ਦੇ ਦੇਣਗੇ, ਬਟ ਮੈਂ ਸਟੱਡੀ ਕਰਨ ਦੇ ਲਈ ਐਲੀਜੀਬਲ ਆ। ਦੈਟਸ ਵਾਈ ਮੈਂ ਨਵੰਬਰ 3 ਤੋਂ ਇੰਡੀਆ ਤੋਂ 2020 ਤੋਂ ਆਨਲਾਈਨ ਕਲਾਸਿਸ ਸਟਾਰਟ ਕੀਤੀਆਂ। 14 ਅਗਸਤ 2021 ਤੱਕ 10 ਮੰਥ ਮੈਂ ਆਨਲਾਈਨ ਜਿਹੜੀ ਸਟੱਡੀ ਆ ਉਹ ਕੀਤੀ, ਜਿਹਦੇ ਵਿੱਚ ਮੈਂ ਇੰਡੀਅਨ ਟਾਈਮ ਅਕੋਰਡਿੰਗ 3 ਵਜੇ ਦੁਪਹਿਰੇ ਪੜ੍ਹਨ ਬੈਠਦੀ ਸੀ ਤੇ ਇੰਡੀਅਨ ਟਾਈਮ ਅਕੋਰਡਿੰਗ ਸੁਬਾਹ ਦੇ 2 ਵਜੇ ਤੱਕ ਮੇਰੀ ਕਲਾਸ ਹੁੰਦੀ ਸੀ। ਅਰਲੀ ਚਾਈਲਡਹੁੱਡ ਐਜੂਕੇਸ਼ਨ ਫਾਸਟ ਟਰੈਕ ਦੇ ਵਿੱਚ ਮੇਰਾ ਕੋਰਸ ਸੀ। 99% ਮੇਰੇ ਹਰ ਕੋਰਸ ਦੇ ਵਿੱਚੋਂ ਸੀ। ਪਹਿਲਾਂ ਤਾਂ ਕੈਨੇਡਾ ਦੀ ਇਮੀਗ੍ਰੇਸ਼ਨ ਤੋਂ ਕਿਸੇ ਵੀ ਬੱਚੇ ਨੂੰ ਰਿਜ਼ਲਟ ਦਿੰਦੀ ਹੈ ਤਾਂ 45 ਡੇਜ਼ ਦਾ ਟਾਈਮ ਪੀਰੀਅਡ ਹੁੰਦਾ ਹੈ, ਬਟ ਮੈਨੂੰ 10 ਮੰਥ ਬਾਅਦ ਕੀ ਡਿਸੀਜਨ ਦਿੱਤਾ ਗਿਆ। ਉਹਦੇ ਪਿੱਛੇ ਕਾਰਨ ਕੀ ਸੀ ਕਿ ਕਾਲਜ ਆ ਉਹ ਕਿਊਬਿਕ ਦੀ ਗਵਰਨਮੈਂਟ ਨੇ ਅੰਡਰ ਇਨਵੈਸਟੀਗੇਸ਼ਨ ਕਰ ਦਿੱਤੇ। ਕੈਨੇਡਾ ਦੀ ਐਮਬੈਸੀ ਨੇ ਇਹਨਾਂ ਕਾਲਜਸ ਦੇ ਰਿਜ਼ਲਟ ਆ ਜਿਹੜੇ ਉਹ ਕੀ ਆ ਹੋਲਡ ਦੇ ਉੱਪਰ ਪਾ ਦਿੱਤੇ। ਬਾਕੀ ਹਰ ਬੱਚੇ ਨੂੰ ਡਿਸੀਜਨ ਮਿਲ ਰਿਹਾ। ਮੇਰੇ ਨਾਲ ਉਸ ਵੇਲੇ ਨੀਅਰ ਅਬਾਊਟ 999 ਸਟੂਡੈਂਟ ਸੀ ਜਿਹੜੇ ਡਿਸੀਜਨ ਦੀ ਵੇਟ ਕਰ ਰਹੇ ਸੀ। ਅੱਜ ਵੀ 308 ਸਟੂਡੈਂਟ ਸਟਿਲ ਵੇਟ ਕਰ ਰਹੇ ਆ ਡਿਸੀਜਨ ਦੀ। ਕੋਈ ਡਿਸੀਜਨ ਉਹਨਾਂ ਦੀਆਂ ਫਾਈਲਾਂ ਤੇ ਹਜੇ ਤੱਕ ਨਹੀਂ ਆਇਆ। ਚਲੋ ਮੈਨੂੰ 14 ਅਗਸਤ 2021 ਨੂੰ ਰਿਜੈਕਸ਼ਨ ਦੇ ਦਿੱਤੀ ਗਈ। ਮੈਂ 3 ਸਾਲ ਪਹਿਲਾਂ ਅੱਜ ਤੋਂ ਫੀਸ ਭਰੀ $14,852। ਸਾਫ਼ ਜਦੋਂ ਮੈਂ ਅਪਲਾਈ ਕੀਤਾ ਸਾਫ਼ ਸੀ ਕਿ ਮੈਨੂੰ ਕੈਨੇਡਾ ਦੀ ਐਮਬੈਸੀ ਨੇ ਕਿਹਾ ਸੀ ਕਿ ਇਹ ਕਾਲਜ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਆ, ਸੇਫ ਆ ਮੇਰਾ ਇੱਥੇ ਅਮਾਊਂਟ। ਤੇ ਕਾਲਜ ਨੇ ਵੀ ਕਿਹਾ ਸੀ ਵੀ ਜੇ ਰਿਜੈਕਸ਼ਨ ਆਉਂਦੀ ਹੈ ਇਨ ਐਨੀ ਕੇਸ ਉਹ ਮੇਰਾ ਫੁੱਲ ਰਿਫੰਡ ਮੈਨੂੰ ਵਾਪਿਸ ਕਰਨਗੇ। ਮੈਂ ਰਿਫੰਡ ਦਾ ਪ੍ਰੋਸੈਸ ਸਟਾਰਟ ਕੀਤਾ, ਪਰ ਨਾਲ ਹੀ ਮੈਂ ਕੈਨੇਡਾ ਦੀ ਐਮਬੈਸੀ ਨੂੰ ਸਵਾਲ ਪਾਇਆ, ਇੱਕ ਵੈਬ ਫਾਰਮ ਭਰਿਆ ਕਿ ਤੁਸੀਂ ਮੈਨੂੰ ਹੁਣ ਕਿਹੜੇ ਬੇਸ ਉੱਪਰ ਰਿਜੈਕਸ਼ਨ ਦੇ ਰਹੇ ਹੋ।
ਰਿਜੈਕਸ਼ਨ ਦਾ ਆਧਾਰ ਹੀ ਗਲਤ ਸੀ। ਉਹਨਾਂ ਨੇ ਹੁਣ ਕਿਹਾ ਕਿ ਅੱਜ ਵੀਜ਼ਾ ਆਫਿਸਰ ਨੂੰ 10 ਮਹੀਨਿਆਂ ਬਾਅਦ ਲੱਗਦਾ, ਪੂਰੇ 10 ਮੰਥ ਦੇ ਬਾਅਦ, ਕਿ ਹਾਂ ਹੁਣ ਇਹਦਾ ਕੋਰਸ ਰੈਲੇਵੈਂਟ ਨਹੀਂ, ਪਰ 10 ਮੰਥ ਪਹਿਲਾਂ ਮੈਨੂੰ ਸਾਫ਼ ਕਹਿ ਰਿਹਾ ਕਿ ਤੇਰੀ ਸਟੱਡੀ ਰੈਲੇਵੈਂਟ ਆ। ਤਾਂ ਉੱਥੇ ਮੈਂ ਕੈਨੇਡਾ ਦੀ ਕੋਰਟ ਦੇ ਵਿੱਚ ਫਾਈਟ ਕੀਤਾ, ਆਪਣੀ ਕਿਊਬਿਕ ਦੀ ਕੋਰਟ ਦੇ ਵਿੱਚ ਡੇਵਿਡ ਕੋਲਰੀ ਕੇਸ ਜਿਹੜੇ ਆ ਸਾਡਾ ਆਨਰੇਬਲ ਜੱਜ ਦੇਖ ਰਹੇ ਸੀ, ਉੱਥੇ ਮੈਂ ਸਾਬਿਤ ਕੀਤਾ, ਮੈਂ ਕਹਿੰਦੀ ਜਿਹੜੀ ਲਾਇਰ ਟੀਮ ਆ ਉਹਨਾਂ ਨਾਲ ਮਿਲ ਕੇ, ਕਿ ਨਿਸ਼ਾ ਦੇ ਨਾਲ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਡਿਸਕ੍ਰਿਮੀਨੇਸ਼ਨ ਕੀਤੀ ਆ। ਪਰ ਅਫਸੋਸ ਦੀ ਗੱਲ ਇਹ ਕਿ ਜੱਜ ਸਾਹਿਬ ਨੇ ਮੈਨੂੰ ਇਨਸਾਫ ਦੇਣ ਦੀ ਬਜਾਏ ਮੈਨੂੰ ਤੇ ਹੋਰ ਬੱਚਿਆਂ ਨੂੰ, ਮੇਰੇ ਨਾਲ 501 ਸਟੂਡੈਂਟ ਹੋਰ ਨੇ ਜਿਹੜੇ ਅੱਜ ਰਿਫੰਡ ਦੀ ਵੇਟ ਕਰਦੇ ਪਏ ਆ। ਕਾਲਜ ਬੈਂਕਰਪਸੀ ਡਿਕਲੇਅਰ ਕਰ ਚੁੱਕਿਆ ਹੈ। ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਹਨਾਂ ਬੱਚਿਆਂ ਨੂੰ ਪੈਸੇ ਆ ਜਿਹੜੇ ਉਹ ਨਹੀਂ ਆਉਣੇ ਕਿਸੇ ਵੀ ਹਾਲਤ ਵਿੱਚ। ਜੇ ਤੁਸੀਂ ਪੈਸੇ ਲੈਣੇ ਆ ਦੁਬਾਰਾ ਫਿਰ ਇਹ ਕਾਲਜ ਦੇ ਵਿੱਚ ਤੁਸੀਂ ਰੀਅਪਲਾਈ ਕਰੋ। ਹਾਲਾਂਕਿ ਪਹਿਲਾਂ 3 ਸਾਲ ਸਫਰ ਕਰ ਚੁੱਕੇ ਹਾਂ ਅਸੀਂ, ਹੁਣ ਫਿਰ ਦੁਬਾਰਾ ਤੁਸੀਂ ਰੀਅਪਲਾਈ ਕਰੋ। ਵੀਜ਼ਾ ਆ ਗਿਆ ਤਾਂ ਗੁੱਡ, ਆ ਜਿਓ, ਉਹਦਾ ਕੋਈ ਟਾਈਮ ਪੀਰੀਅਡ ਨਹੀਂ, ਕਿਉਂਕਿ ਕੈਨੇਡਾ ਦੀ ਐਮਬੈਸੀ ਵਿੱਚ ਬੈਕਲੌਗ ਪਿਆ ਹੈ, ਪਤਾ ਨਹੀਂ ਸਾਲ ਬਾਅਦ ਹਜੇ ਡਿਸੀਜਨ ਮਿਲੂ ਕਿ ਨਹੀਂ ਮਿਲੂ ਜੇ ਰੀਅਪਲਾਈ ਕਰਾਂਗੇ ਆਪਦੇ ਖਰਚੇ ਤੇ। ਪਲੱਸ ਜੇ ਸਾਲ ਭਰ ਹੋਰ ਏਦਾਂ ਸਫਰ ਕਰਦੇ ਆ, ਆਫਟਰ ਦੈਟ ਜੇ ਸਾਨੂੰ ਫਿਰ ਰਿਜੈਕਸ਼ਨ ਮਿਲਦੀ, ਦੈਨ ਦੇਰ ਇਜ਼ ਨੋ ਗਰੰਟੀ ਕਿ ਉਹ ਸਾਨੂੰ ਸਾਡਾ ਫਿਰ ਜਿਹੜਾ ਅਮਾਊਂਟ ਆ ਉਹ ਵਾਪਸ ਕਰਨਗੇ। ਇਟ ਮੀਨ ਕਿ ਸਾਲ ਇੱਕ ਹੋਰ ਖੱਜਲ ਖਵਾਰ ਹੋ ਕੇ ਆਓ, ਦੈਨ ਪਤਾ ਨਹੀਂ ਕਿ ਚਿੱਲਰ ਆ ਜਿਹੜੇ ਥੋੜੇ 10 ਲੱਖ ਤੁਸੀਂ ਭਰਿਆ ਸੀ ਉਹਦੇ ਵਿੱਚ ਤੁਹਾਨੂੰ ਮਿਲਣੇ ਆ ਤਾਂ ਨਹੀਂ ਮਿਲਣੇ। ਜਦੋਂ ਉੱਥੇ ਕੈਨੇਡਾ ਦੀ ਕੋਰਟ ਦੇ ਵਿੱਚ ਆਨਰੇਬਲ ਜੱਜ ਸਾਹਿਬ ਦੇ ਅੱਗੇ ਸਾਰੀ ਗੱਲ ਕਲੀਅਰ ਸੀ, ਉਹਨਾਂ ਦੇ ਕੋਲ ਇੱਕ ਬੱਚਿਆਂ ਦੀ ਹੈਲਪ ਕਰਨ ਦੇ ਲਈ ਇੱਕ ਮੌਕਾ ਸੀ ਕਿ ਉਹ ਜਿਹੜੀ ਕੈਨੇਡਾ ਦੀ ਫੈਡਰਲ ਗਵਰਨਮੈਂਟ ਆ ਉਹਨੂੰ ਕਹਿੰਦੇ ਕਿ ਤੁਸੀਂ ਇੱਥੇ ਕੀ ਆ ਇੱਕ ਸਟੇਟਮੈਂਟ ਪਾਸ ਕਰੋ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਆ ਜਿਹੜੀ ਉਹ ਇਹਨਾਂ ਬੱਚਿਆਂ ਨੂੰ ਵੀਜ਼ਾ ਦੇ ਦੇਵੇ। ਅਸੀਂ ਇਹ ਗੱਲ ਉੱਥੇ ਰੱਖੀ ਆ, ਤੁਸੀਂ ਸਾਡੇ ਪੈਸੇ ਨਹੀਂ ਮੋੜਨੇ, ਅਸੀਂ ਪੇਮੈਂਟ ਕੀਤੀ ਆ, ਤੁਸੀਂ ਸਾਨੂੰ ਕੀ ਆ ਐਜੂਕੇਸ਼ਨ ਦੀ ਓਪਰਚੁਨਿਟੀ ਦੇ ਦਿਓ। ਬਟ ਉੱਥੇ ਜੱਜ ਸਾਹਿਬ ਕਹਿੰਦੇ ਕਿ ਗਵਰਨਮੈਂਟ ਦਾ ਪਰਸਨਲ ਡਿਸੀਜ਼ਨ ਆ। ਫਿਰ ਇੱਥੇ ਕੈਨੇਡਾ ਦੀ ਧਰਤੀ ਜਿਹੜੀ ਕਿ ਹਿਊਮੈਨਿਟੀ ਦੇ ਲਈ, ਜਸਟਿਸ ਦੇ ਲਈ ਫੇਮਸ ਆ, ਤਾਂ ਫਿਰ ਇੱਥੇ ਤਾਂ ਜਸਟਿਸ ਹੈ ਹੀ ਨਹੀਂ, ਇੱਥੇ ਤਾਂ ਮਾਨਵਤਾ ਹੈ ਹੀ ਨਹੀਂ। ਮੈਂ ਉਹ ਸੀ ਜਿਹੜੀ ਡੇਲੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖਦੀ ਆ, ਡੇਲੀ ਫੈਡਰਲ ਗਵਰਨਮੈਂਟ ਨੂੰ ਲਿਖਦੀ ਆ, ਡੇਲੀ ਕਿਊਬਿਕ ਦੀ ਗਵਰਨਮੈਂਟ ਨੂੰ ਲਿਖਦੀ ਆ। ਤੇ ਇਹ ਸਾਰਾ ਕੁਝ ਮੈਂ ਕਿੰਨਾ ਟਾਈਮ ਪੀਰੀਅਡ ਤੋਂ ਕਰ ਰਹੀ ਆ? ਲਾਸਟ 3 ਇਅਰਸ ਤੋਂ ਕਰ ਰਹੀ ਆ। ਨਾ ਮੈਂ ਕਦੇ ਚੈਨ ਨਾਲ ਖਾ ਕੇ ਦੇਖਿਆ, ਨਾ ਮੈਂ ਸੋ ਕੇ ਦੇਖਿਆ। ਮੇਰੇ ਪਰਿਵਾਰ ਦੀ ਹਰ ਇੱਕ ਮੈਂਬਰ ਦੀਆਂ ਅੱਖਾਂ ਦੇ ਵਿੱਚ ਸਿਰਫ ਹੰਝੂ ਨੇ। ਕਿਉਂ? ਮੈਂ ਫੀਸ ਕਿਵੇਂ ਭਰੀ ਸੀ? ਮੇਰਾ ਘਰ ਗਿਰਵੀ ਆ, ਬੈਂਕ ਦੇ ਵਿੱਚੋਂ ਮੈंने ਲੋਨ ਲਿਆ, 50,000 ਰੁਪਇਆ ਪਰ ਮੰਥ ਮੈਂ ਭਰਦੀ ਹਾਂ। ਮੇਰੇ ਮੋਮ ਦੀ ਕੰਡੀਸ਼ਨ ਲਾਈਕ ਕਿ ਉਹ ਹਾਰਟ ਪੇਨ ਦੇ ਨਾਲ ਸਫਰ ਕਰਦੇ ਨੇ। ਕਾਹਦੇ ਲਈ? ਉਹਨਾਂ ਨੇ ਆਪਦੇ ਬੱਚੇ ਉੱਤੇ ਉਹਨਾਂ ਨੇ ਇਨਵੈਸਟਮੈਂਟ ਕੀਤੀ। ਸਿੰਗਲ ਪੇਰੈਂਟ ਗਰਲ ਚਾਈਲਡ ਸਫਰਿੰਗ ਫਰੋਮ ਦੀ ਹਰਾਸਮੈਂਟ ਫਰੋਮ ਦੀ ਲਾਸਟ 3 years only because I choose Canada for the study purpose. ਅੱਛਾ ਨਿਸ਼ਾ, ਅੱਛਾ ਨਿਸ਼ਾ ਬੇਟਾ ਇੱਕ ਦੱਸਿਓ ਮੈਨੂੰ ਬਈ ਇਹ ਜਿਹੜਾ ਕਾਲਜ ਹੈ, ਕਾਲਜ ਜਾਂ ਤੁਸੀਂ ਆਨਲਾਈਨ ਇਹਦੀ ਪੜ੍ਹਾਈ ਕੀਤੀ, ਉਹ ਪੜ੍ਹਾਈ ਤੋਂ ਬਾਅਦ ਉਹ ਕਿੰਨਾ ਚਿਰ ਪੜ੍ਹਾਈ ਕੀਤੀ ਜਾਂ ਤੁਹਾਨੂੰ ਕਿਹਾ ਵੀ ਕੋਵਿਡ ਕਰਕੇ ਤੁਸੀਂ ਆ ਨਹੀਂ ਸਕਦੇ? ਹਾਂਜੀ, ਮੈਂ 10 ਮੰਥ ਕੀਤੀ ਸੀ। ਮੇਰੀਆਂ 3 ਨਵੰਬਰ 2020 ਤੋਂ ਕਲਾਸਿਸ ਸਟਾਰਟ ਹੋ ਗਈਆਂ, 14 ਅਗਸਤ 2021 ਤੱਕ ਕੀਤੀ। ਮੇਰੀ 10 ਮੰਥ ਦੀ ਜਿਹੜੀ ਸਟੱਡੀ ਹੈ ਸਾਰਾ ਕੁਝ ਕੰਪਲੀਟ ਹੈ। ਮੇਰਾ 1 ਈਅਰ ਦਾ ਕੋਰਸ ਸੀ, ਫਾਸਟ ਟਰੈਕ ਦੇ ਵਿੱਚ ਸੀ। ਨਾਰਮਲੀ ਜੇ ਬੱਚਾ ਕੈਨੇਡਾ ਵਿੱਚ ਆਉਂਦਾ ਹੈ ਤਾਂ ਉਹਦੀਆਂ ਇੱਧਰ ਮੰਡਲ ਵਾਲੀ ਸਾਈਡ 2 ਤੋਂ 3 ਦਿਨ ਕਲਾਸਿਸ ਹੁੰਦੀਆਂ, ਪਰ ਮੈਨੂੰ ਘਰੇ ਬੈਠੀ ਨਹੀਂ 5 ਦਿਨ ਕਲਾਸਿਸ ਲਾਉਣੀਆਂ ਪੈਂਦੀਆਂ ਸੀ। ਉਹ ਵੀ ਮੇਰੀ ਡਬਲ ਕਲਾਸ ਹੁੰਦੀ ਸੀ, ਦੁਪਹਿਰੇ ਦੇ 3 ਵਜੇ ਤੋਂ ਲੈ ਕੇ ਸਵੇਰ ਦੇ 2 ਵਜੇ ਤੱਕ। ਤੇ ਆਫਟਰ ਦੈਟ ਕੀ ਇਹ ਸਾਰਾ ਪ੍ਰੈਕਟੀਕਲ ਵਰਕ ਹੁੰਦਾ ਸੀ, ਜਿਹਦੇ ਵਿੱਚ ਮੇਰੇ ਦਿਨ ਦੇ ਹੋਰ 10 ਆਵਰਸ ਚਲੇ ਜਾਂਦੇ ਸੀ। ਮਿਨੀਮਮ ਮੇਰੇ ਕੋਲੇ 2 ਆਵਰਸ ਹੁੰਦੇ ਸੀ। ਡੇ ਨਾਈਟ ਦਾ ਡਿਫਰੈਂਸ ਆ, ਨੈਟ ਪ੍ਰੋਬਲਮ ਆ, ਸਟ੍ਰੈਸ ਹੈ ਕਿ ਐਮਬੈਸੀ ਤੋਂ ਡਿਸੀਜ਼ਨ ਨਹੀਂ ਆ ਰਿਹਾ ਫਾਈਲ ਉੱਪਰ, ਬਟ ਮੈਂ ਸਟਿਲ ਫਾਈਟ ਕਰ ਰਹੀ ਹਾਂ। ਕੰਟੀਨਿਊ ਸਟੱਡੀ ਮੇਰੀ ਡੈਡੀਕੇਸ਼ਨ ਸੀ ਕਿ ਮੈਂ ਆਪਦੇ ਮੰਜ਼ਿਲ ਨੂੰ ਅਚੀਵ ਕਰਨਾ, ਮੈਂ ਇੱਥੇ ਆਉਣਾ ਹੈ। ਅਫਸੋਸ ਦੀ ਗੱਲ ਕਿ ਮੇਰੀ ਕੱਲੀ ਟ੍ਰੇਨਿੰਗ ਰਹਿੰਦੀ ਆ ਮੇਰੀ, ਬਟ ਮੈਨੂੰ ਰਿਜੈਕਸ਼ਨ ਦੇ ਦਿੱਤੀ ਗਈ। ਜੇ ਆਪਾਂ ਕਹਿ ਰਹੇ ਕਿ ਕੋਰਸ ਰੈਲੇਵੈਂਟ ਨਹੀਂ ਤਾਂ ਫਿਰ 99% ਕਿਵੇਂ ਆਈ ਹਰ ਕੋਰਸ ਚੋਂ? ਅੱਛਾ ਇੱਕ ਮਿੰਟ ਹੋਲਡ ਕਰਿਓ, ਇੱਕ ਹੋਰ ਵਿਦਿਆਰਥੀ ਤੁਹਾਡੇ ਵਰਗਾ ਹੀ ਹੈ, ਮੁੰਡਾ ਮਨੀ ਰਾਏ, ਉਹਨਾਂ ਨਾਲ ਵੀ ਮੈਂ ਗੱਲ ਕਰਦਾ ਤੇ ਤੁਸੀਂ ਹੋਲਡ ਕਰਨਾ ਬੇਟਾ, ਇਸ ਤਰ੍ਹਾਂ ਹੀ ਹੋਲਡ ਕਰਨਾ। ਮਨੀ ਤੁਸੀਂ 에ਅਰ ਤੇ ਹੋ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ। ਅੱਛਾ ਮਨੀ, ਨਿਸ਼ਾ ਵੀ ਗੱਲ ਕਰ ਰਹੀ ਹੈ, ਕੁੜੀ ਬਦਨੀ ਤੋਂ ਤੇ ਮੋਗੇ ਦੇ ਨੇੜੇ। ਆਪਣੇ ਬਾਰੇ ਵੀ ਦੱਸਿਓ। ਹਾਂਜੀ ਸਰ, ਮੈਂ ਬੇਸਿਕਲੀ ਹਰਿਆਣਾ ਤੋਂ ਬਿਲੋਂਗ ਕਰਦਾ ਸਰ, ਇੱਕ ਮਿਡਲ ਕਲਾਸ ਫੈਮਿਲੀ ਤੋਂ। ਤੇ ਮੈਂ ਵੀ ਇਸੇ ਕਾਲਜ ਕਾਲਜ ਚ ਐਡਮਿਸ਼ਨ ਲਿੱਤਾ ਸੀ। 2019 ਚ ਮੈਂ ਫੀਸ ਭਰੀ ਸੀ ਤੇ ਜੈਨ 2020 ਦੇ ਅੰਦਰ ਮੈਂ ਫੀਸ ਭਰੀ ਸੀ ਤੇ ਜੈਨ 2021 ਦੇ ਲਈ ਮੈਂ ਅਪਲਾਈ ਕੀਤਾ ਸੀਗਾ ਇੱਥੇ ਆਉਣ ਲਈ, ਮੌਂਟਰੀਅਲ ਚ ਆਉਣ ਲਈ। ਮੇਰਾ ਬਿਜ਼ਨਸ ਮੈਨੇਜਮੈਂਟ ਮੇਰਾ ਕੋਰਸ ਸੀਗਾ, ਮੇਰਾ ਰੈਗੂਲਰ ਟਰੈਕ ਸੀਗਾ ਜਿਹੜਾ 2 ਸਾਲ ਦੀ ਸਟੱਡੀ ਹੁੰਦੀ ਆ। ਮੈਂ ਉਸ ਚ ਐਡਮਿਸ਼ਨ ਲਿੱਤਾ ਸੀ। $15,602 ਮੈਂ ਇਸ ਚ ਭਰੇ ਸੀ ਤੇ ਹਲੇ ਤੱਕ ਮੈਂ ਸਟਿਲ ਉਹ 15,000 ਨੂੰ ਦੇਖ ਰਿਹਾ ਵੀ ਮੇਰੇ ਤੱਕ ਕਦੋਂ ਆਉਣਗੇ।
ਸੋ ਤੁਸੀਂ ਆਨਲਾਈਨ ਤੁਹਾਨੂੰ ਨਹੀਂ ਪੜਾਇਆ ਉਹਨਾਂ ਨੇ? ਤੁਸੀਂ ਆਨਲਾਈਨ ਕਲਾਸਾਂ ਲਈਆਂ? ਹਾਂਜੀ ਸਰ, ਮੈਂ ਕਰ ਰਿਹਾ ਸੀ। ਮੈਨੂੰ ਉਸ ਟਾਈਮ ਕਿਹਾ ਗਿਆ ਸੀਗਾ ਵੀ ਤੁਸੀਂ ਆਨਲਾਈਨ ਕਲਾਸਿਸ ਲਾਓ। ਮੈਨੂੰ ਕਾਲਜ ਦੀ ਤਰਫ ਤੋਂ ਵੀ ਕਹਿ ਰਹੇ ਸੀਗੇ ਤੁਸੀਂ ਲਾਓ, ਮਤਲਬ ਇੱਕ ਫੋਰਸ ਕਰ ਰਹੇ ਸੀਗੇ ਉਸ ਟਾਈਮ ਇਹ। ਬਟ ਮੈਂ ਕਿਉਂ ਨਹੀਂ ਲਾਈਆਂ ਸਰ? ਮੇਰੇ ਕੋਲ AIP ਨਹੀਂ ਸੀ, ਤੇ ਜਿਸ ਟਾਈਮ ਮੈਂ ਫਾਈਲ ਲੋਕ ਕੀਤੀ ਸੀ ਉਸ ਟਾਈਮ AIP ਦਾ ਟ੍ਰੈਂਡ ਖਤਮ ਹੋ ਗਿਆ ਸੀ। ਉਸ ਟਾਈਮ ਵੀਜ਼ਾਸ ਆਉਣ ਲੱਗ ਗਏ ਸੀ ਸਰ। ਤੇ ਜਦੋਂ ਮੇਰੇ ਏਜੰਟ ਨੇ ਮੈਨੂੰ ਸੁਜੈਸਟ ਕੀਤਾ ਜਾਂ ਕਿ ਤੁਸੀਂ ਨਹੀਂ, ਉਹ ਮੈਂ ਕਿਹਾ ਮੈਮ ਮੈਨੂੰ ਕਹਿ ਰਹੇ ਸੀਗੇ ਉਹ ਕੰਟੈਕਟ ਕਰਦੇ ਸੀਗੇ ਕਾਲਜ ਨਾਲ, ਉਹ ਮੈਨੂੰ ਕਹਿ ਰਹੇ ਸੀ ਆਨਲਾਈਨ ਕਲਾਸ। ਮੈਂ ਕਿਹਾ ਨਹੀਂ, ਮੈਂ ਜਦ ਤੱਕ ਮੈਨੂੰ ਕੋਈ ਮੇਰੇ ਹੱਥ ਪੱਲੇ ਪੱਕੇ ਪੈਰ ਨਹੀਂ ਹੋਣਗੇ ਮੈਂ ਕਿੱਦਾਂ ਲਾ ਲਾਂ। ਠੀਕ ਹੈ ਸਰ, ਹੈਗੀ। ਬਟ ਇੱਥੇ ਤਾਂ ਮੈਂ ਇਸ ਚੀਜ਼ ਦੇ ਲਈ ਕਾਬਿਲ ਹਾਂ ਕਿ ਇਹਨਾਂ ਨੇ ਮੇਰੀ ਹਾਰਡ ਐਂਡ ਮਨੀ ਸੀ, ਮੇਰੇ ਫਾਦਰ ਐਂਡ ਮੇਰੀ ਮਦਰ ਦੀ ਸਾਰੇ ਸਾਲ ਦੀ ਸਾਰੀ ਉਮਰ ਦੀ ਉਹਨਾਂ ਨੇ ਜਿਹੜੀ ਕਮਾਈ ਸੀ, ਇਹਨਾਂ ਨੇ ਇੱਕ ਝਟਕੇ ਦੇ ਅੰਦਰ ਹੀ ਖਤਮ ਕਰਤੀ। ਇਹ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ 10 ਲੱਖ ਤੁਸੀਂ ਭਰੇ ਆ ਆਪਦੇ ਫਿਊਚਰ ਲਈ, ਤੇ ਤੁਹਾਨੂੰ ਏਦਾਂ ਪਤਾ ਲੱਗੇ ਵੀ ਤੁਹਾਡੇ ਉਹ ਇੱਕਦਮ ਜ਼ੀਰੋ ਹੋ ਗਏ, ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੋਊਗਾ? ਬੰਦੇ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਸਰ। ਇੰਡੀਆ 'ਚ ਤੁਹਾਨੂੰ ਪਤਾ ਹੈ ਕਿ 10 ਲੱਖ ਕਮਾਉਣਾ ਕੋਈ ਛੋਟੀ ਗੱਲ ਨਹੀਂ ਹੈਗੀ। ਇੱਕ ਤਾਂ ਲੱਖ ਰੁਪਇਆ ਵੀ ਰਾਤ ਨੂੰ ਜੇ ਲੋੜ ਪੈ ਜੇ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ। ਦੇਣ ਵਾਲਾ ਵੀ ਸੋਚਦਾ ਆ ਅਸੀਂ ਦਈਏ ਨਾ ਦਈਏ, ਅਸੀਂ ਤਾਂ ਫਿਰ ਵੀ 10 ਲੱਖ ਰੁਪਏ ਲਾਈ ਬੈਠੇ ਆ ਇਹਦੇ ਅੰਦਰ, ਕਾਲਜ ਦੇ ਅੰਦਰ। ਤੇ 2 ਸਾਲ ਹੋ ਗਏ ਸਰ ਸਾਨੂੰ ਸਫਰ ਕਰਦਿਆਂ ਨੂੰ, ਇੰਟਰਸਟ ਅਲੱਗ ਤੋਂ ਪੇ ਕਰਦੇ ਹਾਂ ਸਰ ਅਸੀਂ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਇਹੀ ਚਾਹੁੰਦੇ ਹਾਂ ਕਿ ਕੈਨੇਡਾ ਦੀ ਗਵਰਨਮੈਂਟ ਸਾਡੀ ਕੋਈ ਅਪੀਲ ਕਰ, ਸਾਡੀ ਕੋਈ ਸੁਣਵਾਈ ਤਾਂ ਕਰੋ, ਸਾਨੂੰ ਕਿਸੇ ਪਾਸੇ ਤਾਂ ਲਾਓ। ਅੱਛਾ ਮਨੀ, ਮੈਨੂੰ ਇਹ ਦੱਸਿਓ ਇਹ ਸ਼ੁਰੂ ਪ੍ਰੋਸੈਸ ਕਿਵੇਂ ਕੀਤਾ? ਕੋਈ ਲੋਕਲ ਏਜੰਟ ਵੀ ਆ ਤੁਹਾਡੇ ਹਰਿਆਣੇ 'ਚ ਜਿਹਦੇ ਰਾਹੀਂ ਆਏ ਤੁਸੀਂ? ਨਹੀਂ, ਮੈਂ ਸਰ ਚੰਡੀਗੜ੍ਹ ਤੋਂ ਫਾਈਲ ਲਵਾਈ ਸੀ। ਅੱਛਾ, ਤੇ ਉਹ ਕੀ ਕਹਿ ਰਹੇ ਨੇ ਹੁਣ? ਮੇਰੇ ਟਾਊਨ ਤੋਂ 180 ਕਿਲੋਮੀਟਰ ਉੱਤੇ ਦੂਰ ਪੈਂਦਾ ਆ ਜਿੱਥੋਂ ਮੈਂ ਫਾਈਲ ਲਵਾਈ ਹੈ ਸਰ। ਤੁਸੀਂ ਹਰਿਆਣੇ 'ਚ ਕਿੱਥੇ ਰਹਿਣ ਵਾਲੇ ਹੋ? ਮੈਂ ਹਰਿਆਣੇ 'ਚ ਟੋਹਾਣਾ ਤੋਂ ਬਿਲੋਂਗ ਕਰਦਾ, ਡਿਸਟ੍ਰਿਕਟ ਫਤਿਆਬਾਦ। ਸੋ ਹੁਣ ਉਹ ਏਜੰਟ ਕੀ ਕਹਿ ਰਿਹਾ? ਏਜੰਟ ਤਾਂ ਕੁਝ ਕਹਿ ਹੀ ਨਹੀਂ ਰਹੇ ਸਰ, ਰਿਪਲਾਈ ਨਹੀਂ ਦੇ ਰਹੇ। ਉਹ ਤਾਂ ਇਹ ਕਹਦੇ ਵੀ ਆ ਜਾਣੇ ਆ ਪੈਸੇ, ਉੱਥੋਂ ਆ ਜਾਣੇ ਆ, ਵੀ ਵੇਟਿੰਗ ਸਟਿਲ, ਕਿਉਂਕਿ ਹਲੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈਗੀ। ਜਿਵੇਂ ਹੁਣ ਅਸੀਂ ਵੀ ਕੋਰਟ ਦੇ ਅੰਦਰ ਬੋਲੇ ਸੀਗੇ ਜੇ ਆਪਣੇ ਜੱਜ ਅੱਗੇ ਸਰ, ਉਹਨਾਂ ਨੇ ਵੀ ਮਤਲਬ ਸਾਨੂੰ ਕੋਈ ਏਦਾਂ ਨਹੀਂ, ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਵੀ ਪੈਸੇ ਨਹੀਂ ਦੇ ਸਕਦੇ ਤੁਸੀਂ ਸਾਡੇ ਇੰਟਰਸਟ ਵਿਦ, ਤਾਂ ਫਿਰ ਤੁਸੀਂ ਸਾਨੂੰ ਵੀਜ਼ਾ ਦੇ ਦਿਓ, ਸਾਡੀ ਰੀਕਨਸੀਡਰੇਸ਼ਨ ਪਾ ਦਿਓ। ਰੀਕਨਸੀਡਰੇਸ਼ਨ 'ਚ ਜਿਨ੍ਹਾਂ ਦੀ ਫਾਈਲ ਰੀਕਨਸੀਡਰ ਹੋਊਗੀ ਸਰ ਉਹਨਾਂ ਨੂੰ ਵੀਜ਼ਾ ਦਿੱਤਾ ਜਾਊਗਾ, ਜਿਨ੍ਹਾਂ ਦੀ ਫਾਈਲ ਐਲੀਜੀਬਲ ਹੈ। ਹੁਣ ਐਵੇਂ ਤਾਂ ਸਰ ਬਹੁਤ ਸਾਰੇ ਬੱਚੇ ਸੀ, ਤੁਹਾਨੂੰ ਪਤਾ ਕਿ ਹੁਣ ਜਿੱਦਾਂ ਵੀ ਅਸੀਂ ਪ੍ਰੋਟੈਸਟ ਕੀਤਾ ਮਿਲੇ ਆ, ਇੰਨਾ ਟੈਲੈਂਟ ਸੀਗਾ ਬੱਚਿਆਂ 'ਚ ਜਿਹੜਾ ਕੈਨੇਡਾ ਨੇ ਖੋਤਾ। ਜਿਹੜੇ ਬੱਚਿਆਂ ਨੇ ਕੈਨੇਡਾ ਦਾ ਨਾਮ ਰੋਸ਼ਨ ਕਰਨਾ ਸੀ ਜਾਂ ਜੋ ਅਚੀਵਮੈਂਟ ਉਹਨਾਂ ਨੇ ਕੈਨੇਡਾ ਨੇ ਉਹਨਾਂ ਤੋਂ ਲੈਣੀ ਸੀ ਨਾ ਸਰ, ਉਹ ਖੋਤੀ। ਇੱਕ ਮਿੰਟ ਹੋਲਡ ਕਰਨਾ। ਅੱਛਾ ਨਿਸ਼ਾ, ਇਹ ਦੱਸਿਓ ਕਿ ਹੁਣ ਚਲੋ ਮਨੀ ਨੇ ਤਾਂ ਪੜ੍ਹਾਈ ਹੋਈ ਨਹੀਂ ਸ਼ੁਰੂ ਕੀਤੀ, ਇਹਨਾਂ ਨੇ ਤਾਂ ਉਰੇ ਆਉਣਾ ਸੀ, ਤੁਸੀਂ ਆਪਣੇ ਆਲਮੋਸਟ ਕੋਰਸ ਰੈਡੀ ਪੂਰਾ ਕਰਤਾ, ਤੇ ਹੁਣ ਉਹ ਕਾਲਜ ਜਿਹੜਾ ਬੰਦ ਹੋ ਚੁੱਕਿਆ ਨਾ? ਹਾਂਜੀ, ਉਹਨਾਂ ਨੇ ਦੁਬਾਰਾ ਸਟਾਰਟ ਕਰਤਾ ਹੈ ਜੀ। ਨਵੇਂ ਪਰਚੇਜ਼ਰ ਆ ਗਏ ਨੇ, ਨਿਊ ਪਰਚੇਜ਼ਰਸ ਨੇ ਬਾਏ ਕਰ ਲਿਆ। ਬਟ ਉੱਥੇ ਪੇਨਫੁਲ ਟ੍ਰੈਜੇਡੀ ਕੀ ਹੈ ਕਿ ਜਿਹੜੀ ਉਹ ਨਿਊ ਪਰਚੇਜ਼ਰਸ ਆ ਉਹ ਵੀ ਜਿਹੜੇ ਇਹ 502 ਸਟੂਡੈਂਟਸ ਆ ਉਹਨਾਂ ਨੂੰ ਰਿਫੰਡ ਦੇਣ ਦੇ ਲਈ ਤਿਆਰ ਨਹੀਂ ਹੈਗੇ। ਉਹ ਕਹਿੰਦੇ ਕਿ ਦੁਬਾਰਾ ਰੀਅਪਲਾਈ ਕਰੋ, ਵੀਜ਼ਾ ਆ ਗਿਆ ਤਾਂ ਆ ਕੇ ਪੜ੍ਹ ਲਿਓ, ਜੇ ਤੁਹਾਡਾ ਵੀਜ਼ਾ ਨਹੀਂ ਆਉਂਦਾ ਦੈਨ ਫਿਰ ਤੁਹਾਨੂੰ ਕੋਈ ਸ਼ੋਰਿਟੀ ਨਹੀਂ ਕਿ ਤੁਹਾਨੂੰ ਤੁਹਾਡਾ ਫੁੱਲ ਰਿਫੰਡ ਮਿਲੂਗਾ। ਅੱਛਾ, ਤੇ ਜਿਹੜੇ ਬੱਚੇ ਨੇ 500 ਦੇ ਕਰੀਬ, ਨਿਸ਼ਾ ਤੁਹਾਡੇ ਕੋਲ ਉਹਨਾਂ ਦੀ ਜਾਣਕਾਰੀ ਹੈ ਸਾਰੀ? ਪੰਜਾਬ ਚੋਂ ਤੇ ਹਰਿਆਣੇ ਚੋਂ ਕਿੰਨੇ ਬੱਚੇ ਨੇ ਜੀ? ਇਹ ਮਤਲਬ ਜਿਹੜੀ ਆਪਣੀ ਇੱਕ ਮੇਨ ਸਾਈਟ ਹੈ ਜਿਹਦੇ ਵਿੱਚ ਜਿਵੇਂ ਕੈਨੇਡਾ ਦੀ ਕੋਰਟ ਦੇ ਵਿੱਚ ਜਾਂ ਕਿਊਬਿਕ ਦੇ ਵਿੱਚ ਕੇਸ ਲੜਿਆ ਜਾ ਰਿਹਾ, ਤਾਂ ਪ੍ਰੋਪਰ ਇੱਕ ਵੈਬਸਾਈਟ ਹੈ ਜਿਹਦੇ ਉੱਪਰ ਸਾਰੀ ਇਨਫੋਰਮੇਸ਼ਨ ਆ। ਅਸੀਂ ਬਹੁਤ ਵਾਰੀ ਗੱਲ ਕੀਤੀ ਆ, ਆਪਣੇ ਲਾਇਰ ਨਾਲ ਕੀਤੀ ਆ ਜਾਂ ਡਾਇਰੈਕਟਰ ਸੰਸਥਾ ਨਾਲ ਕੀਤੀ ਆ ਕਿ ਸਾਨੂੰ ਦੱਸੋ ਕਿ ਉਹ 502 ਜਿਹੜੇ ਸਟੂਡੈਂਟ ਉਹਦੇ ਵਿੱਚ ਸਾਡੇ ਪੰਜਾਬ ਦੇ ਕਿੰਨੇ ਆ ਜਾਂ ਓਵਰਆਲ ਇੰਡੀਆ ਦੇ ਕਿੰਨੇ ਆ। ਤਾਂ ਹਰ ਵਾਰੀ ਇਹੀ ਕਹਿ ਦਿੰਦੇ ਕਿ ਉਹ ਡਾਟਾ ਕੌਨਫੀਡੈਂਸ਼ੀਅਲ ਆ, ਅਸੀਂ ਕਿਸੇ ਵੀ ਬੱਚੇ ਦਾ ਨੇਮ ਨਹੀਂ ਸ਼ੇਅਰ ਕਰ ਸਕਦੇ, ਕਿਸੇ ਵੀ ਬੱਚੇ ਬਾਰੇ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕਦੇ। ਜਸਟ ਇੱਕ ਓਵਰਆਲ ਡਾਟਾ ਆਪਾਂ ਨੂੰ ਪ੍ਰੋਵਾਈਡ ਕਰਤਾ ਵੀ ਹਾਂ ਇਹ 502 ਆ, ਇਹਨਾਂ ਦੇ ਜਿਹੜੇ ਪੈਸੇ ਆ ਉਹ ਮਾਰੇ ਗਏ। ਦੈਟਸ ਵਾਈ ਆਪਾਂ ਬਾਰ-ਬਾਰ ਰਿਕੁਐਸਟ ਕਰ ਰਹੇ ਵੀ ਜਾਂ ਸਾਨੂੰ ਇੱਥੇ ਆਉਣ ਦੀ ਓਪਰਚੁਨਿਟੀ ਦੇ ਦਿਓ ਵੀ ਸਾਡੇ ਜਿਹੜੇ, ਜਾਂ ਫਿਰ ਸਾਨੂੰ ਜਿਹੜੇ ਸਾਡੇ ਚਲੋ ਇੰਟਰਸਟ ਦਾ ਗੱਲ ਵੱਖਰੀ ਰਹਿ ਗਈ, ਰਿਕੁਐਸਟ ਕਰ ਰਹੇ ਹਾਂ। ਜਿਵੇਂ ਆਪਦੀ ਗੱਲ ਦੱਸਾਂ ਤਾਂ ਅੱਜ ਤੋਂ ਮੈਂ 3 ਸਾਲ ਪਹਿਲਾਂ ਫੀਸ ਭਰੀ ਆ, ਫੈਬਰਰੀ 2020 ਦੇ ਵਿੱਚ ਮੈਂ ਫੀਸ ਭਰ ਦਿੱਤੀ ਸੀ। ਤਾਂ ਮੈਂ ਉੱਥੇ ਹੀ ਰਿਕੁਐਸਟ ਕੀਤੀ ਮੈਂ 15 ਲੱਖ ਰੁਪਇਆ ਮੈਂ ਇਕੱਲਾ ਵਿਆਜ ਭਰ ਚੁੱਕੀ ਹਾਂ। ਮੈਂ ਫੀਸ ਤਾਂ 9 ਲੱਖ ਭਰੀ ਸੀ, ਮੈਂ 50,000 ਰੁਪਇਆ ਪਰ ਮੰਥ ਵਿਆਜ ਭਰ ਰਹੀ ਹਾਂ। ਤੇ ਵੀ ਓਨੈਸਟਲੀ ਮੇਰੇ ਜੇ ਮੈਨੂੰ
ਆਪਾਂ ਕਹਿਣਾ ਜਿਹੜਾ ਬੰਦਾ ਪੀੜ ਚੋਂ ਲੰਘਦਾ ਉਹਨੂੰ ਪਤਾ ਦਰਦ ਕਿੰਨਾ। ਮੈਨੂੰ ਮੇਰੇ ਪੈਸੇ ਮੈਨੂੰ ਨਾ ਮਿਲੇ, ਮੇਰਾ ਪਰਿਵਾਰ ਹੈ ਜਿਹੜਾ ਪੀੜ ਵਿੱਚੋਂ ਲੰਘ ਰਿਹਾ, ਮੇਰੇ ਕੋਲ ਸੁਸਾਈਡ ਤੋਂ ਬਿਨਾਂ ਹੋਰ ਕੋਈ ਆਪਸ਼ਨ ਨਹੀਂ। ਗੱਲ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਬੇਟਾ। ਦੇਖੋ ਲਿਸਨ ਨਿਸ਼ਾ, ਇਸ ਤਰ੍ਹਾਂ ਨਹੀਂ, ਸਟਰੋਂਗ ਰਹਿਣਾ। ਅੱਜ ਆਪਾਂ ਪਹਿਲੇ ਦਿਨ ਗੱਲ ਕਰ ਰਹੇ ਹਾਂ, ਇਹਦਾ ਸੋਲੂਸ਼ਨ ਹੋਏਗਾ। ਇਸ ਤਰ੍ਹਾਂ ਨਹੀਂ ਸੋਚੀਦਾ ਹੁੰਦਾ। ਮਨੀ ਤਾਂ ਜਿਹੜੀ ਆਉਂਦੀ ਜਾਂਦੀ ਰਹਿਣੀ ਆ, ਮੈਨੂੰ ਪਤਾ ਹੈ ਤੇ ਯੂ ਆਰ ਇਨ ਪੇਨ, ਪਰ ਇਹਦਾ ਕੋਈ ਇਹ ਸੋਲੂਸ਼ਨ ਨਹੀਂ ਹੈ। ਆਪਾਂ ਗੱਲ ਕਰਦੇ ਹਾਂ, ਤੁਸੀਂ ਹੋਰ। ਹਾਂਜੀ ਆਪਾਂ ਨੇ ਕਦੇ ਵੀ ਗਲਤ ਸਟੈਪ ਨਹੀਂ ਕਰਨਾ ਵੀ ਨਹੀਂ, ਕਿਉਂਕਿ ਆਪਾਂ ਨੂੰ ਪਤਾ ਹੈ ਦੇ ਖਿਲਾਫ ਫਾਈਟ ਕਰਨੀ ਆ। ਤੁਸੀਂ ਹੋਲਡ ਰੱਖਣਾ, ਮੈਂ ਵਾਪਸ ਆ ਕੇ ਹੁਣੇ ਫੇਰ ਤੁਹਾਡੇ ਨਾਲ ਗੱਲ ਸ਼ੁਰੂ ਕਰਦਾ। ਹੋਲਡ ਕਰੋ ਤੇ ਚੜ੍ਹਦੀ ਕਲਾ 'ਚ ਰਹੀਦਾ ਜ਼ਿੰਦਗੀ ਦੇ। ਮੈਂ ਸਮਝ ਸਕਦਾ ਬਈ ਬਹੁਤ ਔਖਾ ਹੈ ਮੱਧ ਵਰਗੀ ਪਰਿਵਾਰ ਲਈ 10-15 ਲੱਖ ਰੁਪਈਆ ਦੇਣਾ ਬਹੁਤ ਔਖਾ। ਜਿੱਥੇ ਮਾਂ ਹੋਵੇ, ਪਿਤਾ ਕਮਾਉਣ ਵਾਲਾ ਨਾ ਹੋਵੇ, ਇਕੱਲੀ ਧੀ ਨੂੰ ਇਹ ਬੜਾ ਔਖਾ ਹੈ। ਅਤੇ ਤੁਸੀਂ ਇਸ ਦੇ ਬਾਰੇ ਇਹ ਸੋਲਿਊਸ਼ਨ ਵੀ ਇਸ ਦਾ ਹੋਏਗਾ ਤੁਹਾਡੇ ਨਾਲ। ਸਿਰਫ ਅਸੀਂ ਆਪਣੀ ਰੇਟਿੰਗ ਦੇ ਲਈ ਨਹੀਂ ਗੱਲ ਕਰ ਰਹੇ, ਇਹਦੇ 'ਚ ਸੋਲਿਊਸ਼ਨ ਵੀ ਆਪਾਂ ਨਿਸ਼ਾ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਅਤੇ ਮਨੀ ਨਾਲ। ਨਿਸ਼ਾ ਜਿਹੜੀ ਬੱਧਨੀ ਕਲਾਂ ਉਹਦਾ ਪਿੰਡ ਹੈ ਰੋਪੜ ਦੇ ਨਾਲ, ਮੋਗੇ ਦੇ ਨਾਲ, ਅਤੇ ਮਨੀ ਜਿਹੜਾ ਉਹ ਟੋਹਾਣੇ ਤੋਂ ਹੈ। 2 ਬੱਚੇ ਪੰਜਾਬ ਤੋਂ। ਨਿਸ਼ਾ ਅਤੇ ਮਨੀ ਰਾਏ ਨੇ। ਦੇਖੋ ਕੁਝ ਕਾਲਰਸ ਦੀ ਗੱਲ ਆਈ, ਦੇਖੋ ਸਾਡੀਆਂ ਇੱਥੇ ਇਸ਼ੂਜ਼ ਨੇ। ਬਿਲਕੁਲ ਸਾਡੇ ਇਸ਼ੂ ਨੇ, ਇਹ ਵੀ ਜਵਾਕ ਹੀ ਨੇ। ਕਾਰਨ ਇਹ ਹੈ ਉਹਨਾਂ ਨੇ ਪਹੁੰਚ ਨਾਈਜੀਰੀਆ ਥੋੜ੍ਹਾ ਕੀਤੀ ਹੈ, ਉਹਨਾਂ ਨੇ ਪਹੁੰਚ ਉੱਥੇ ਕੀਤੀ ਹੈ ਜਿੱਥੇ ਅਸੀਂ ਵਸਦੇ ਹਾਂ ਅਤੇ ਸਾਡਾ ਮੀਡੀਆ। ਅਤੇ ਕੈਨੇਡੀਅਨ ਗਵਰਨਮੈਂਟ ਇਹਨਾਂ ਤੋਂ 12-12, 15-15, 20-20 ਹਜ਼ਾਰ ਡਾਲਰ ਇਹਨਾਂ ਗਰੀਬਾਂ ਤੋਂ ਲਈ ਬੈਠੇ। ਜੇ ਸਾਡਾ ਜਵਾਕ ਉੱਥੇ ਹੁੰਦਾ ਤਾਂ ਅਸੀਂ ਕਿਵੇਂ ਸੋਚਦੇ? ਕੁਛ ਹਮਦਰਦੀ ਦੇ 4 ਬੋਲ ਅਸੀਂ ਜੇ ਨਹੀਂ ਬੋਲ ਸਕਦੇ ਤਾਂ ਘੱਟੋ ਘੱਟ ਇਹ ਵੀ ਨਾ ਕਹੀਏ। ਆਪਣੇ ਜਵਾਕਾਂ ਦੀ ਵੀ ਗੱਲ ਕਰਦੀ ਹੈ। ਸੁਕੈਜ਼ਮਾ ਜਿਹੜੇ ਬੱਚੇ ਸਾਡੇ ਮੈਡੀਕਲ ਬਾਹਰ ਕਰਕੇ ਆਉਂਦੇ ਨੇ, ਸੋਸਾਇਟੀ ਆਫ ਕੈਨੇਡੀਅਨਸ ਸਟੱਡਿੰਗ ਮੈਡੀਕਲ ਅਬਰਾਡ, ਉਹਦੇ 'ਤੇ ਮੈਂ 11 ਸ਼ੋਅ ਕੀਤੇ ਨੇ ਲਗਾਤਾਰ, 11। ਇੱਕ ਵੀ ਕਾਲਰ ਨਹੀਂ ਆਇਆ। ਸਾਨੂੰ ਤਾਂ ਹੁਣ ਮੈਂ ਬਾਦਲ ਦੀ ਸਿਹਤ ਬਾਰੇ ਗੱਲ ਕਰ ਲਵਾਂ ਅਤੇ 3 ਘੰਟੇ ਤੁਸੀਂ ਮੈਨੂੰ ਸਾਹ ਲੈਣ ਦੇ ਦਿਓ ਤਾਂ ਕਹਿ ਦਿਓ। ਜਿੱਦਣ ਮੈਂ ਸੁਕੈਜ਼ਮਾ ਦੇ ਬਾਰੇ ਗੱਲ ਕਰਦਾ ਰਿਹਾ, ਲਿਆ ਕੇ ਅਲੱਗ-ਅਲੱਗ ਉਹਦੇ 'ਤੇ ਜਿਹੜੇ ਨੇ ਗੈਸਟ, ਇੱਕ ਵੀ ਨਹੀਂ ਬੋਲਿਆ। ਡਾਕਟਰ ਲਿਆਉਂਦਾ ਰਿਹਾ ਮੈਂ, ਜਿਹੜੇ ਉਬਰ ਚਲਾ ਰਹੇ ਨੇ, ਡਾਕਟਰਾਂ ਦੀ ਸ਼ਾਰਟੇਜ ਆ 8-8 ਘੰਟੇ। ਸਾਡੇ ਕੋਲ ਗੱਲ ਕਰਨ ਲਈ ਸ਼ਬਦ ਹੈ ਨਹੀਂ। ਸਾਡੇ ਕੋਲ ਤਾਂ ਸ਼ਬਦ ਨੇ ਵੀ ਪੰਜਾਬ ਦੀ ਗੱਲ ਤੋਰ ਲਓ ਬਸ। ਘੱਟੋ ਘੱਟ ਇਹ ਸਾਡੇ ਅਦਾਰੇ ਨੇ ਗੱਲ ਤਾਂ ਕਰ ਰਹੇ ਹਾਂ ਕਿ CRTC ਵੱਲੋਂ ਦਿੱਤਾ ਹੋਇਆ ਰੇਡੀਓ ਸਟੇਸ਼ਨ ਭਾਈਚਾਰੇ ਦਾ ਰੇਡੀਓ ਸਟੇਸ਼ਨ ਹੈ, ਅਤੇ ਭਾਈਚਾਰੇ ਨਾਲ ਮੁਸ਼ਕਲ ਜਿਹੜੀ ਜਿੱਥੋਂ ਅਸੀਂ ਆਏ ਹਾਂ ਪੰਜਾਬ ਨੂੰ ਅਸੀਂ ਮੰਨਫੀ ਨਹੀਂ ਕਰ ਸਕਦੇ। ਅਤੇ ਜਿਹਨੇ ਨਹੀਂ ਮਦਦ ਕਰਨੀ ਜਾਂ ਨਹੀਂ ਗੱਲ ਸੁਣਨੀ ਉਹਦੀ ਮਰਜ਼ੀ ਹੈ, ਪਰ ਇਉਂ ਨਾ ਸਾਨੂੰ ਦੱਸੋ ਬਈ ਕੀ ਅਸੀਂ ਕਰਨਾ ਕੀ ਨਹੀਂ। ਆਪਣਾ ਮਾਣ ਬਰਕਰਾਰ ਰੱਖੋ। ਸੋ ਇਹ ਜਵਾਕ ਦੋਨੇ ਹੀ ਜਿਹੜੇ ਨੇ ਤੁਸੀਂ ਆਪ ਤੁਸੀਂ ਗੱਲ ਸੁਣੀ ਹੈ ਨਿਸ਼ਾ ਤੋਂ ਵੀ ਮੈਂ ਕਿਹੜੀ ਸਿਚੁਏਸ਼ਨ 'ਤੇ। ਅੱਛਾ ਨਿਸ਼ਾ, ਇੱਕ ਦੱਸਿਓ ਵੀ ਤੁਹਾਡਾ ਏਜੰਟ ਕੌਣ ਸੀ ਜਿਹਦੇ ਨਾਲ ਗੱਲ ਸ਼ੁਰੂ ਕੀਤੀ ਆ ਤੁਸੀਂ? ਹਾਂਜੀ, ਮੈਂ ਆਪਣੇ ਲੁਧਿਆਣਾ IDP ਤੋਂ ਫਾਈਲ ਲਗਵਾਈ ਸੀ ਜੀ। ਉਹ ਕੀ ਕਹਿੰਦੇ ਨੇ? IDP ਤੋਂ ਉਹ ਕੀ ਕਹਿੰਦੇ ਨੇ ਹੁਣ? ਕੋਈ ਵੀ ਏਜੰਟ ਆ ਜੀ, ਉਹ ਕਿਸੇ ਵੀ ਗੱਲ ਦੇ ਉੱਪਰ ਆਉਂਦਾ ਹੀ ਨਹੀਂ। ਕੱਲੀ IDP ਨਹੀਂ, ਹਰ ਇੱਕ ਸੰਸਥਾ ਹੀ, ਹਰ ਇੱਕ ਨੇ ਇਸ ਗੱਲ ਦੇ ਉੱਪਰ ਜਮਾ ਚੁੱਪੀ ਵੱਟੀ ਹੋਈ ਆ। ਜਿਵੇਂ ਉਹ ਸਾਨੂੰ ਪਹਿਲਾਂ ਕੀ ਆ ਵੀ ਇਸੇ ਤਰ੍ਹਾਂ ਦੇ ਨਾਲ ਏਦਾਂ ਕਹਿ ਦਿੰਦੇ ਸੀ ਵੀ ਕੋਈ ਨਾ ਤੁਹਾਡੇ ਪੈਸੇ ਵਾਪਿਸ ਆ ਜਾਣਗੇ, ਕੋਰਟ ਨੇ ਤਰੀ ਕੀਤੀ ਆ। ਉਹਨਾਂ ਨੂੰ ਇਹ ਗੱਲ ਕਿਸੇ ਵੀ ਏਜੰਟ ਨੂੰ ਪਤਾ ਹੀ ਨਹੀਂ ਸੀ ਵੀ ਕੈਨੇਡਾ ਦੀ ਕੋਰਟ ਦੇ ਵਿੱਚ ਲਾਇਰ ਖੜਾ ਹੀ ਅਸੀਂ ਕੀਤਾ ਹੈ। ਤੇ ਅਸੀਂ ਜਿਹੜਾ ਲਾਇਰ ਖੜਾ ਕੀਤਾ ਹੈ ਉਹ ਅਸੀਂ ਕੀਤਾ ਹੈ। ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ, ਉਹ ਇਹ ਗੱਲ ਤੋਂ ਅਣਜਾਣ ਸੀ। ਆ ਕੁਛ ਹੋਇਆ ਹੈ ਸਾਡੇ ਨਾਲ। ਸਾਡੇ ਸਮਾਜ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਸਾਨੂੰ ਇਹਨਾਂ ਕਾਲਜਿਸ ਦੇ ਵਿੱਚ ਐਡਮਿਸ਼ਨ ਆ ਜਿਹੜੀ ਆ ਉਹ ਦਵਾ ਦਿੱਤੀ, ਪਰ ਉਸ ਤੋਂ ਬਾਅਦ ਦੇ ਵਿੱਚ ਕਿਸੇ ਵੀ ਬੱਚੇ ਦੀ ਕਿਸੇ ਵੀ ਏਜੰਟ ਨੇ ਕੋਈ ਜਿਹੜੀ ਸੁਣਵਾਈ ਆ ਉਹ ਕੀਤੀ ਹੋਈ ਨਹੀਂ ਅੱਜ ਤੱਕ। ਬੱਚੇ ਆ ਜਿਹੜੇ ਉਹਨਾਂ ਦੇ ਮਾਪੇ ਆ ਉਹ ਉਦਾਂ ਹੀ ਰੁਲੀ ਜਾਂਦੇ ਆ। ਜਿਹੜੀ ਮੈਂ ਉਹ ਆਪਦੇ ਅਲਫਾਜ਼ ਵਰਤੇ ਸੁਸਾਈਡ ਵਾਲੇ, ਉਹ ਮੇਰੇ ਆਪਦੇ ਜਜ਼ਬਾਤ ਨਹੀਂ ਸੀ। ਮੇਰੇ ਕੰਟੈਕਟ ਦੇ ਵਿੱਚ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੀੜ ਵਿੱਚੋਂ ਗੁਜ਼ਰਦੇ ਆ। ਜਦੋਂ ਮੈਨੂੰ ਦਿਨ ਰਾਤ ਕਹਿੰਦੇ ਆ ਪੈਸੇ ਆ ਜਾਣਗੇ ਦੀਦੀ ਪੈਸੇ ਆ ਜਾਣਗੇ,
ਕਿਸੇ ਨੂੰ ਨੀਂਦ ਨਹੀਂ ਆਉਂਦੀ, ਉਹ ਰਾਤ ਨੂੰ 12 ਵਜੇ ਫੋਨ ਕਰਕੇ ਪੁੱਛਦਾ ਦੀਦੀ ਮੈਨੂੰ ਘਬਰਾਹਟ ਹੋਈ ਜਾਂਦੀ ਆ, ਦੀਦੀ ਆਪਾਂ ਕੀ ਕਰੀਏ, ਕਿਉਂਕਿ ਮੈਂ ਇੰਡੀਅਨ ਮੈਂਟਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਦੀ ਮੇਨ ਮੈਂਬਰ ਸੀ, ਅੱਜ ਵੀ ਆ, ਜਿਹੜੀ ਫਾਈਟ ਕਰ ਰਹੀ ਹੈ ਕੈਨੇਡਾ ਦੀ ਕੋਰਟ ਵਿੱਚ। ਤੇ ਮਨੀ ਰਾਏ ਇਹ ਫਾਊਂਡਰ ਨੇ ਜਿਨ੍ਹਾਂ ਨੇ ਇੰਡੀਅਨ ਮੈਂਟਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਆ ਉਹ ਖੜੀ ਕੀਤੀ ਆ ਇੰਡੀਆ ਦੇ ਵਿੱਚ। ਇਹਨਾਂ ਦੇ ਨਾਲ ਮਿਲ ਕੇ ਮੈਂ ਕੀ ਆ ਜਿਹੜਾ ਇਹ ਕੰਮ ਆ ਜਿਹੜਾ ਉਹ ਸਾਰਾ ਦੇਖਿਆ। ਹੋਰ ਵੀ ਬਹੁਤ ਸਾਰੇ ਕੀ ਆ ਕਮੇਟੀ ਮੈਂਬਰ ਨੇ ਜਿਹੜੇ ਕਿ ਇੱਥੇ ਕੰਟਰੀਬਿਊਸ਼ਨ ਕੀਤਾ, ਪਰ ਸਾਡੇ ਲਈ ਤਾਂ ਕਿਸੇ ਨੇ ਲਾਇਰ ਖੜਾ ਕਰਨ ਦੇ ਵਿੱਚ ਵੀ ਮਦਦ ਨਹੀਂ ਕੀਤੀ। ਖੁਦ ਅਸੀਂ ਫਾਈਟ ਕੀਤੀ, ਖੁਦ ਅਸੀਂ ਲਾਇਰ ਖੜਾ ਕੀਤਾ। ਏਜੰਸੀਆਂ ਨੇ ਬਾਅਦ ਵਿੱਚ ਜਦੋਂ ਅਸੀਂ ਇੰਡੀਆ ਦੇ ਵਿੱਚ ਪ੍ਰੋਟੈਸਟ ਕੀਤੇ ਤਾਂ ਸਾਨੂੰ ਇਹ ਗੱਲ ਕਹਿ ਦਿੱਤੀ ਕਿ ਅਸੀਂ ਕੀ ਲਾਇਰ ਖੜਾ ਕੀਤਾ, ਅਸੀਂ ਪ੍ਰੂਫ ਦਿਖਾਤੇ ਵੀ ਅਸੀਂ ਕੈਨੇਡਾ ਦੇ ਵਿੱਚ 24 ਘੰਟੇ ਸਫ਼ਰ ਕਰਕੇ ਇਹ ਲਾਇਰ ਲੱਭਿਆ ਏ ਜਿਹੜਾ ਅਸੀਂ ਕੋਰਟ ਦੇ ਵਿੱਚ ਖੜਾ ਕੀਤਾ। ਏਜੰਸੀਆਂ ਨੇ ਸਾਨੂੰ ਝੂਠ ਬੋਲਣ ਤੱਕ ਗਈਆਂ ਇਹ ਕਹਿਣ ਦੇ ਲਈ ਲਾਇਰ ਆ ਜਿਹੜਾ ਉਹ ਅਸੀਂ ਖੜਾ ਕੀਤਾ ਏ। ਅਸੀਂ ਕਿਹਾ ਪ੍ਰੂਫ ਸਾਡੇ ਕੋਲੇ ਪਏ ਆ ਵੀ ਅਸੀਂ ਸਾਈਨ ਕਰਕੇ ਡਾਕੂਮੈਂਟਸ ਦੇ ਉੱਪਰ ਇਹਨੂੰ ਫਾਈਨਲ ਕੀਤਾ ਏ। ਅੱਛਾ ਨਿਸ਼ਾ, ਆਪਣੀ ਇਹੀ ਰਿਕੁਐਸਟ ਆ ਕੈਨੇਡਾ ਦੀ। ਹਾਂਜੀ ਅੱਛਾ ਇੱਕ ਗੱਲ ਸੁਣਿਓ ਮੇਰੀ, ਜਿਹੜਾ ਇਹ ਕੇਸ ਫਾਈਨਲ ਕਰਨ ਤੋਂ ਬਾਅਦ ਹੁਣ ਜਿਹੜੇ ਕਾਲਜ ਦੇ ਵਿੱਚ ਤੁਹਾਡੀ ਐਡਮਿਸ਼ਨ ਸੀ ਉਹ ਕਾਲਜ ਵੀ ਦੁਬਾਰਾ ਖੁੱਲ ਗਿਆ ਪਰ ਨਵੀਂ ਮੈਨੇਜਮੈਂਟ ਥੱਲੇ ਹੈ? ਹਾਂਜੀ ਹਾਂਜੀ ਨਵੀਂ ਮੈਨੇਜਮੈਂਟ ਥੱਲੇ। ਤੇ ਉਹ ਕੀ ਕਹਿੰਦੇ ਨੇ ਵੀ ਜੇ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਫਿਰ ਤੁਸੀਂ ਪੁਰਾਣੀ ਫੀਸ ਥੱਲੇ ਉਹਦੇ 'ਚ ਪੜ੍ਹ ਸਕਦੇ ਹੋ? ਹਾਂਜੀ, ਤੇ ਜੇ ਵੀਜ਼ਾ ਨਹੀਂ ਮਿਲਦਾ ਤਾਂ ਉਦੋਂ ਬਾਅਦ ਵਿੱਚ ਵੀ ਕੋਈ ਸਾਨੂੰ ਸ਼ੋਰਿਟੀ ਨਹੀਂ ਕਿ ਉਹ ਸਾਨੂੰ ਪੈਸੇ ਸਾਡੇ ਮੋੜਨਗੇ। ਇਸੇ ਲਈ ਅਸੀਂ ਜੱਜ ਸਾਹਿਬ ਨੂੰ ਕਿਹਾ ਵੀ ਪੈਸੇ ਤਾਂ ਵਾਪਸ ਮੋੜਨ ਦੀ ਸ਼ੋਰਿਟੀ ਹੈ ਨਹੀਂ, ਵੀ ਤੁਸੀਂ ਕੋਰਟ ਆਰਡਰ ਦੇ ਦਿਓ ਵੀ ਫੈਡਰਲ ਗਵਰਨਮੈਂਟ ਆ ਉਹ ਕਵੇ ਕੈਨੇਡਾ ਦੀ ਐਮਬੈਸੀ ਨੂੰ ਕਿ ਇਹਨਾਂ ਬੱਚਿਆਂ ਨੂੰ ਵੀਜ਼ੇ ਗ੍ਰਾਂਟ ਕਰ ਦਿਓ, ਕਿਉਂਕਿ ਇਹਨਾਂ ਦੇ ਪੈਸੇ ਨਹੀਂ ਵਾਪਿਸ ਆਉਣੇ ਤੇ ਇਹ ਬੱਚੇ ਕੋਈ ਕ੍ਰਿਮੀਨਲ ਨਹੀਂ ਹੈਗੇ, ਕਿਸੇ ਦੀ ਵੀ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ, ਹਰ ਇੱਕ ਦਾ ਕੋਰਸ ਰੈਲੇਵੈਂਟ ਸੀ। ਕਿਉਂਕਿ ਜਦੋਂ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਡਿਸੀਜਨ ਰਿਲੀਜ਼ ਕੀਤੇ ਉਹ ਤੋਂ ਬਲਾਈਂਡਲੀ ਰਿਜੈਕਸ਼ਨ ਦਿੱਤੀਆਂ ਤੇ ਮੇਰਾ ਕੇਸ ਤਾਂ ਕੋਰਟ ਦੇ ਵਿੱਚ ਵੀ ਸਾਬਿਤ ਹੋਇਆ ਕਿ ਡਿਸਕ੍ਰਿਮੀਨੇਸ਼ਨ ਦਾ। ਇੱਕ ਬੱਚੇ ਨੂੰ ਪਹਿਲਾਂ ਵੀਜ਼ਾ ਆਫਿਸਰ ਕਹਿ ਰਿਹਾ ਕਿ ਤੇਰੀ ਸਟੱਡੀ ਰੈਲੇਵੈਂਟ ਆ, ਤੂੰ ਸਟੱਡੀ ਕਰ ਸਕਦਾ, 10 ਮਹੀਨੇ ਬਾਅਦ ਉਹਦਾ ਕੀ ਇੰਟਰਸਟ ਮੂਡ ਚੇਂਜ ਹੋ ਗਿਆ ਉਹੀ ਬੱਚੇ ਦੀ ਫਾਈਲ ਉੱਤੇ। ਇੱਕ ਬੰਦੇ ਦੇ ਵਿਊ ਨਾਲ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ। ਤਾਂ ਕੱਲੀ ਇੱਕ ਮੈਂ ਨਹੀਂ, ਮੇਰੇ ਨਾਲੋਂ 501 ਹੋਰ ਵੀ ਨੇ। ਤੇ ਨਿਸ਼ਾ ਜੱਜ ਸਾਹਿਬ ਦਾ ਡਿਸੀਜਨ ਇਸ ਦੇ ਤੁਹਾਡੇ ਕੇਸ ਦੇ ਵਿੱਚ ਜੱਜ ਸਾਹਿਬ ਦਾ ਡਿਸੀਜਨ ਆ ਗਿਆ ਜੀ, ਵਰਡਿਕਟ ਦੇਤਾ ਉਹਨਾਂ ਨੇ? ਹਾਂਜੀ, ਉਹਨਾਂ ਨੇ ਆਪਣੀ ਜਿਹੜੀ ਜੱਜਮੈਂਟ ਆ ਉਹ ਇਹ ਦਿੱਤੀ ਵੀ ਕੈਨੇਡਾ ਦੀ ਗਵਰਨਮੈਂਟ ਹੈਲਪ ਕਰ ਦੇਵੇ ਬੱਚਿਆਂ ਦੀ, ਪਰ ਮੈਂ ਆਪਦੇ ਵੱਲੋਂ ਕੋਈ ਵੀ ਸਟੇਟਮੈਂਟ ਆ ਉਹ ਪਾਸ ਨਹੀਂ ਕਰਨੀ। ਫਿਰ ਅਸੀਂ ਆਪਦੇ ਲਾਇਰ ਨੂੰ ਕਿਹਾ ਕਿ ਆਪਾਂ ਦੁਬਾਰਾ ਰੀ ਅਪੀਲ ਕਰ ਦਿੰਦੇ ਹਾਂ, ਕਿਉਂਕਿ ਗਵਰਨਮੈਂਟ ਨਾਲ ਵੀ ਗੱਲ ਕੀਤੀ ਸਾਡੇ ਲਾਇਰ ਨੇ, ਕੋਈ ਇੱਦਾਂ ਦੀ ਗੱਲ ਨਹੀਂ। ਗਵਰਨਮੈਂਟ ਨੂੰ ਲੈਟਰਸ ਪਾਈਆਂ ਕਿ ਜੱਜ ਸਾਹਿਬ ਨੇ ਇਹ ਗੱਲ ਕਹੀ ਆ ਵੀ ਹੁਣ ਤੁਸੀਂ ਮਦਦ ਕਰ ਦਿਓ। ਫੈਡਰਲ ਗਵਰਨਮੈਂਟ ਨੂੰ ਕਿਹਾ, ਕਿਊਬਿਕ ਗਵਰਨਮੈਂਟ ਨੂੰ ਕਿਹਾ, ਕੈਨੇਡਾ ਦੀ ਐਮਬੈਸੀ ਨੂੰ ਕਿਹਾ, ਸਭ ਨੇ ਇਹੀ ਗੱਲ ਕਹੀ ਕਿ ਅਸੀਂ ਇੰਟਰਸਟਡ ਨਹੀਂ ਹੈਲਪ ਕਰਨ ਦੇ ਵਿੱਚ। ਦਿਸ ਇਜ਼ ਨਾਟ ਦੀ ਮੈਟਰ ਆਫ ਆਵਰ ਇੰਟਰਵੈਂਸ਼ਨ। ਇਹ ਰਿਸਪੌਂਸ ਆਇਆ ਹੈ। ਤਾਂ ਹੀ ਅਸੀਂ ਕਿਹਾ ਕਿ ਆਪਣੇ ਇੱਥੋਂ ਪੰਜਾਬ ਦੇ ਵਿੱਚੋਂ ਕਿੰਨੀਆਂ ਕੈਨੇਡਾ ਦੇ ਵਿੱਚ ਹਾਇਰ ਅਥਾਰਟੀਜ਼ ਆ, ਜਗਮੀਤ ਸਿੰਘ ਜੀ ਆ, ਉਹਨਾਂ ਨਾਲ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਕਿਸੇ ਵੱਲੋਂ ਕੋਈ ਵੀ ਸੁਣਵਾਈ ਆ ਜਿਹੜੀ ਉਹ ਨਹੀਂ ਕੀਤੀ ਗਈ। ਹਜੇ ਤੱਕ ਕੋਈ ਸੁਣਵਾਈ ਨਹੀਂ, ਕੋਈ ਵੀ ਮਦਦ ਲਈ ਅੱਗੇ ਨਹੀਂ ਆ ਰਿਹਾ। ਬਿਲਕੁਲ। ਮਨੀ ਰਾਏ, ਤੁਸੀਂ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ? ਸਰ ਐਡ ਤਾਂ ਇਹੀ ਕਰਨਾ ਹੈ ਕਿ ਸਾਡੀ ਜਿਹੜੀ ਇਹ ਪ੍ਰੋਬਲਮ ਹੈ ਜਲਦੀ ਤੋਂ ਜਲਦੀ ਖਤਮ ਕੀਤੀ ਜਾਵੇ। ਤੁਹਾਨੂੰ ਪਤਾ ਹੈ ਕਿ ਗੈਪ ਪੈ ਰਿਹਾ ਆ ਤੇ ਸਾਡੀ ਕੋਈ ਅੱਗੇ ਫਰਦਰ ਸਟੱਡੀ ਸਟਾਰਟ ਨਹੀਂ ਹੋ ਰਹੀ ਕਿਉਂਕਿ ਪੈਸੇ ਤਾਂ ਸਾਡੇ ਸਾਰੇ ਹੀ ਉੱਥੇ ਫਸੇ ਹੋਏ ਨੇ। ਅੱਛਾ, ਘਰ ਤੋਂ ਟੈਨਸ਼ਨਾਂ ਨੇ, ਤੁਸੀਂ ਐਂ ਲਾ ਲਓ ਹੁਣ ਕੁਛ ਕੁੜੀਆਂ ਸੀ ਜਿਹੜੀਆਂ ਵਿਆਹ ਕੇ ਦੂਜੇ ਘਰੇ ਗਈਆਂ ਹੋਈਆਂ ਨੇ, ਹੁਣ ਉਹਨਾਂ ਦਾ ਰਹਿਣਾ ਵੀ ਬਹੁਤ ਔਖਾ ਹੈ ਕਿ ਉਹਨਾਂ ਦੇ ਸਹੁਰਿਆਂ ਦੇ ਪੈਸੇ ਲੱਗੇ ਹੋਏ ਨੇ ਜੀ। ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਅੰਦਰ ਤਾਂ ਵੈਸੇ ਹੀ ਵਿਆਹੀ ਕੁੜੀ ਦਾ ਔਖਾ ਹੁੰਦਾ ਉੱਥੇ ਰਹਿਣਾ। ਮਨੀ ਇੱਕ ਮਿੰਟ, ਮਨੀ ਤੇ ਨਿਸ਼ਾ ਹੋਲਡ ਕਰਨਾ ਦੋਨੋਂ ਬੇਟਾ। ਮੈਂ ਗੱਲ ਕੁਛ ਲੋਕਲ ਕਾਲਰਸ ਜਿਹੜੇ ਤੁਹਾਡੀ ਗੱਲ ਸੁਣ ਰਹੇ ਨੇ ਉਹ ਆਪਣਾ ਇਹ ਤੇ ਵਿਚਾਰ ਦੇਣਾ ਚਾਹੁੰਦੇ ਨੇ। ਕੈਸਰ ਭੈਣ ਜੀ, ਤੁਸੀਂ ਏਅਰ ਤੇ ਹੋ, ਸਤਿ ਸ੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ੍ਰੀ ਅਕਾਲ। ਹਾਂਜੀ, ਦੇਖ ਲਓ ਇਹੋ ਮਾਹੌਲ ਤੇ ਅਸੀਂ ਉੱਥੇ ਛੱਡ ਕੇ ਇੱਥੇ ਆਏ ਹਾਂ ਕਿ ਇੱਥੇ ਇਨਸਾਫ ਮਿਲਦਾ ਵੇ। ਉਹ ਕਹਿੰਦੇ ਨੇ ਮੂਸਾ ਡਰਿਆ ਮੌਤ ਤੋਂ ਤੇ ਮੌਤ ਅੱਗੇ ਖੜੀ। ਇੱਥੇ ਬੱਚੇ ਆਏ ਨੇ, ਇਹਨਾਂ ਨੇ ਉਹਨਾਂ ਦੇ ਮਾਂ ਬਾਪ ਨੇ ਪਾਈ ਜਮ੍ਹਾਂ ਕਰਕੇ ਉਧਾਰ ਲੈ ਕਿਸ ਤਰ੍ਹਾਂ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਤਾਲੀਮ ਹਾਸਲ ਕਰਨ। ਔਰ ਗੌਰਮੈਂਟ ਨੂੰ ਚਾਹੀਦਾ ਸਾਡੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਇਹਨੇ ਨੇ ਆਪਣੇ ਕੋਈ ਨਾ ਕੋਈ ਤੇ ਇਹਨਾਂ ਦਾ ਸਾਥ ਦੇਵੇ ਔਰ ਕੋਈ ਨਾ ਕੋਈ ਤੇ ਆਵਾਜ਼ ਉਠਾਵੇ ਕਿ ਬੱਚੇ ਆਪਣੇ ਸਮੁੰਦਰੋਂ ਪਾਰ ਇੱਥੇ ਆਏ ਨੇ, ਨਾ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ, ਨਾ ਉਹਨਾਂ ਦੀ ਫੀਸਾਂ ਮੋੜਦੇ, ਨਾ ਉਹਨਾਂ ਦੀ ਤਾਲੀਮ ਮੁਕੰਮਲ, ਤੇ ਫਿਰ ਇਹ ਕਾਹਦਾ ਇਨਸਾਫ ਹੋਇਆ। ਗੌਰਮੈਂਟ ਨੂੰ ਚਾਹੀਦਾ ਸੀ ਅੱਜ ਖੁਦ ਨੋਟਿਸ ਲੈਂਦੀ ਜਿੰਨਾ ਕਿ ਦੋਂਦਾ ਪਿਆ। ਲੇਕਿਨ ਚਲੋ ਬੱਚਿਓ ਅਸੀਂ ਦੁਆ ਕਰ ਸਕਦੇ ਹਾਂ, ਹਰ ਕੋਈ ਇਸੇ ਤਰ੍ਹਾਂ ਹੀ ਗੁਜ਼ਰਿਆ ਵੇ,
तो शायर ने कहा कि तुम ये वादे मुखालिफ से ना घबरा तू अकाब, ये तो तेज चलती है तुझे ऊंचा उड़ाने के लिए। नजर जिनकी खुदा पे हो, इरादे जिनके पुख्ता हों, तलातम खेज मौजों से वो घबराया नहीं करते। 100 बार जब हकीकत आ तब नहीं हुआ। अल्लाह ते भरोसा रखो, बस दुआ कर सकने हैं कि अल्लाह तुहाडी मुश्किल आसान करे और गवर्नमेंट इनू भी इस मसले नू भी हल करे और अदारियां वालियां नू भी पूछे कि तुसी फीस नहीं लै लेंदे, अदारे को बंद करते या फीसा वापस करो। बिल्कुल जी, अगे गल करांगे इस ते। सर गुरबख्श सिंह संघेड़ा जी। सत श्री अकाल जी ਗਿੱਲ ਸਾਹਿਬ। जी सत श्री अकाल ਗਿੱਲ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਇਹ ਇੱਕ ਚੋਰ ਬਾਜ਼ਾਰੀ ਹੈ, ਕਦੋਂ ਇੱਕ ਠੱਗਾਂ ਦਾ ਗਰੁੱਪ ਹੈ ਜਿਹੜਾ ਕਿ ਆਪਾਂ ਪੰਜਾਬ ਤੋਂ ਆਏ ਹਾਂ, ਆਪਾਂ ਜਿਹੜੇ ਪਰਿਵਾਰਾਂ ਚੋਂ ਆਏ ਹਾਂ, ਇੰਨਾ ਪੈਸਾ ਕੋਈ ਬਰਬਾਦ ਨਹੀਂ ਕਰ ਸਕਦਾ ਔਰ ਇਹਨਾਂ ਨੇ ਲੀਗਲ ਢੰਗ ਦੇ ਨਾਲ ਸਾਰਾ ਕੁਝ ਕੀਤਾ। ਔਰ ਇੱਥੇ ਜਦੋਂ ਅਸੀਂ ਦੇਖਦੇ ਹਾਂ, ਆਪਾਂ ਵੀ ਡਾਊਨਟਾਊਨ ਦੇ ਵਿੱਚ ਬੜੇ ਬੜੇ ਸਾਈਨ ਬੋਰਡ ਲੱਗੇ ਆ, ਇਹ ਫਲਾਨਾ ਕਾਲਜ ਆ, ਢੀਂਗੜਾ ਕਾਲਜ ਆ, 2-2 ਕਮਰੇ ਉਹਦੇ ਹੁੰਦੇ ਆ। ਸਭ ਤੋਂ ਵੱਡੀ ਜ਼ਿੰਮੇਵਾਰੀ ਹੈਗੀ ਸਾਡੀ ਇੱਥੋਂ ਦੀ ਸਰਕਾਰ ਦੀ ਕਿ ਇਹ ਜਿਹੜੀ ਲੁੱਟ ਖਸੁੱਟ ਇੱਥੇ ਲੋਕਾਂ ਨੇ ਸ਼ੁਰੂ ਕੀਤੀ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਕੈਨੇਡਾ ਸਰਕਾਰ ਨੇ ਵੀ ਇਸ ਕਰਕੇ ਕਿ ਇਹ ਇੱਕ ਬੜਾ ਵੱਡਾ ਬਿਜ਼ਨਸ ਆ ਇਹਨਾਂ ਦਾ। ਪਰ ਉਸ ਬਿਜ਼ਨਸ, ਉਹ ਜਿਹੜਾ ਬਿਜ਼ਨਸ ਬਣਾਇਆ ਜਿਨ੍ਹਾਂ ਨੇ ਇੰਨੇ ਪੈਸੇ ਦੇਣੇ ਆ, ਉਹਨਾਂ ਦੀ ਪੜ੍ਹਾਈ ਦੇ ਲਈ ਆ, ਨਾ ਕਿ ਉਹਨਾਂ ਦੀ ਲੁੱਟ ਖਸੁੱਟ ਦੇ ਲਈ ਆ। ਇਹ ਕਈਆਂ ਕਾਲਜਾਂ ਦਾ ਆਪਾਂ ਸੁਣਿਆ ਔਰ ਮੈਂ ਇੱਥੋਂ ਵਾਲੀਆਂ ਸਾਡੀਆਂ ਸੁਸਾਇਟੀਆਂ ਨੂੰ ਵੀ ਬੇਨਤੀ ਕਰੂੰਗਾ ਔਰ ਖਾਸ ਕਰਕੇ ਜਿਹੜੀ ਅਸੀਂ ਨਾ ਅਸੀਂ ਬੜਾ ਖੁਸ਼ ਹੁੰਦੇ ਅਸੀਂ ਇੰਨੇ MP ਜਿਤਾ ਕੇ ਭੇਜਦੇ, ਉਹਨਾਂ MPਆਂ ਨੂੰ ਅਸੀਂ ਹੋਰ ਕਿਤੇ ਯੂਜ਼ ਨਹੀਂ ਕਰਨਾ। ਉਹਨਾਂ MPਆਂ ਦੀ ਸਭ ਤੋਂ ਵੱਡੀ ਰਿਸਪੋਂਸੀਬਿਲਿਟੀ ਬਣਦੀ ਆ ਕਿ ਇਹ ਜਿਹੜੀ ਇੱਥੇ ਚੋਰ ਬਾਜ਼ਾਰੀ ਹੁੰਦੀ ਆ, ਸਾਡੇ ਇਹ ਛੋਟੇ ਛੋਟੇ ਜਿਹੜੇ ਨਵੇਂ ਬੱਚੇ ਆ, ਉਹਨਾਂ ਦਾ ਇਹ ਇੱਕ ਕਿਸਮ ਦਾ ਸ਼ੋਸ਼ਣ ਹੈ ਜਿਹੜਾ ਹੋ ਰਿਹਾ। ਜੇ ਅਸੀਂ ਇਹ ਕੰਮ ਨਹੀਂ ਕਰਨੇ ਜਿਹੜਾ ਕਿ ਸਰਕਾਰ ਦੀ ਜ਼ਿੰਮੇਵਾਰੀ, ਤਾਂ ਫਿਰ ਅਸੀਂ ਉੱਥੇ ਜਾ ਕੇ ਕੀ ਲੈਣਾ ਵੀ ਕੱਲ੍ਹ ਦੀ ਅਸੀਂ ਦਮਗਜੇ ਮਾਰਦੇ ਹਾਂ। ਇਸ ਕਰਕੇ ਬੜੀ ਵੱਡੀ ਇਹ ਸਮੱਸਿਆ ਆ। ਇਸ ਸਮੱਸਿਆ ਦੇ ਹੱਲ ਲਈ ਸਾਡਾ ਇੱਥੇ ਬੈਠਿਆਂ ਦਾ ਫਰਜ਼ ਬਣਦਾ ਕਿ ਅਸੀਂ ਤਾਂ ਪੰਜਾਬ ਦੀਆਂ ਤੇ ਇੰਡੀਆ ਦੀਆਂ ਗੱਲਾਂ ਕਰਦੇ, ਉੱਥੇ ਆਹ ਹੁੰਦਾ ਤੇ ਉੱਥੇ ਉਹ ਹੁੰਦਾ। ਲੁੱਟ ਲਿਆ ਲੋਕਾਂ ਨੂੰ ਸਰਕਾਰਾਂ ਨੇ, ਤੇ ਆਹ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਹੀ ਇੱਥੇ ਸਾਰਾ ਕੁਝ ਹੋ ਰਿਹਾ। ਜੇ ਅਸੀਂ ਇੱਕ ਵਧੀਆ ਕੰਟਰੀ ਸਮਝ ਕੇ ਆਏ ਸੀ, ਤੇ ਸਾਡਾ ਹੁਣ ਫਰਜ਼ ਵੀ ਬਣਦਾ ਕਿ ਜਦੋਂ ਏਦਾਂ ਦੀਆਂ ਇੱਥੇ ਹਰਕਤਾਂ ਹੁੰਦੀਆਂ, ਉਹ ਇਹਨਾਂ ਕਰਤੂਤਾਂ ਕਰਨ ਵਾਲਿਆਂ ਦੇ ਅਸੀਂ ਮਗਰ ਜਿਹੜਾ ਉਹਨਾਂ ਨੂੰ ਨੰਗੇ ਕਰੀਏ। ਤੇ ਤੁਹਾਡਾ ਥੈਂਕ ਯੂ ਫੇਰੇ ਲਿਆਉਣ ਦਾ, ਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ, ਇੱਥੇ ਸਾਰੇ ਅਦਾਰਿਆਂ ਨੂੰ, ਕਿ ਇਕਜੁੱਟ ਹੋ ਕੇ ਇਹ ਲੜਾਈ ਨੂੰ ਲੜਿਆ ਜਾਵੇ। ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਜਾਨੂੰ ਲੇਟ ਨਾ ਹੋ ਜਾਏ, ਬੱਚੇ ਬਹੁਤ ਦੁਖੀ ਨੇ, ਇਹਨਾਂ ਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ। ਜਿੱਥੇ ਜਿੱਥੇ ਮੇਰੀ ਪਹੁੰਚ ਹੈ ਇਸ ਨੂੰ ਪਰਸਿਊ ਕਰਾਂਗੇ ਅਸੀਂ ਆਪਣੇ ਰੇਡੀਓ ਵੱਲੋਂ। ਇਸ ਦੇ ਬਾਰੇ ਕੰਸਰਨਡ ਜਿਹੜੇ ਕਾਲਜ ਨੇ ਜਾਂ ਸਾਡੇ MP ਸਾਡੀ ਜਿਹੜੀ ਗੱਲ ਸੁਣਦੇ ਨੇ, ਵਿਰੋਧੀ ਧਿਰ ਦੇ ਨੇ ਜਾਂ ਲਿਬਰਲਸ ਦੇ ਨੇ, ਸਾਡੀ ਅਸੀਂ ਗੱਲ ਪਹੁੰਚਦੀ ਕਰਾਂਗੇ ਜ਼ਰੂਰ। ਅਮਰੀਕ ਸਿੰਘ ਜੀ, ਲਾਈਨ ਨੰਬਰ 6। ਹਾਂਜੀ ਅਸੀਂ ਓਕੇ, ਥੈਂਕ ਯੂ ਜੀ ਕਾਲ ਲੈਣ ਦਾ ਜੀ। ਜਿੱਥੇ ਮੇਰਾ ਖਿਆਲ ਹੈ ਕਿ ਜਿਹੜੇ ਇਹਨਾਂ ਦੀ ਜੱਜਮੈਂਟ ਦਿੱਤੀ ਆ ਉਸ ਨੂੰ ਫਰਦਰ ਜੁਡੀਸ਼ੀਅਲ ਰਿਵਿਊ ਲਈ ਆ ਸਕਦੇ ਆ। ਮੈਂ ਕੋਈ ਲਾਇਰ ਨਹੀਂ, ਮੈਂ ਇੱਕ ਨੋਰਮਲ ਪਰਸਨ ਹਾਂ। ਔਰ ਜਿਹੜੀ ਉਸ ਦੀ ਫੀਸ ਆ ਵਕੀਲ ਦੀ ਹੋਏਗੀ, ਮੈਂ ਟੂਵਰਡਸ $500 ਪੇ ਕਰੂੰਗਾ। ਥੈਂਕ ਯੂ ਜੀ ਅਮਰੀਕ ਸਿੰਘ ਜੀ। ਕੋਈ ਗੱਲ ਨਹੀਂ, ਮੈਂ ਹੋਰ ਕਾਲਰਸ ਨਾਲ ਗੱਲ ਕਰਕੇ ਉਹਨਾਂ ਨਾਲ ਵੀ ਸਲਾਹ ਲੈ ਲਈਏ। ਸਰ ਬਲਜੀਤ ਸਿੰਘ ਔਲਖ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਇਹ ਤਾਂ ਉਹ ਗੱਲ ਹੋਊਗੀ, ਇੰਡੀਆ 'ਚ ਮੈਂ 90-91 'ਚ ਮੈਂ 11ਵੀਂ ਪਾਸ ਕੀਤੀ ਸੀਗੀ, 12ਵੀਂ ਕੀਤੀ, ਤੇ ਉਦੋਂ ਤਾਂ 4 ਇੰਜੀਨੀਅਰਿੰਗ ਕਾਲਜ ਹੁੰਦੇ ਸੀ ਇੰਡੀਆ 'ਚ। ਉਹ ਸੌਰੀ ਪੰਜਾਬ 'ਚ 4-5 ਇੰਜੀਨੀਅਰਿੰਗ ਕਾਲਜ ਸੀਗੇ, ਤੇ B.Ed ਕਾਲਜ ਵੀ 4-5 ਹੀ ਸੀਗੇ। ਮੁੜ ਕੇ ਉਹ ਮਸ਼ਰੂਮਾਂ ਵਾਂਗੂ ਖੁੱਲ ਗਏ ਸੀ ਉੱਥੇ, ਤੇ ਦੁਕਾਨਦਾਰੀ ਸਿਸਟਮ ਸੀਗਾ ਉੱਥੇ। ਉਹੀ ਹਾਲ ਇੱਥੇ ਹੈ ਜੀ। ਹੁਣ ਉਹ ਸਾਰੇ ਫੇਲ ਹੋਏ ਪਏ ਆ ਉੱਥੇ, ਉੱਥੋਂ ਕੋਈ ਸਾਰੇ ਬੱਚੇ ਇੱਧਰ ਨੂੰ ਆਈ ਜਾਂਦੇ ਨੇ, ਫੇਲ ਨੇ, ਕਾਲਜ ਬੰਦ ਨੇ ਉੱਥੇ। ਇੱਥੇ ਹੁਣ ਇਹਨਾਂ ਨੇ ਦੁਕਾਨਦਾਰੀਆਂ ਸ਼ੁਰੂ ਕੀਤੀਆਂ ਹੋਈਆਂ, 2-2 ਕਮਰਿਆਂ 'ਚ ਕਾਲਜ ਹੈ, ਤੇ ਇੰਟਰਨੈਸ਼ਨਲ ਬੱਚਿਆਂ ਲਈ ਕਾਲਜ ਨੇ ਉਹ 2-2 ਕਮਰਿਆਂ ਵਾਲੇ। ਉਹ ਤਾਂ ਹੋਣੇ ਨਹੀਂ ਚਾਹੀਦੇ ਇੱਥੇ ਲੋਕਲ ਲਈ। ਉਹ ਜਿਹੜੇ ਛੋਟੇ ਡਿਪਲੋਮਾ ਕੋਰਸਿਸ ਹੈ, ਛੋਟੇ, ਜਾਨੀ ਕਿ ਇੱਥੇ ਕਿਸੇ ਨੇ ਲੇਬਰ ਕਲਾਸ ਲਈ ਉਹ ਛੋਟੇ ਜਿਹੜੇ ਕਾਲਜ ਨੇ, ਉਹਨਾਂ ਲਈ ਠੀਕ ਹੈ ਵੀ ਛੋਟਾ ਜਿਹਾ ਕੋਰਸ ਕਰਨਾ ਹੈ, ਉਹਨਾਂ ਲਈ ਤਾਂ ਓਕੇ ਹੈ। ਇੰਟਰਨੈਸ਼ਨਲ ਬੱਚਿਆਂ ਲਈ ਤਾਂ ਵੱਡੇ ਕਾਲਜ ਹੋਣੇ ਚਾਹੀਦੇ, ਜਿਵੇਂ ਯੂਨੀਵਰਸਿਟੀਆਂ ਨੇ, ਉਹ ਵੱਡੇ ਕਾਲਜ ਹੋਣ ਤਾਂ ਉਹਦਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ ਜੀ। ਇਹ ਤਾਂ ਇੱਥੇ ਸ਼ੋਸ਼ਣ ਹੋ ਰਿਹਾ, ਜਾਨੀ ਕਿ ਅੱਗੇ ਲੇਬਰ ਕਹਿ ਕੇ ਲਿਆਉਂਦੇ ਸੀ, ਹੁਣ ਪੜ੍ਹੀ ਲਿਖੀ ਲੇਬਰ ਆਉਣ ਵਾਲੀ ਗੱਲ ਆ। ਇਹ ਤਾਂ ਸ਼ੋਸ਼ਣ ਕਰ ਰਹੇ ਆ। ਇਹ ਗਵਰਨਮੈਂਟ ਨੂੰ ਇਹ ਪਾਲਿਸੀ ਚੇਂਜ ਕਰਨੀ ਚਾਹੀਦੀ ਹੈ। ਨਾਲੇ ਤਾਂ ਸਾਰੇ ਇੱਥੋਂ ਵਾਲੇ ਦੁਖੀ ਨੇ, ਨਾਲੇ ਕਹਿੰਦੇ ਆ ਕਦੇ ਰੈਂਟ ਵੱਧ ਗਿਆ, ਕਦੇ ਕੁਛ ਹੋ ਗਿਆ, ਸਾਰੇ ਪਾਸੇ ਇਹ ਗਵਰਨਮੈਂਟ ਦੀ ਪਾਲਿਸੀ ਨਹੀਂ ਗੁੱਡ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸਤਚਰਨ ਸਿੰਘ ਔਲਖ ਜੀ, ਲਾਈਨ ਨੰਬਰ 4। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਇਹ ਜੀ ਵਧੀਆ ਗੱਲ ਕੀਤੀ ਹੈ ਵੀ ਰਾਮਾ ਦਿੱਤਾ ਵੀ ਅਸੀਂ ਕਾਲ ਨਹੀਂ ਕਰਦੇ ਜੇ ਕੋਈ ਪੰਜਾਬ ਦਾ ਗੱਲ ਹੋਵੇ, ਤੇ ਉਸ ਵੇਲੇ ਤੁਹਾਡੀ ਵਾਰੀ ਨਹੀਂ ਹੁੰਦੀ ਕਿਸੇ ਦੀ, ਸਾਨੂੰ ਕਈ ਵਾਰ ਡਰਾਪ ਕਰਨਾ ਪੈਂਦਾ ਫੋਨ। ਜੀ ਜੀ। ਤੇ ਤੁਸੀਂ ਵਧੀਆ ਗੱਲ ਕੀਤੀ ਹੈ, ਲਾਮਾ ਦਿੱਤਾ, ਤੁਹਾਡਾ ਸਿਰ ਬੱਤੇ ਮਨਜ਼ੂਰ ਆ, ਤੁਹਾਡਾ ਲਾਮਾ।
ਪਰ ਸਾਡੇ ਜਿਹੜੇ ਕਾਲਰ ਹੈ ਇਹਨਾਂ ਦੇ ਵਾਸ ਕੁਝ ਵੀ ਨਹੀਂ ਹੈਗਾ, ਸਿਰਫ ਕਾਲ ਹੀ ਕਰ ਸਕਦੇ ਅਸੀਂ। ਜਿਹੜੇ ਵਾਸ ਪ੍ਰੈਕਟੀਕਲੀ ਜਿਹੜੀ ਆ, ਜਿਹੜੀ ਤੁਸੀਂ ਆਪਣੀ ਡਿਊਟੀ ਠੀਕ ਕਰ ਰਹੇ ਜੇ, ਤੁਸੀਂ ਆਵਾਜ਼ ਉਠਾ ਰਹੇ ਜੀ, ਪਰ ਅਗਲੇ ਬੰਦੇ ਦਾ ਪਤਾ ਨਹੀਂ ਅਸਰ ਕਿੰਨਾ ਕੁ ਹੋਊਗਾ। ਅਸਲੀ ਜਿਹੜੀ ਪ੍ਰੈਕਟੀਕਲੀ ਜਿਹੜੀ ਆ, ਜਿਹੜੇ ਅਸੀਂ MP ਚੁਣ ਕੇ ਭੇਜਦੇ ਆ, ਜਿਹੜੇ ਉਹਨਾਂ ਦੇ ਵਜ਼ੀਰ ਬਣ ਬੈਠੇ ਆ ਨਾ, ਇਹ ਉਹਨਾਂ ਦੀ ਡਿਊਟੀ ਹੈ ਜਿਹੜੀ ਉਹ ਫਾਈਲ ਇੱਕ ਹੀ ਲੈਣ ਤੇ ਉਹ ਆਪਣੇ ਸੈਕਟਰੀਆਂ ਕੋ ਜਾਂ ਕਿਸੇ ਕੋ, ਜੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਤੇ ਉਹਨਾਂ ਦੀ ਮਦਦ। ਔਲਖ ਸਾਹਿਬ ਕੱਖ ਵੀ ਨਹੀਂ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਬਹੁਤ ਲੰਮਾ ਸਮਾਂ ਇੱਥੇ ਰਹੇ ਹੋ। ਇੱਕ ਇਲੈਕਟਡ ਅਫੀਸ਼ੀਅਲ ਨੂੰ ਇਹ ਫਾਈਲ ਜਾਂ ਇਸ ਨੂੰ ਕੰਸਰਨ ਅੱਗੇ ਭੇਜਣਾ ਕੱਖ ਵੀ ਨਹੀਂ ਹੈ, ਚਾਹੇ ਰੂਲਿੰਗ ਪਾਰਟੀ ਦਾ ਚਾਹੇ ਆਪੋਜੀਸ਼ਨ ਦਾ। ਹੁਣ ਇਹ ਬੱਚੇ ਕਿੰਨੀ ਪੇਨ 'ਚੋਂ ਨੇ, ਅਤੇ ਇਹਦੇ 'ਚ ਆਪਾਂ, ਮੈਨੂੰ ਇਹ ਆ ਵੀ ਜਿੰਨਾ ਆਪਣਾ ਸ਼ੋਅ ਹੈ ਉਹਨੂੰ ਸੁਣਦੇ ਆ ਸਾਰੇ ਰੇਡੀਓ ਹੋਸਟਾਂ ਨੂੰ, ਸਾਰੇ ਰੇਡੀਓ ਨੂੰ ਸਾਰੇ ਲੈਵਲ 'ਤੇ ਸੁਣਿਆ ਜਾਂਦਾ ਹੈ। ਉਹਨਾਂ ਨੇ ਡਿਊਟੀਆਂ ਲਾਈਆਂ ਬੰਦਿਆਂ ਦੀਆਂ, ਸਰਕਾਰਾਂ ਤੱਕ ਪਹੁੰਚ ਹੁੰਦੀ ਹੈ। ਇਹ ਗੱਲ ਜਦ ਤੁਰੂਗੀ ਤਾਂ ਇਹਦਾ ਆਪਾਂ ਸਲਿਊਸ਼ਨ ਵੀ ਕੱਢਾਂਗੇ। ਅਤੇ ਤੁਸੀਂ ਇਸ ਨੂੰ ਕੀ ਸੋਚਦੇ ਹੋ, ਇਸ ਨੂੰ ਕਿਵੇਂ ਪਰਸਿਊ ਕੀਤਾ ਜਾਵੇ? ਇਹਦਾ ਨਹੀਂ, ਤੁਸੀਂ ਬਿਲਕੁਲ ਮੈਂ ਕਹਿਤਾ ਵੀ ਤੁਸੀਂ ਤੇ ਆਪਣਾ ਜੌਬ ਜਿਹੜੀ ਹੈ ਬਹੁਤ ਵਧੀਆ ਕਰ ਰਹੇ ਜੀ। ਤੁਸੀਂ ਅੱਗੇ ਗੱਲ ਤੁਹਾਡੀ ਜਿਹੜੀ ਆਵਾਜ਼ ਪਹੁੰਚਦੀ ਆ, ਪਰ ਅਗਲੇ ਬੰਦੇ ਬੈਠੇ ਆ, ਜਿਹੜੇ ਬੰਦੇ ਚੋੜ ਕੇ ਗਏ ਬੈਠੇ ਆ, ਉਹ ਘੋਗਲ ਕੰਨੇ ਬਣ ਕੇ ਬਹਿ ਜਾਂਦੇ ਆ। ਜਦੋਂ ਉਹਨਾਂ ਦੇ ਹੱਥ ਦੇ ਵਿੱਚ ਆਪਣੀ MPA ਆ ਜਾਂਦੀ ਹੈ ਜਾਂ ਉਹਨਾਂ ਕੋਲ ਵਜ਼ੀਰੀ ਆ ਜਾਂਦੀ ਆ, ਉਹਨਾਂ ਵਾਸਤੇ ਦੁਨੀਆ ਭੁੱਲ ਜਾਂਦੀ ਆ। ਜਿਸ ਤਰ੍ਹਾਂ ਹੁਣ ਇਹ ਦੋਵੇਂ ਬੱਚੇ ਨਹੀਂ ਹੋਣ ਇੰਟੈਲੀਜੈਂਟ ਦੋਵੇਂ ਬੱਚੇ ਆ, ਇਹਨਾਂ ਨੇ ਆਪਣੇ ਉੱਥੋਂ ਤੋਂ ਏਜੰਟਾਂ ਦੀ ਗੱਲ ਕੀਤੀ ਆ, ਉਹਨਾਂ ਕੋਲ ਤਾਂ ਲੱਖਾਂ ਰੁਪਈਏ ਦੇ ਰਹੇ, ਤੇ ਇੱਕ ਉਹਨਾਂ ਹੜੱਪ ਕਰ ਲੈਂਦੇ ਆ, ਮੁੜ ਕੇ ਉਹ ਆਵਾਜ਼ ਉਹ ਜੂ ਨਹੀਂ ਸਰਕਦੀ। ਉਹਨਾਂ ਕੋਲ ਉਹ ਪੈਸੇ ਕਢਾਉਣੇ ਜਾਂ ਉਹਨਾਂ ਕੋਲ ਸਵਾਲ ਵੀ ਕਰਨਾ, ਇੱਕ ਜਿਸ ਤਰ੍ਹਾਂ ਬਲੈਕ ਹੋਲ ਦੇ ਵਿੱਚ ਪੈਸੇ ਸੁੱਟ ਦੇਣੇ, ਬਲੈਕ ਹੋਲ ਦੇ ਵਿੱਚ ਪੈਸੇ ਸੁੱਟ ਦੇਣੇ ਆ, ਉਹਦੇ ਬਿਲਕੁਲ ਨਹੀਂ ਕਿਤੇ ਵੀ ਨਾ ਉੱਥੇ ਸੁਣਵਾਈ ਆ ਨਾ ਇੱਥੇ ਆ। ਇਹ ਬੱਚੇ ਵਿਚਾਰੇ ਚੰਗੇ ਫਿਊਚਰ ਲਈ ਕਾਬੂ ਆ ਜਾਂਦੇ ਆ, ਤੇ ਇਹ ਬਦਕਿਸਮਤੀ ਆ ਸਾਡੀ ਵੀ ਉੱਥੇ ਨਾ ਪੰਜਾਬ 'ਚ ਕੋਈ ਆਵਾਜ਼ ਪੁੱਛਦਾ, ਨਾ ਇੱਥੇ ਵੀ ਉਹ ਗੱਲ ਬਣੀ ਆ। ਇੱਥੋਂ ਦਾ ਕੋਈ ਬਾਹਲਾ ਕਸੂਰ ਨਹੀਂ ਮੈਂ ਗਿਣਦਾ, ਕਿਉਂਕਿ ਇਹਨਾਂ ਕੋਲ ਬਹੁਤ ਹੋਰ ਮਸਲੇ ਆ, ਗੌਰਮੈਂਟਾਂ ਕੋਲ ਬਹੁਤ ਹੀ ਜ਼ਿਆਦਾ ਅੰਤਰਾਂ ਦੇ ਆ, ਤੇ ਉਹ ਧਿਆਨ ਜਿੰਨਾ ਕੁ ਦੇ ਸਕਦੇ ਆ ਦਿੰਦੇ ਆ। ਹੁਣ ਪ੍ਰਾਈਮ ਮਿਨਿਸਟਰ ਇਕੱਲਾ ਤੇ ਨਹੀਂ ਇਹ ਚੀਜ਼ਾਂ। ਬਿਲਕੁਲ ਜੀ ਬਿਲਕੁਲ, ਕੋਈ ਨਾ, ਆਪਾਂ ਆਪਣੇ ਵੱਲੋਂ ਇਸ ਤੇ ਪਹਿਰਾ ਦਿੰਦੇ ਹਾਂ, ਅੱਗੇ ਤੋਰਾਂਗੇ। ਅਮਰੀਕ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ, ਤੁਹਾਡੀ ਕੋਈ ਗੱਲ ਰਹਿ ਗਈ? ਸੌਰੀ, ਤੁਸੀਂ ਕੋਈ ਨਾ, ਸੌਰੀ, ਮੇਰੀ ਗੱਲ ਉਹੀ ਸੀ, ਰਿਪੀਟ ਕਰਨੀ ਮੈਂ ਕਰ ਰਿਹਾ ਕਿ ਇਹ ਐਕਸ਼ਨ ਜਿਹੜਾ ਹੈ ਫਰਦਰ ਗਲੈਂਡ ਲਈ ਮੈਂ $500 ਐਜ਼ ਅ ਲਾਅਰ ਦੀ ਫੀਸ ਦੇਣ ਨੂੰ ਤਿਆਰ ਹਾਂ। ਠੀਕ ਹੈ ਜੀ, ਥੈਂਕ ਯੂ ਸਰ ਜੀ, ਥੈਂਕ ਯੂ। ਸਰ ਭੁਲਿੰਦਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਫਿਲਹਾਲ ਦੀ ਘੜੀ ਤਾਂ ਜੀ ਜਿਵੇਂ ਪਿਛਲੇ ਕਾਲਰ ਸਾਹਿਬ ਕਹਿ ਕੇ, ਆਪਾਂ ਰਾਈਟ ਨਾਓ ਇਹਨਾਂ ਦੀ ਹਜੇ ਇਹੀ ਮਦਦ ਕਰ ਸਕਦੇ ਵੀ ਆਪਾਂ ਜਿਵੇਂ ਤੁਹਾਡੇ ਕੋਲ ਵਕੀਲਾਂ ਦੀ ਟੀਮ ਜਾਂ ਕੋਈ ਸਲਾਹ ਮਸ਼ਵਰਾ ਤੇ ਆਪਾਂ ਪੈਸੇ ਦੀ ਹੈਲਪ ਕਰ ਸਕਦੇ ਹਾਂ, ਜਿਹੜੀ ਅਚਨਚੇਤ ਇਹਨਾਂ ਨੂੰ ਰਾਈਟ ਵੇ ਹੈਲਪ ਚਾਹੀਦੀ ਆ। ਤੇ ਰਹੀ ਗੱਲ ਇਹ ਮੋਗੇ ਤੋਂ ਬਿਲੋਂਗ ਕਰਦੇ ਆ, ਤੇ ਜਿਹੜੀ ਸੱਚੀ ਗੱਲ ਬੋਲਣੀ ਚਾਹੀਦੀ, ਇਹਨਾਂ ਨੂੰ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਜਗਮੀਤ ਸਿੰਘ ਹੋ ਗਿਆ, ਜਿੰਨੇ ਵੀ MP ਪੰਜਾਬੀ ਜਿੱਤੇ ਤੁਸੀਂ 1% ਵੀ ਉਮੀਦ ਰੱਖੋ ਇਹਨਾਂ ਤੋਂ। ਇਹਨਾਂ ਨੇ ਕਿਸੇ ਦੀ ਬਾਂਹ ਨਹੀਂ ਫੜਨੀ, ਤੁਸੀਂ ਸਿਰਫ ਠੀਕ ਆ ਕਿ ਕੈਨੇਡਾ ਬਿਜ਼ੀ ਬਹੁਤ ਆ। ਹਰੇਕ ਆਪਾਂ ਜੇ ਕਾਨੂੰਨੀ ਲੜਾਈ ਲੜਾਂਗੇ ਉਹਦੇ ਵਿੱਚ ਅਸੀਂ ਰਾਈਟ ਨੂੰ ਅਸੀਂ ਤੁਹਾਡੀ ਪੈਸੇ ਦੀ ਮਦਦ ਕਰ ਸਕਦੇ ਹਾਂ। ਕੋਈ $10 ਪਾਵੇ, $20 ਪਾਵੇ, ਜਿੰਨੇ ਵੀ ਪਾਵੇ, ਅਸੀਂ ਉਸ ਲਈ ਇੱਥੇ ਮੌਜੂਦ ਹਾਂ। ਉਹ ਗੱਲ ਸਾਹਿਬ ਜੇ ਤੁਸੀਂ ਆਪਦੇ ਫੇਸਬੁੱਕ ਤੋਂ ਕਰੋਗੇ ਤਾਂ ਮੈਂ ਉਹ 'ਚ ਯੋਗਦਾਨ ਪਾਊਂ, ਹੋਰ ਤੁਸੀਂ ਕਿਸੇ ਅਦਾਰੇ ਦਾ ਸ਼ੇਅਰ ਕਰੋਗੇ ਵੀ ਮੈਂ ਨਹੀਂ ਉੱਥੇ ਸਪੋਰਟ ਕਰਨੀ। ਧੰਨਵਾਦ ਜੀ। ਸਰ ਮਨਵੀਰ ਸਿੰਘ ਗਰੇਵਾਲ, ਲਾਈਨ ਨੰਬਰ 3, ਅਦਾਰੇ ਦੇ ਰਾਹੀਂ ਉਹ ਹੋਊਗਾ ਜੀ। ਮੇਰਾ ਤਾਂ ਕੋਈ ਰੇਡੀਓ ਸਟੇਸ਼ਨ ਨਹੀਂ ਨਾ, ਸਾਡਾ ਅਦਾਰਾ ਹੀ ਹੈ, ਅਦਾਰੇ ਦੇ ਰਾਹੀਂ ਉਹ ਹੋਊ। ਇਸ ਤਰ੍ਹਾਂ ਨਹੀਂ ਮੈਂ ਸੌਰੀ ਭੁਲਿੰਦਰਪਾਲ ਸਿੰਘ ਜੀ, ਮੈਂ ਜਿੱਥੇ ਕੰਮ ਕਰਦਾ ਹੈ ਮੇਰੀ ਵਫਾ ਹੈ, ਇਹ ਮੇਰਾ ਆਪਣਾ ਰੇਡੀਓ ਸਟੇਸ਼ਨ ਹੈ। ਸਰ ਮਨਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪਿਛਲੇ ਕੁਝ ਦਿਨ ਪਹਿਲਾਂ ਨਾ ਇੱਕ ਮਤਲਬ ਪੋਸਟ ਵੀ ਪਾਈ ਸੀ ਜਿਹਦੇ ਬਾਰੇ ਦੇਖਿਆ ਸੀ। ਮੈਂ ਕਿਹਾ ਵੀ ਜਿਹੜੇ ਬੰਦਿਆਂ ਦੇ ਇਮੀਗ੍ਰੈਂਟਾਂ ਦੇ ਜਿਹਦੇ ਵਧੇ ਨੇ ਪੈਸੇ ਬਿਨਾਂ ਕੰਮ ਕਰਦੇ ਹੋਏ, ਉਹਨਾਂ ਦੇ ਇੱਕ ਆਡਿਟ ਪਵਾਈ ਹੈ ਹਨਾ। ਤੁਸੀਂ ਬਿਲੀਵ ਨਹੀਂ ਕਰਨਾ, ਮੈਨੂੰ ਘੱਟੋ ਘੱਟ 1000 ਮੈਸੇਜ ਆਇਆ ਉਹ ਇੱਕ ਦਿਨ ਛੁੱਟੀ ਕਰਕੇ, ਮੈਂ ਸਾਰੇ ਮੈਸੇਜ ਪੜ੍ਹੇ। ਅੱਛਾ। ਤੇ ਮਤਲਬ ਵੀ ਮੈਂ ਆਪਣੇ ਆਪ ਨੂੰ ਮਤਲਬ 2011 ਤੇ ਲੈ ਗਿਆ ਵੀ ਉਦੋਂ ਕੀ ਹਾਲਾਤ ਸੀਗੇ ਜਦੋਂ ਮੈਂ ਸਟੂਡੈਂਟ ਆਇਆ ਸੀ, ਤੇ ਅੱਜ ਦੇ ਹਾਲਾਤ ਕੀ ਬਣੇ ਪਏ ਨੇ। ਉਦੋਂ ਵੀ ਇੱਕ ਚੀਜ਼ ਮੈਂ ਦੇਖੀ ਸੀਗੀ, ਉਦੋਂ ਵੀ ਜਿਹੜੇ ਇੰਡੀਆ 'ਚ ਬੈਠੇ ਕੰਸਲਟੈਂਟ ਹੁੰਦੇ ਅਰਚੇ ਦਾ ਕੋਈ ਬਾਹਲੇ ਹੁੰਦੇ ਨਹੀਂ ਸੀ ਉਦੋਂ, ਕਿਉਂਕਿ ਉਧਰੋਂ ਸਿਸਟਮ ਪਹਿਲਾਂ ਸ਼ੁਰੂ ਹੁੰਦਾ ਜਿਹੜਾ ਹੁੰਦਾ ਇੱਥੇ ਫਿਰ ਕੈਸ਼ ਹੁੰਦਾ ਜਦੋਂ ਲਿੰਕ ਆਪਸ 'ਚ ਬਣ ਜਾਂਦੇ ਨੇ। ਉਹ ਕਹਿੰਦੇ ਹੁੰਦੇ ਸੀ, ਮੈਂ ਉਦੋਂ ਆਉਣਾ ਸੀਗਾ ਬੇਸਿਕਲੀ ਸਰੀ, ਜਿੱਥੇ ਆਪਣੇ ਜਾਣਕਾਰ ਹੋਣਾ ਹਨਾ। ਉਹਨਾਂ ਨੇ ਮੈਨੂੰ ਯੂਨੀਵਰਸਿਟੀ ਦੱਸਤੀ ਨਨੈਮੋ ਦੀ, ਮੈਂ ਰਹਿਣਾ ਸੀ ਸਰੀ, ਤੇ ਉਹ ਕਹਿੰਦੇ ਵੀ ਗੱਲ ਕੋਈ ਨਹੀਂ ਵੀ 20 ਮਿੰਟ ਦਾ ਹੀ ਰਸਤਾ, ਫੈਰੀ ਜਾਂਦੀ ਆ 20 ਮਿੰਟ 'ਚ ਪਹੁੰਚ ਜਾਣਾ। ਵੀ ਆਪਾਂ ਨੂੰ ਤਾਂ ਹੁਣ ਇੱਥੇ ਆ ਕੇ ਪਤਾ ਲੱਗਦਾ 20 ਮਿੰਟ ਕਿੰਨੇ ਕੁ ਹੁੰਦੇ ਨੇ।
ਵੀ ਫਨੈਮੋ ਜਾਣਾ। ਸੋ ਇਹ ਸ਼ੁਕਰ ਕੀਤਾ ਕਿ ਆਪਣੇ ਆਪ ਥੋੜੀ ਬਹੁਤੀ ਮੈਂ ਸਰਚ ਕੀਤੀ ਤੇ ਮੈਂ ਸੋਚਿਆ, ਮੈਂ ਕਿਹਾ ਵੀ ਯੂਨੀਵਰਸਿਟੀ ਗਲਤ ਹੈ। ਅੱਜ ਦੇ ਟਾਈਮ 'ਚ ਮੈਂ ਇਹਨਾਂ ਦੀ ਗੱਲ, ਚਲੋ ਇਹ ਤਾਂ ਇਹਨਾਂ ਨੇ ਸਟੱਡੀ ਵੀ ਕੀਤੀ, ਇਹਨਾਂ ਦਾ ਯੂਨੀਵਰਸਿਟੀ ਬੰਦ ਹੋ ਗਈ ਨਾ, ਕਾਲਜ ਬੰਦ ਹੋ ਗਿਆ, ਇਹਨਾਂ ਦਾ ਸਿਨੈਰੀਓ ਡਿਫਰੈਂਟ ਆ। ਪਰ ਕਈ ਸਟੂਡੈਂਟ ਨੂੰ ਮੈਂ ਅੱਜ ਵੀ ਹਮੇਸ਼ਾ ਸਲਾਹ ਦੇਈਦੀ ਆ ਵੀ ਤੁਸੀਂ ਆਪਣੇ ਤੌਰ ਤੇ ਸਰਚ ਕਰੋ। ਸਿਰਫ ਜਿਹੜਾ ਏਜੰਟ ਆ ਤੁਹਾਡਾ, ਉਹਦਾ ਕੰਮ ਇੰਨਾ ਹੀ ਆ ਐਮਬੈਸੀ ਦੇ ਵਿੱਚ ਫਾਈਲ ਲਾਉਣ ਦਾ। ਕਾਲਜ ਤੁਸੀਂ ਚੂਜ਼ ਕਰਨਾ, ਪੜ੍ਹਾਈ ਤੁਸੀਂ ਕਰਨੀ ਆ, ਫਿਊਚਰ ਤੁਸੀਂ ਬਣਾਉਣਾ, ਏਜੰਟ ਨੇ ਨਹੀਂ ਬਣਾਉਣਾ। ਏਜੰਟ ਨੇ ਆਪਣੇ ਪੈਸੇ ਲੈ ਕੇ ਜੇਬ 'ਚ ਪਾ ਲੈਣੇ ਨੇ। ਪਰ ਮਨਵੀਰ, ਹੁਣ ਕਾਲਜ ਬੰਦ ਹੋ ਗਿਆ ਜੀ, ਕਾਲਜ ਤੇ ਕੋਈ ਡੰਡਾ ਤਾਂ ਕੋਈ ਸੂਬੇ ਦਾ, ਕੁਬੈਕ ਦਾ, ਕੋਈ ਸਰਕਾਰ ਦਾ, ਇਹ ਤਾਂ ਜ਼ੁਲਮ ਹੈ। ਬਿਲਕੁਲ। ਜਿਹੜਾ ਹੁਣ ਜਿਹੜੇ ਪਹਿਲੀ ਗੱਲ ਤਾਂ ਜਦੋਂ ਕਾਲਜ ਖੋਲਦਾ, ਜਦੋਂ ਉਹਨੂੰ ਐਫੀਲੀਏਸ਼ਨ ਕੋਈ ਗਵਰਨਮੈਂਟ ਦੇ ਦਿੰਦੀ ਆ, ਫਿਰ ਗਵਰਨਮੈਂਟ ਬੰਦ ਕਿਉਂ ਕਰਦੀ ਆ? ਜਾਂ ਤਾਂ ਐਫੀਲੀਏਸ਼ਨ ਦੇਣ ਵੇਲੇ ਗਵਰਨਮੈਂਟ ਗਲਤ ਆ। ਉਹਨਾਂ ਨੂੰ ਉੱਥੇ ਗਵਰਨਮੈਂਟ ਨੂੰ ਇਹ ਰਿਸਪੌਂਸਿਬਿਲਿਟੀ ਗਵਰਨਮੈਂਟ ਦੀ ਬਣਦੀ ਹੈ। ਜੇ ਕੋਈ ਕਾਲਜ ਬੰਦ ਕਰਦੀ ਆ, ਉਹਦੀ ਪਹਿਲਾਂ ਅਥਾਰਟੀ, ਉਹਨੂੰ ਸਰਟੀਫਿਕੇਸ਼ਨ ਗਵਰਨਮੈਂਟ ਨੇ ਹੀ ਦਿੱਤੀ ਹੋਈ ਹੈ, ਤਾਂ ਗਵਰਨਮੈਂਟ ਹੀ ਕੋਈ ਹੀਲਾ ਕਰੇ ਦੂਜੇ ਕਾਲਜ ਦਾ ਵੀ ਉਹ ਸਟੂਡੈਂਟਾਂ ਦਾ। ਬਿਲਕੁਲ ਠੀਕ ਹੈ। ਇਹ ਸਟੂਡੈਂਟ ਦੀ ਜ਼ਿੰਮੇਵਾਰੀ ਨਹੀਂ ਵੀ ਵਕੀਲ ਕਰਕੇ ਉੱਥੇ ਕੋਰਟਾਂ 'ਚ ਧੱਕੇ ਖਾਣ। ਲਓ ਜੀ, ਹੁਣ ਆਪਾਂ ਇਹਨਾਂ ਦੀ ਮਨਵੀਰ ਆਪਾਂ ਸ਼ੁਰੂ ਕਰੀਏ। ਤੁਸੀਂ ਆਪਣੇ ਦੋਸਤ ਮਿੱਤਰ ਜਿਹੜਾ MP ਹੈ ਉਹਨਾਂ ਨਾਲ ਗੱਲ ਬ੍ਰੈਡ ਬਿਸਨਸ ਦੇ ਨਾਲ ਸ਼ੁਰੂ ਕਰੋ। ਮੈਂ ਕਰਦਾ ਤੇ ਐਟਲੀਸਟ ਇਹਦੇ ਕਿਸੇ ਪਾਸਿਓਂ ਆਪਾਂ ਇਹ ਸ਼ੋਪ ਕੱਤਣ ਵਾਲਾ ਪੂਣੀ ਕੱਤਣੀ ਦਾ ਸ਼ੁਰੂ ਕਰੀਏ। ਬਿਲਕੁਲ ਜੀ, ਮੈਂ ਆਡਿਟ ਵਾਲੀ ਗੱਲ ਕਰਨੀ ਸੀ। ਉਹਨਾਂ ਥੋੜਾ ਜਿਹਾ ਟਾਈਮ ਉਧਰ ਲੀਡਰਸ਼ਿਪ 'ਚ ਥੋੜਾ ਜਿਹਾ ਬਿਜ਼ੀ ਸੀ, ਮੈਂ ਉਹਨੂੰ ਥੋੜਾ ਲੰਬਾ ਟਾਈਮ ਚਾਹੀਦਾ ਸੀ ਮੈਨੂੰ ਵੀ ਉਹਨਾਂ ਮੈਂ ਪਰਸਨਲੀ ਬਹਿ ਕੇ ਗੱਲ ਕਰ ਸਕਾਂ। ਮੈਂ ਨਾਲ ਇਹ ਵੀ ਹੁਣ ਨਾਲ ਟੈਗ ਅਪ ਹੋ ਜਾਊਗਾ ਸਿਸਟਮ, ਇਹ ਵੀ ਆਪਾਂ ਜ਼ਰੂਰ ਕਰਾਂਗੇ ਜੀ। ਥੈਂਕ ਯੂ ਮਨਵੀਰ। ਜਸ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਤਾਂ ਸਿਰਫ ਹੁਣ ਮਾਈ ਅੰਡਰਸਟੈਂਡਿੰਗ ਇਜ਼ ਦੈਟ ਗਵਰਨਮੈਂਟ ਹੀ ਜਿਨ੍ਹਾਂ ਦੇ ਐਪਲੀਕੇਸ਼ਨ ਸੀਗੀਆਂ ਉੱਥੇ ਹੁਣ ਓਪਨ ਹੋ ਗਈ ਯੂਨੀਵਰਸਿਟੀ, ਉਹਨਾਂ ਨੂੰ ਜ਼ਰੂਰ ਵੀਜ਼ੇ ਇਸ਼ੂ ਕਰਨੇ ਚਾਹੀਦੇ ਆ। ਕਰਕੇ ਕੰਟੀਨਿਊਸਲੀ ਆਫ ਦਾ ਐਜੂਕੇਸ਼ਨ ਜਿਹੜੇ ਦੂਸਰੇ ਸਟੂਡੈਂਟ ਉੱਥੇ ਜਾਂ ਇੱਥੋਂ ਦੇ ਵੀ ਸੀਗੇ ਜਾਂ ਹੋਰ ਵੀ ਸੀਗੇ, ਉਹਨਾਂ ਨੇ ਆਪਣੀ ਜਿਹੜੀ ਐਜੂਕੇਸ਼ਨ ਆ ਉਹ ਕੰਟੀਨਿਊਸ ਕੀਤੀ ਹੋਆ ਉੱਥੇ। ਸੋ ਜਿਨ੍ਹਾਂ ਨੂੰ ਵੀਜ਼ੇ ਉਹਨਾਂ ਮਿਲੇ ਤੇ ਇਹਨਾਂ ਨੂੰ ਰੀ ਇਸ਼ੂ ਕਰਨੇ ਚਾਹੀਦੇ ਆ। ਪਰ ਇਹਦੇ ਵਿੱਚ ਫਿਰ ਲੀਗਲ ਲਾਸ ਆਫ ਸਟਫ ਆ ਜਾਂਦਾ। ਜਿਹੜਾ ਹੁਣ ਬੈਂਕਰਪਸੀ ਕਰ ਗਿਆ ਉੱਥੇ ਬਲੈਂਕਟ ਬੈਂਕਰਪਸੀ ਜਿਹੜੀ ਆ ਉਹ ਪਾਈ ਹੋਈ ਆ, ਉਹਨੂੰ ਤੁਸੀਂ ਕੁਝ ਨਹੀਂ ਕਰ ਸਕਦੇ। It's just only the government can have to reissue the visas to these students. Thank you. ਆਖਰੀ ਕਾਲਰ ਗਗਨ ਸਿੰਘ ਜੀ ਇਸ ਵਿਸ਼ੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨ ਜੀ, ਦੇਖੋ ਜਦੋਂ ਇਮੀਗ੍ਰੇਸ਼ਨ ਨੇ ਅਪਰੂਵਲ ਦਿੱਤਾ ਕਾਲਜ ਨੂੰ, ਹਨਾ, ਉਹਨਾਂ ਦੀ ਫਿਰ ਡਿਊਟੀ ਬਣਦੀ ਆ, ਡਿਊ ਡਿਲੀਜੈਂਸ ਉਹਨਾਂ ਦੀ ਬਣਦੀ ਆ ਵੀ ਇਸ ਚੀਜ਼ ਦੇ ਲਈ ਕੰਮ ਕਰਨਾ। ਜਦੋਂ ਲੈ ਕੇ ਭੱਜ ਗਿਆ ਜੋ ਕਾਲਜ, ਤਾਂ ਜ਼ਿੰਮੇਵਾਰੀ ਕਿਹਦੀ ਹੈ? ਬਿਲਕੁਲ ਠੀਕ। ਮੈਂ ਐਗਜ਼ਾਮਪਲ ਆਪਣੀ ਕੰਟੇਨਰ ਇੰਡਸਟਰੀ ਦੀ ਦਿੰਦਾ। ਜਦੋਂ ਪਹਿਲੋਂ ਸਾਡੇ ਹੁੰਦਾ ਸੀ ਤਾਂ ਹੁਣ ਹਰ ਕੰਪਨੀ ਦਾ ਬੌਂਡ ਰਖਾਇਆ ਜਾਂਦਾ, ਲਾਸਟ ਮੂਮੈਂਟ ਤੱਕ ਕੋਈ ਵੀ ਕੰਪਨੀ ਵਾਲਾ ਕੋਈ ਪੈਸੇ ਮਾਰ ਕੇ ਭੱਜ ਨਹੀਂ ਸਕਦਾ। ਪਰ ਇੱਕ ਸੁਹਿਰਦਤਾ ਦੀ ਗੱਲ ਹੈ ਜੀ, ਜਿੱਥੇ ਇੱਕ ਇਮੀਗ੍ਰੇਸ਼ਨ ਮਿਨਿਸਟਰ ਆ ਕੇ ਕਹਿ ਰਿਹਾ ਆ ਬਈ ਅਸੀਂ ਤਾਂ ਲੱਕੜ ਤੋਂ ਵੱਧ ਜਿਹੜਾ ਆ ਉਹ ਪੈਸਾ ਜਿਹੜਾ ਸਟੂਡੈਂਟਸ ਤੋਂ ਬਣਾ ਰਹੇ ਹਾਂ, ਤਾਂ ਫਿਰ ਜੇ ਤੁਸੀਂ ਪੈਸੇ ਬਣਾ ਰਹੇ ਤਾਂ ਜ਼ਿੰਮੇਵਾਰੀਆਂ ਕਿਸੇ ਹੋਰ ਨੇ ਆ ਕੇ ਕਰਨੀਆਂ। ਰਹੀ ਗੱਲ ਜਿਹੜਾ ਭਾਈਚਾਰਾ ਜਿਹੜਾ ਇਹਨਾਂ ਬੱਚਿਆਂ ਦੇ ਨਾਂ ਤੇ ਪੈਸੇ ਇਕੱਠੇ ਕਰਦਾ ਜੀ, ਅਸੀਂ ਜੀ ਹੁਣ ਆਹ ਫੂਡ ਬੈਂਕ ਖੋਲਤਾ ਸੀ, ਫਲਾਨਾ ਕਰਤਾ ਸੀ, ਧਮਕਾ ਕਰਤਾ, ਉਹਨਾਂ ਦਾ ਵੀ ਹੁਣ ਇੱਥੇ ਆ ਕੇ ਖੜਨ ਦਾ ਫਰਜ਼ ਬਣਦਾ ਆ। ਕੱਲਾ ਸਿਰਫ ਉਹ ਇੱਕ ਮੰਗ ਖਾਣੇ ਨਾ ਬਣਾਉਣ, ਸੌਰੀ ਟੂ ਸੇ, ਸਿਰਫ ਉਹਨਾਂ ਨੂੰ ਇੱਕ ਖੁਦ ਮੁਖਤਿਆਰ ਕਰਨ। ਜੇ ਇਸ ਮੂਮੈਂਟ ਤੇ ਆ ਕੇ ਹੁਣ ਬੱਚਿਆਂ ਨੂੰ ਹੈਲਪ ਚਾਹੀਦੀ ਆ, ਹੁਣ ਆ ਕੇ ਖੜਨ। ਜੇ ਨਹੀਂ ਖੜ ਸਕਦੇ ਤੇ ਆਪਦੀਆਂ ਦੁਕਾਨਦਾਰੀਆਂ ਬੰਦ ਕਰਕੇ ਘਰ ਬੈਠਣ। ਕੌਮ ਇਸ ਲਾਇਕ ਹੈਗੀ ਆ ਤੇ ਕੌਮ ਕਰੂਗੀ। ਥੈਂਕ ਯੂ। ਇਹਨੂੰ ਫੋਲੋ ਕਰਾਂਗੇ ਜੀ। ਨਿਸ਼ਾ, ਅਖੀਰ ਦੇ ਵਿੱਚ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਆਪਾਂ ਇਸ ਨੂੰ ਫੋਲੋ ਕਰਾਂਗੇ, ਡੋਂਟ ਵਰੀ, ਸਟੇ ਸਟਰੋਂਗ, ਤੁਹਾਡੇ ਨਾਲ ਵਾਅਦਾ ਔਨ 에ਅਰ ਮੇਰਾ। ਕੀ ਕਹਿਣਾ ਚਾਹੁੰਦੇ ਹੋ ਅਖੀਰ 'ਚ ਬੇਟਾ? ਥੈਂਕ ਯੂ ਸੋ ਮਚ ਸਰ। ਮੈਨੂੰ ਇੱਦਾਂ ਹੀ ਹੈ ਕਿ ਸਾਨੂੰ ਜਿਹੜਾ ਇਨਸਾਫ ਆ ਉਹ ਪਲੀਜ਼ ਜਲਦੀ ਤੋਂ ਜਲਦੀ ਦਵਾ ਦਿਓ ਵੀ, ਚਾਹੇ ਕੈਨੇਡਾ ਦੀ ਗਵਰਨਮੈਂਟ ਆ ਜਿਹੜੀ ਉਹ ਸਾਨੂੰ ਵੀਜ਼ਾ ਇਸ਼ੂ ਕਰ ਦੇਵੇ। ਦੇਖੋ ਸਰ 3 ਸਾਲ ਖਰਾਬ ਹੋ ਚੁੱਕੇ ਆ, ਜਿਹੜਾ ਸਮਾਂ ਉਹ ਵਾਪਸ ਨਹੀਂ ਲਿਆਂਦਾ ਜਾ ਸਕਦਾ। ਚਲੋ ਜੇ ਹੁਣ ਸਾਨੂੰ ਵੀਜ਼ਾ ਗ੍ਰਾਂਟ ਕਰ ਦੇਣਗੇ, ਮੇਰੀ ਕੱਲੀ ਰਹਿੰਦੀ ਹੋਈ ਟ੍ਰੇਨਿੰਗ ਆ, ਤਾਂ ਮੈਨੂੰ ਨਾਲ ਦੀ ਨਾਲ ਕੀ ਆ ਕਿ ਮੈਂ ਵਰਕ ਪਰਮਿਟ ਦੇ ਲਈ ਐਲੀਜੀਬਲ ਹੋ ਸਕਦੀ ਹਾਂ। ਨਹੀਂ, ਜੇ ਉਹ ਮੈਨੂੰ ਕਹਿ ਹੀ ਰਿਹਾ ਕਿ ਤੂੰ ਵਾਪਿਸ ਆਪਦੇ ਦੇਸ਼ ਵਿੱਚ ਨਹੀਂ ਮੁੜਨਾ, ਮੈਨੂੰ ਇੱਕ ਵਾਰੀ ਘੱਟੋ ਘੱਟ ਮੈਨੂੰ ਮੇਰਾ ਕੋਰਸ ਤਾਂ ਪੂਰਾ ਕਰਨ ਦਿਓ। ਫਿਰ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿਉਂ ਇਸ਼ੂ ਕਰਦੇ ਹੋ? ਤੁਸੀਂ ਖੁਦ ਤਾਂ ਅੱਗੇ ਰਾਹ ਖੁਦ ਖੋਲਦੇ ਹੋ। ਅੱਜ ਤੁਸੀਂ ਮੈਨੂੰ ਇਹ ਕਹਿ ਰਹੇ ਕਿ ਤੂੰ ਆ ਕੇ ਨਹੀਂ ਮੁੜਨਾ, ਮੈਂ ਕੋਈ ਕ੍ਰਿਮੀਨਲ ਆ? ਤੁਸੀਂ ਮੇਰੇ ਨਾਲ ਨਾ ਇਨਸਾਫੀ ਕਿਉਂ ਕਰ ਰਹੇ ਹੋ? ਤੇ ਕੈਨੇਡਾ ਦੀ ਗਵਰਨਮੈਂਟ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਜਿਹੜੇ, ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ 501 ਵੀਜ਼ਾ ਇਸ਼ੂ ਕਰਨੇ। ਅਸੀਂ ਕ੍ਰਿਮੀਨਲ ਨਹੀਂ, ਸਾਨੂੰ ਜਿਹੜਾ ਮੌਕਾ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ।
ਸਾਨੂੰ ਸਾਰਿਆਂ ਨੂੰ ਵੀਜ਼ਾ ਹੀ ਗ੍ਰਾਂਟ ਕਰਕੇ ਦਿੱਤੇ ਜਾਣੇ ਚਾਹੀਦੇ ਤੇ ਪਲੱਸ ਨਾਲ ਕੰਪਨਸੇਸ਼ਨ ਦਿੱਤਾ ਜਾਣਾ ਚਾਹੀਦਾ ਜਿਹੜਾ ਇਹ ਮਾਨਸਿਕ ਸ਼ੋਸ਼ਣ ਆ ਜਿਹੜਾ 3 ਸਾਲ ਤੱਕ ਕੀਤਾ ਗਿਆ। ਮੈਂ ਕੱਲੀ 10 ਲੱਖ ਫੀਸ ਭਰੀ ਸੀ, ਜਿਹੜਾ ਮੈਂ ਉੱਤੇ 15 ਲੱਖ ਰੁਪਇਆ ਵਿਆਜ ਭਰ ਚੁੱਕੀ ਹਾਂ ਸਰ। ਉਹ ਮੇਰਾ ਕੌਣ ਉਹਦੇ ਵਿੱਚ ਮੇਰੀ ਹੈਲਪ ਕਰੂਗਾ? ਮੈਨੂੰ ਤਾਂ ਉਹ ਫੀਸ ਦਾ ਵੀ ਖਤਰਾ ਹੈ ਕਿ ਮੈਨੂੰ ਫੀਸ ਨਹੀਂ ਮਿਲਣੀ। 15 ਲੱਖ ਦਾ ਜਿਹੜਾ ਮੈਂ ਵਿਆਜ ਭਰਿਆ ਹਜੇ ਮੈਨੂੰ ਪਤਾ ਨਹੀਂ ਉਹ ਕਿੰਨੇ ਕੁ ਮੰਥ ਹੋਰ 50 ਹਜ਼ਾਰ ਪਰ ਮੰਥ ਭਰਨਾ ਪੈਣਾ ਹੈ। ਹੋਲਡ ਕਰੋ, ਹੋਲਡ ਅਖੀਰ 'ਚ ਮਨੀ ਕੀ ਕਹਿਣਾ ਚਾਹੁੰਦੇ ਹੋ? ਹੈਲੋ ਮਨੀ। ਹਾਂਜੀ ਸਰ, ਹਾਂਜੀ ਸਰ, ਹੈਲੋ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਗੱਲਬਾਤ। ਜਿੱਦਾਂ ਮੈਂ ਆਪਣੇ ਹਾਂਜੀ ਸਰ, ਜਿੱਦਾਂ ਮੈਂ ਆਪਣੇ ਮੋਮ ਡੈਡ ਨੂੰ ਦੇਖਿਆ ਕਿ ਉਹਨਾਂ ਨੇ ਇੱਕ ਪਾਈ ਇਕੱਠੀ ਕੀਤੀ ਆ, ਉਹਨਾਂ ਨੇ ਨਹੀਂ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਦਾ, ਮੇਰੇ ਭੈਣ ਦਾ ਵਿਆਹ ਰੱਖਿਆ ਸੀ ਅਕਤੂਬਰ 'ਚ ਤੇ ਮੈਂ ਸਤੰਬਰ 'ਚ ਫੀਸ ਭਰੀ ਸੀ ਤੇ ਮੇਰੀ ਮੰਮਾ ਨੇ ਨਹੀਂ ਗੋਲਡ ਲੋਨ ਕਰਵਾਇਆ ਸੀ ਉਸ ਟਾਈਮ ਮੇਰੀ ਫੀਸ ਭਰਨ ਲਈ ਵੀ। ਤੁਸੀਂ ਐਂ ਦੇਖੋ ਕਿ ਉਸ ਟਾਈਮ ਸਾਡੇ ਲਈ ਕਿੰਨਾ ਔਖਾ ਸੀਗਾ, ਦੋ ਚੀਜ਼ਾਂ ਮੈਨੇਜ ਕਰਨੀਆਂ ਇਕੱਠੀਆਂ। ਇੱਕ ਸਾਈਡ ਉਹਨਾਂ ਨੂੰ ਮੇਰਾ ਕਰੀਅਰ ਸੀ ਤਾਂ ਇੱਕ ਸਾਈਡ ਮੇਰੀ ਭੈਣ ਦੀ ਜ਼ਿੰਦਗੀ ਸੀਗੀ। ਹਾਂ, ਭੈਣ ਦਾ ਵਿਆਹ ਰੱਖਿਆ ਹੋਇਆ ਸੀ ਘਰ ਤੇ ਮੰਮੀ ਦੇ ਗਲੇ 'ਚ ਉਸ ਟਾਈਮ ਕੁਝ ਵੀ ਗੋਲਡ ਦਾ ਨਹੀਂ ਸੀਗਾ ਪਾਇਆ ਹੋਇਆ ਤੇ ਮੈਨੂੰ ਖੁਦ ਨੂੰ ਸ਼ਰਮ ਆ ਰਹੀ ਸੀ ਉਸ ਚੀਜ਼ ਲਈ। ਦੇਖੋ ਸਰ, ਬੱਚਿਓ ਤੁਸੀਂ ਇਹ ਤਾਂ ਮੇਰੀ ਸਰ, ਬਾਕੀ ਜਿਹੜੇ ਲੋਕ ਹੈਗੇ ਨੇ ਪੰਜਾਬ ਦੇ ਹੋਰ ਮੁੰਡੇ ਕੁੜੀਆਂ ਨੇ ਸਰ, ਉਹਨਾਂ ਨੇ ਵੀ ਆਪਣੀ ਪੈਲੀਆਂ ਗਹਿਣੇ ਰੱਖੇ ਹੋਈਆਂ। ਹੁਣ ਜਿਵੇਂ ਸਰ ਬਾਕੀ ਜਿਵੇਂ ਆਏ, ਹੁਣ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਸਾਰਿਆਂ ਨੇ ਸਾਡੀ ਹੈਲਪ, ਸਾਡੀ ਆਵਾਜ਼ ਸੁਣੀ, ਉਹਨਾਂ ਦੇ ਉੱਤੇ ਬੈਸਟ ਕੰਪਲੀਮੈਂਟਸ ਦਿੱਤੇ ਆ। ਬਟ ਹੁਣ ਉਹ ਕਹਿ ਰਹੇ ਵੀ ਹੈਲਪ ਵੀ ਕਰਨਗੇ, ਵੀ ਫਰੂਟਫੁਲ ਵੀ ਹੋਊਗਾ ਸਾਡੇ ਲਈ ਰਿਜ਼ਲਟ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਅਸੀਂ ਹਾਂਜੀ ਸਰ, ਉਹਨਾਂ ਨੂੰ ਵੀ ਪਤਾ ਕਿ ਅਸੀਂ ਕਿਵੇਂ ਆਏ ਇੱਥੇ, ਕਿਵੇਂ ਸਾਡੇ ਉਹਨਾਂ ਦੇ ਮਾਂ-ਬਾਪਾਂ ਨੇ ਪੈਸੇ ਇਕੱਠੇ ਕਰਕੇ ਭਰੇ ਆ। ਚਲੋ ਅੱਜ ਉਹ ਇੱਕ ਜੈਨਿਕ ਤੇ ਇੱਕ ਸਕਸੈਸ ਤੇ ਖੜੇ ਆ, ਬਟ ਉਹ ਹੈ ਕਿ ਸਾਡੇ ਲਈ ਹੈਲਪ ਕਰਨ। ਸਾਡੀ ਅਸੀਂ ਈਵਨ ਮੇਰਾ ਇੱਕ ਆਰਟੀਕਲ ਵੀ ਛਪਿਆ ਸੀ, ਨਿਸ਼ਾ ਦਾ ਵੀ ਛਪਿਆ ਸੀਗਾ, ਦਾ ਸਟਾਰ ਹੈ ਸਭ ਤੋਂ ਵੱਡੀ ਕੈਨੇਡਾ ਦੀ ਉਹ ਪਬਲੀਕੇਸ਼ਨ ਆ, ਜਰਨਲ ਅਸੀਂ ਸਾਰੇ ਡਾਕੂਮੈਂਟੇਸ਼ਨ ਤੁਹਾਡੇ ਤੋਂ ਨਿਸ਼ਾ ਤੇ ਮਨੀ ਮੰਗਾਵਾਂਗੇ। ਰੋਮਨ ਮੇਰੀ ਪ੍ਰੋਡਿਊਸਰ ਆ ਸ਼ੋਅ ਦੀ, ਉਹ ਤੁਹਾਡੇ ਨਾਲ ਕੰਟੈਕਟ 'ਚ ਰਹੇਗੀ, ਮੈਂ ਵੀ ਰਹਾਂਗਾ। ਤੁਸੀਂ ਹੌਸਲਾ ਨਹੀਂ ਹਾਰਨਾ। ਜਾਂ 3 ਸਾਲ ਲੰਘੇ ਨੇ, ਥੋੜਾ ਸਮਾਂ ਹੋਰ। ਅੱਜ ਆਪਾਂ ਇਹਨੂੰ ਲਾਈਮਲਾਈਟ 'ਚ ਲੈ ਕੇ ਆਂਦਾ, ਅਸੀਂ ਰਲ ਕੇ ਇਹਦੇ ਲਈ ਕੰਮ ਕਰਾਂਗੇ। ਡੋਂਟ ਵਰੀ, ਸਟੇ ਸਟਰੋਂਗ, ਓਕੇ? ਗੇਨ ਕਰਨਾ ਸੀਗਾ, ਬਟ ਹੁਣ ਮੈਂ ਦੇਖੋ ਕਿ ਇਸ ਲਾਈਫ ਦੇ ਅੰਦਰ ਅਸੀਂ ਸਟੈਪਸ ਫੇਸ ਕਰ ਰਹੇ ਹਾਂ ਜੋ ਸਾਡੀ ਲਾਈਫ ਦਾ ਫਿਊਚਰ ਹੀ ਖਤਮ ਕਰ ਰਿਹਾ ਸਰ। ਇਸ ਚੀਜ਼ ਨੂੰ ਇਹ ਵੀ ਦੇਖੋ, ਇਹ ਚੀਜ਼ ਕੋਈ ਸਮਝ ਹੀ ਨਹੀਂ ਰਿਹਾ ਸਰ ਇਸ ਚੀਜ਼ ਨੂੰ। ਕੋਈ ਨਾ, ਸਟੇ ਸਟਰੋਂਗ। ਆਪਾਂ ਛੇਤੀ ਗੱਲ ਕਰਾਂਗੇ। ਵੀ ਵਿਲ ਗੈਟ ਇਨ ਟੱਚ, ਓਕੇ? ਥੈਂਕ ਯੂ। Thank you sir, thank you so much sir, thank you so much, we will never ever forget you. Don't worry, ਤੁਸੀਂ ਸਾਡੇ ਬੱਚਿਆਂ ਵਰਗੇ ਹੋ, ਸਾਡੇ ਤੁਹਾਡੀ ਉਮਰ ਦੇ ਬੱਚੇ ਨੇ, ਤੁਸੀਂ ਵੀ ਉਹੀ ਹੋ। ਡੋਂਟ ਵਰੀ, ਅਸੀਂ ਗੱਲ ਕਰਾਂਗੇ। ਥੈਂਕ ਯੂ sir, thank you so much। ਥੈਂਕ ਯੂ। ਸੋ ਇਹ ਜੀ ਤੁਸੀਂ ਸਾਰੀ ਗੱਲ ਸੁਣੀ ਆ, ਇਹਦੇ ਤੇ ਇਹਨੂੰ ਮੈਂ ਪਰਸਿਊ ਕਰਨਾ ਚਾਹੁੰਦਾ ਇਹ ਗੱਲ ਨੂੰ। ਇਹ ਹੋਈ ਕਿਵੇਂ? ਤੁਸੀਂ ਕਾਲਜ ਖੋਲ੍ਹੇ ਨੇ, ਕਾਲਜਾਂ ਨੂੰ ਤੁਸੀਂ ਐਡਮਿਸ਼ਨ ਦੇਣ ਦੇ ਲਈ ਡੈਜ਼ਿਗਨੇਟਡ ਕੀਤਾ, ਉਹ ਐਡਮਿਸ਼ਨਾਂ ਦਿੰਦੇ ਨੇ, ਜਵਾਕਾਂ ਤੋਂ ਪੈਸੇ ਲੈ ਗਏ ਅਤੇ ਜੋ ਕਾਲਜ ਬੰਦ ਕਰਤਾ। ਹੁਣ ਕਾਲਜ ਖੁੱਲ੍ਹ ਗਿਆ, ਉਹ ਕਹਿੰਦੇ ਨਾ ਵੀਜ਼ਾ ਦਿੰਦਾ ਤਾਂ ਤੁਹਾਨੂੰ ਪੜ੍ਹਾ ਦਾਂਗੇ ਅਸੀਂ, ਆ ਕੇ ਨਹੀਂ ਤਰਦੇ ਵੀਜ਼ਾ ਦੇ ਦਿਓ। ਆ ਯੂਕਰੇਨ ਤੋਂ ਵੀ ਚੱਕੀ ਆਉਂਦੇ ਹੋ, ਲਿਆ ਕੇ ਹੋਟਲਾਂ 'ਚ ਰੱਖਦੇ ਹੋ, ਮੋਟਲਾਂ 'ਚ ਰੱਖਦੇ ਹੋ। ਇਹਨਾਂ ਨੇ, ਉਹਨਾਂ ਤਾਂ ਕੋਈ ਦਿੱਤਾ ਨਹੀਂ, ਇਹਨਾਂ ਨੇ ਦਿੱਤਾ ਹੈ। ਸਾਊਦੀ ਸੀਰੀਆ 'ਚੋਂ ਲੈ ਕੇ ਆਏ ਹੋ, ਦੁਨੀਆ ਦੀ ਮੁਸ਼ਕਿਲ ਸਮਝ ਕੇ ਲੈ ਕੇ ਆਉਂਦੇ ਹੋ। ਇਹ ਜਵਾਕ ਨੇ, ਇਹ ਕਿੱਧਰ ਨੂੰ ਜਾਣਗੇ? ਤੁਸੀਂ ਸੁਣਿਆ ਕਿੰਨੀ ਪੇਨ ਆ ਉਸ ਬੱਚੀ ਦੀ ਆਵਾਜ਼ ਦੇ ਵਿੱਚ। ਮੈਂ ਬੇਨਤੀ ਕਰਾਂ, ਬਹੁਤ ਪਰਿਵਾਰ ਬੈਠੇ ਨੇ ਮੋਗੇ ਦੇ ਆਲੇ ਦੁਆਲੇ 'ਤੇ, ਬੱਧਨੀ ਦੇ ਆਲੇ ਦੁਆਲੇ ਦੇ ਬਹੁਤ ਅਮੀਰ ਪਰਿਵਾਰ ਬੈਠੇ ਨੇ, ਅਤੇ ਇਸ ਬੱਚੀ ਦਾ ਆਪਾਂ ਉੱਥੇ ਖਿਆਲ ਰੱਖਣਾ ਹੈ। ਮੁੜ ਕੇ ਬਹੁਤ ਦਿਲ ਦੇ ਵਿੱਚ ਉਸਨੇ ਜਦ ਇਹ ਗੱਲ ਕਹੀ ਕਿ ਮੈਂ ਤਾਂ ਬਹੁਤ ਟੁੱਟ ਚੁੱਕੀ ਹਾਂ, ਬਹੁਤ ਔਖਾ ਹੈ। ਉੱਥੇ ਜਿਹੜੀ ਗੱਲ ਮਨੀ ਨੇ ਕਹੀ, ਲੱਖ ਰੁਪਈਆ ਨਹੀਂ ਇਕੱਠਾ ਹੁੰਦਾ, ਇਹ ਤਾਂ ਬਹੁਤ ਵੱਡੀ ਕਮਾਈ ਹੈ ਜਿਹੜੀ ਇਹਨਾਂ ਦਾ। ਧੰਨਵਾਦ ਜੀ ਜਿਨ੍ਹਾਂ ਦੇ ਸੁਨੇਹੇ SMS ਅਤੇ WhatsApp 'ਤੇ ਆ ਰਹੇ ਨੇ ਇਹਨਾਂ ਬੱਚਿਆਂ ਦੀ ਮਦਦ ਦੇ ਲਈ, ਮਾਇਕ ਸਹਾਇਤਾ ਲਈ। ਪਰ ਕਿਉਂਕਿ ਬਹੁਤ ਵੱਡੀ ਗਿਣਤੀ ਆ, 400-500 ਨੇ ਇਹ। ਆਪਾਂ ਸਿਰਫ ਇਹ ਕਰੀਏ ਵੀ ਜਿਹੜੇ ਵੀ ਤੁਹਾਡੇ ਗਵਰਨਮੈਂਟ ਦੇ ਵਿੱਚ ਕਿਸੇ ਦੇ ਵੀ ਕਿਤੇ ਕੋਈ ਕਨੈਕਸ਼ਨ ਹੈਗੇ ਤਾਂ ਉਹਨਾਂ ਦੇ ਨਾਲ ਇਹ ਗੱਲ ਕਰਕੇ, ਸਰਕਾਰ ਵੱਲੋਂ ਕੁਛ ਨਹੀਂ ਹੈ, ਕੋਈ ਔਖਾ ਨਹੀਂ ਹੈ। ਇੱਥੇ ਕਿਹੜਾ ਬੰਦ ਕਰ ਦਿੱਤਾ ਵੀ ਇਹ ਦੇਸ਼ 'ਚ ਕੋਈ ਹੁਣ ਆ ਨਹੀਂ ਸਕਦਾ, ਵੀ ਇਹ ਦੇਸ਼ ਭਰ ਗਿਆ ਸਾਰਾ। ਹਰ ਰੋਜ਼ ਅਸੀਂ ਦੁਨੀਆ ਤੋਂ ਰਿਫਿਊਜੀ ਲੈ ਕੇ ਆ ਰਹੇ ਹਾਂ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਇਸ ਦੇਸ਼ ਲਈ ਹਾਲੇ। ਉਹਨਾਂ ਨੂੰ ਅਸੀਂ ਤਰਸ ਦੇ ਆਧਾਰ 'ਤੇ ਮੁਸ਼ਕਿਲ ਕਰਕੇ ਲੈ ਕੇ ਆ ਰਹੇ ਹਾਂ। ਸਿੱਧੇ ਜਿਹੜੇ ਨੇ ਯੂਕਰੇਨ ਤੋਂ 2 ਸਾਲ ਦੇ ਵਰਕ ਪਰਮਿਟ 'ਤੇ ਬੰਦੇ ਆ ਰਹੇ ਨੇ, ਉਹਨਾਂ ਕੋਲ ਪਾਸਪੋਰਟ ਹੋਵੇ ਨਾ ਹੋਵੇ, ਉਹਨਾਂ ਦੇ ਰਹਿਣ ਦਾ, ਸਹਿਣ ਦਾ, ਮੈਡੀਕਲ,
ਇਹ ਤਾਂ ਜਵਾਕਾਂ ਨੇ ਇੱਥੇ ਦੀ ਇਕਨੋਮੀ 'ਚ ਇੱਥੇ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਕਹਿਣ ਦੇ ਮੁਤਾਬਕ ਕਿ ਸਾਨੂੰ ਲੰਬਰ ਇੰਡਸਟਰੀ ਤੋਂ ਵੱਧ ਪੈਸੇ ਕਮਾਏ ਜਿਹੜੇ ਨੇ ਉਹ ਕਮਾਏ ਜਾ ਰਹੇ ਨੇ। ਅਤੇ ਫਿਰ ਹੁਣ ਦਿਓ ਸਾਂਭੋ ਇਹਨਾਂ ਨੂੰ। ਨੌਕਰੀਆਂ ਤਾਂ ਤੁਹਾਨੂੰ ਬਣ ਗਈਆਂ, ਸਰਕਾਰਾਂ ਤੁਹਾਡੀਆਂ ਬਣ ਗਈਆਂ, ਇਹ ਜਿਹੜੇ ਉਜੜੇ ਬੈਠੇ ਨੇ ਉੱਥੇ 500 ਜਵਾਕ, ਉਹਨਾਂ ਦਾ ਕੀ ਕਸੂਰ ਹੈ? ਅਤੇ ਇਸ ਨੂੰ ਮੈਂ ਕੋਸ਼ਿਸ਼ ਕਰਾਂਗਾ ਵੱਧ ਤੋਂ ਵੱਧ ਆਪਣੇ ਕਨੈਕਸ਼ਨ ਦੇ ਵਿੱਚੋਂ ਅੱਗੇ ਇਹਨੂੰ ਸੁਨੇਹਾ ਭੇਜਣ ਦਾ, ਅਤੇ ਦੇਖਦੇ ਹਾਂ ਫਿਰ ਆਉਣ ਵਾਲੇ ਦਿਨਾਂ 'ਚ ਕੀ ਇਹਦਾ ਹੱਲ ਹੁੰਦਾ ਹੈ। ਨਿਸ਼ਾ ਅਤੇ ਮਨੀ ਦੇ ਨਾਲ ਅਸੀਂ ਸਟੂਡੀਓ ਵਾਲੇ ਪਾਸਿਓਂ ਗੱਲਬਾਤ ਕਰਦੇ ਰਹਾਂਗੇ। ਇਹ ਕਾਲਰ ਹੋਰ ਨੇ ਜੀ, ਉਹਨਾਂ ਨਾਲ ਗੱਲ ਕਰਕੇ ਫਿਰ ਕਹਾਣੀ ਵੱਲ ਚੱਲਦੇ ਹਾਂ। ਸਰਦਾਰ ਤਰਲੋਚਨ ਸਿੰਘ ਜੀ, ਤੁਸੀਂ ਏਅਰ 'ਤੇ ਹੋ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਆਈ ਐਮ ਸੌਰੀ ਟੂ ਸੇ, ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਛੋਟੇ ਤੋਂ ਲੈ ਕੇ ਵੱਡੇ ਪੋਲੀਟੀਸ਼ੀਅਨ ਹੈਗੇ ਆਪਣੇ ਪੰਜਾਬੀ ਕਮਿਊਨਿਟੀ ਦੇ ਜੀ, ਇਹ ਸਾਰੇ ਜੀ ਮਰੀਆਂ ਜ਼ਮੀਰਾਂ ਵਾਲੇ ਆ, ਟੁੱਟੀਆਂ ਟੂਈਆਂ ਵਾਲੇ ਆ ਜੀ। ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਜੇ ਤੁਸੀਂ ਇਹਨਾਂ ਨਾਲ ਇਹਨੂੰ ਆਪਦੇ ਭੋਗ ਤੇ ਸੱਦਣਾ ਤਾਂ ਸਾਰਿਆਂ ਨਾਲੋਂ ਤੁਹਾਡੇ ਰਿਸ਼ਤੇਦਾਰਾਂ ਨਾਲੋਂ ਵੀ ਪਹਿਲਾਂ ਤੁਹਾਡੇ ਘਰੇ ਬੈਠੇ ਹੋਣਗੇ ਇਹ, ਠੀਕ ਹੈ ਜੀ। ਜਿਹੜੇ ਇਹੋ ਜਿਹੇ ਕੰਮ ਹੈਗੇ ਆ, ਇਹ ਕਮਿਊਨਿਟੀ ਨੂੰ ਆਪ ਨੂੰ ਹੀ ਇਕੱਠੇ ਹੋਣਾ ਪੈਣਾ ਜੀ ਇਹਨਾਂ ਵਾਸਤੇ। ਤੁਸੀਂ ਕਿਸੇ ਪੋਲੀਟੀਸ਼ੀਅਨ ਤੱਕ ਕੋਈ ਵੀ ਇਹ ਚੀਜ਼ ਨੂੰ ਨਾ ਰੱਖੋ ਵੀ ਸਾਡੀ ਉਹ ਹੈਲਪ ਕਰਨ ਜੀ। ਮੈਂ ਜੀ ਨਿਊਜ਼ ਦੇ ਵਿੱਚ ਇਹ ਸੁਣਿਆ ਸੀਗਾ ਵੀ ਜਿਹੜੇ ਯੂਕਰੇਨ ਤੋਂ ਇਹ ਸੱਦ ਰਹੇ ਹੈਗੇ ਆ ਬੰਦੇ, ਟਰੂਡੋ ਨੇ ਉਹਨਾਂ ਵਾਸਤੇ ਜਿਹੜਾ ਅਡਲਟ ਹੈਗਾ ਉਹਨਾਂ ਨੂੰ $3000 ਮਹੀਨਾ, ਤੇ ਜਿਹੜਾ ਹੈਗਾ ਵੀ ਬੱਚਾ ਛੋਟਾ ਹੈਗਾ ਉਹਨਾਂ ਨੂੰ $1500 ਮਹੀਨਾ ਇਹਨਾਂ ਨੇ ਦੇਣਾ। ਕੀ ਗੱਲ ਜੀ, ਉਹਨਾਂ ਵਾਸਤੇ ਇਹਨਾਂ ਕੋਲੇ ਪੈਸੇ ਹੈਗੇ ਆ, ਇਹਨਾਂ ਬੱਚਿਆਂ ਨੂੰ ਦੇਣ ਵਾਸਤੇ ਇਹਨਾਂ ਕੋਲੇ ਕੈਸ਼ ਵੀ ਹੈ ਨਹੀਂ। ਚਲੋ ਉਹ ਕਹਿੰਦੇ ਅਸੀਂ ਪੈਸੇ ਵੀ ਨਹੀਂ ਲੈਂਦੇਗੇ, ਪਰ ਲੀਗਲੀ ਜਿਹੜਾ ਸਾਡਾ ਬਣਦਾ ਹੈਗਾ ਸਾਨੂੰ ਉਹ ਤਾਂ ਦਿਓ, ਸਾਨੂੰ ਵੀਜ਼ੇ ਦਾ ਇਸ਼ੂ ਕਰੋ। ਉਹ ਵੀ ਕਹਿੰਦੇ ਸਾਨੂੰ ਕੁਝ ਵੀ ਨਹੀਂ ਦੇਣਾਗਾ। ਇਹ ਆਪਾਂ ਨੂੰ ਆਪ ਨੂੰ ਖੁਦ ਨੂੰ ਕਮਿਊਨਿਟੀ ਨੂੰ ਕਰਨਾ ਪੈਣਾ ਜੀ, ਪਰ ਇਹਨਾਂ ਦੇ ਪੋਲੀਟੀਸ਼ੀਅਨ ਤੱਕ ਲੀਡਰਾਂ ਤੱਕ ਕੋਈ ਆਸ ਨਾ ਰੱਖੋ ਜੀ। ਥੈਂਕ ਯੂ ਜੀ। ਥੈਂਕ ਯੂ। ਪ੍ਰੋਸੈਸ ਉਹੀ ਹੈ ਸਰਦਾਰ ਤਰਲੋਚਨ ਸਿੰਘ ਜੀ। ਚਲੋ ਹਲੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਕਰਾਂਗੇ ਕਿਉਂਕਿ ਹਲੇ ਉਹਨਾਂ ਨੂੰ ਪਤਾ ਨਹੀਂ, ਪਰ ਪਾਸਟ ਐਕਸਪੀਰੀਅੰਸ ਇਹੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਗੱਲਾਂ ਰੁਲ ਜਾਂਦੀਆਂ ਵਿੱਚ। ਅਤੇ ਦੁਨੀਆ ਤੋਂ ਇਸ ਤਾਂ ਅੱਗੇ ਵੀ ਕਹਿੰਦੇ ਆ, ਕੱਲ੍ਹ ਕਹਿੰਦੇ 5 ਤੋਂ ਹੁਣ 7 ਸਾਲ ਕਰ ਦਿਆਂਗੇ ਤੁਹਾਡੇ। 5 ਸਾਲ ਤਾਂ ਮਾਪੇ ਉਈਓ ਰਹੀ ਜਾਣ 2 ਸਾਲ ਦੀ ਜਗ੍ਹਾ, ਹੁਣ ਬਾਹਰ ਨਹੀਂ ਜਾਣਾ ਪਊ, 5 ਸਾਲ ਰਹਿਣ ਉਹ। ਬਸ ਠੀਕ ਹੈ, 65-68 ਸਾਲਾਂ ਦੇ ਆਉਣਗੇ, 10 ਸਾਲ ਦਾ ਤੁਸੀਂ ਵੀਜ਼ਾ ਦੇ ਤਾਂ 78 ਦੇ ਹੋ ਗਏ, ਬਸ ਠੀਕ ਹੈ। ਉਹਦੇ ਬਾਅਦ ਤਾਂ ਇਮੀਗ੍ਰੇਸ਼ਨ ਤੁਹਾਡੇ ਮੈਡੀਕਲ ਸਿਸਟਮ ਨੇ ਨਹੀਂ ਪਾਸ ਕਰਨਾ ਉਹਨਾਂ ਨੂੰ, ਅਤੇ ਸਾਨੂੰ ਉਹਨਾਂ ਨੂੰ ਵਾਪਸ ਭੇਜਣਾ ਪੈਣਾ ਉਸ ਉਮਰੇ। ਦਈ ਚੱਲੋ, ਟੈਕਸ ਦਈ ਚੱਲੋ, ਅਤੇ ਆਨੰਦ ਕਰੀ ਜਾਣ, ਅਤੇ ਆਪਣੀਆਂ ਤਨਖਾਹਾਂ ਵਧਾਉਣ, ਜਿੱਥੇ ਮਰਜ਼ੀ ਖਰਚਣ, ਕਿਸੇ ਨੂੰ ਮਿਲੀਅਨ ਦੇਣ, ਕਿਤੋਂ ਰਿਫਿਊਜੀ ਦੁਨੀਆ ਤੋਂ ਲੈ ਕੇ ਆਉਣ। ਇਹਨਾਂ ਨੂੰ ਕੋਈ ਚੈਲੰਜ ਕਰਨ ਵਾਲਾ ਥੋੜ੍ਹਾ। ਅਤੇ ਜਾ ਕੇ ਫੋਟੋਆਂ ਏਅਰਪੋਰਟ 'ਤੇ ਜੱਫੀਆਂ ਪਾ ਕੇ ਖਿਚਾਉਣਗੇ ਸੀਰੀਆ ਤੋਂ, ਯੂਕਰੇਨੀਅਨ ਤੋਂ ਦੇ ਨਾਲ, ਅਤੇ ਅਗਲੀ ਇਲੈਕਸ਼ਨ ਦਾ ਬੰਨ ਨੂੰ ਬੰਨਣਗੇ। ਜਿਹੜੇ ਲਿਆ ਕੇ ਪੱਕੇ ਕਰਤੇ ਅਤੇ ਉਹਨਾਂ ਨੂੰ ਰੱਖਣਗੇ ਉੱਥੇ ਜਿੱਥੇ ਹਾਰਦੇ ਨੇ, ਅਤੇ ਉਹਦੇ ਬਾਅਦ ਉੱਥੋਂ ਦੁਬਾਰਾ ਜਿੱਤਣਗੇ, ਸਰਕਾਰਾਂ ਬਣਨਗੀਆਂ। ਇਹਨਾਂ ਜਵਾਕਾਂ ਤੋਂ ਕੀ ਕਰਨਾ ਉਹਨਾਂ ਨੇ? ਕਦੇ ਆਉਣਗੇ, ਕਦੇ ਇਮੀਗ੍ਰੈਂਟ ਹੋਣਗੇ, ਕਦੇ ਸਿਟੀਜ਼ਨ ਹੋਣਗੇ। ਇਹਨਾਂ ਤੋਂ ਕੀ ਲੈਣਾ? ਹਾਂ, ਇਹਨਾਂ ਤੋਂ ਲੰਬਰ ਇੰਡਸਟਰੀ ਜਿੰਨੀ ਕਮਾਈ ਜ਼ਰੂਰ ਹੋ ਰਹੀ ਹੈ, ਇਹ ਤਾਂ ਠੀਕ ਹੈ, ਪਰ ਤੁਸੀਂ ਦੇਖਿਆ ਕਿੰਨੀ ਸਾਊਂਡ ਹੈ ਉਹ ਲੜਕੀ ਨਿਸ਼ਾ ਦੀ। ਗੱਲ ਤੁਸੀਂ ਸੁਣੀ ਹੈ, ਕਿਹੜੇ ਲੈਵਲ 'ਤੇ ਉਹ ਗੱਲ ਕਰ ਰਹੀ ਹੈ, ਕਿੰਨੇ ਮਾਰਕਸ ਨੇ ਉਹਦੇ। ਸੋ ਕੋਈ ਨਾ, ਅੱਜ ਇਸ ਦੀ ਸ਼ੁਰੂਆਤ ਕੀਤੀ, ਆਪਾਂ ਇਸ ਦੇ ਬਾਰੇ ਗੱਲਬਾਤ ਕਰਾਂਗੇ। ਕਿਰਪਾਲ ਕਜ਼ਾਕ ਹੋਣਾ ਦੀ ਕਹਾਣੀ ਤੁਹਾਨੂੰ ਅੱਜ ਮੈਂ ਸੁਣਾਉਣਾ। ਬੜੀ ਸੰਵੇਦਨਸ਼ੀਲ ਜੀ ਕਹਾਣੀ ਹੈ, ਅਤੇ ਕਿਰਦਾਰਾਂ ਦੀ ਗੱਲ ਹੈ ਇਹਦੇ 'ਚ। ਕਿਰਪਾਲ ਕਜ਼ਾਕ ਹੋਣਾ ਨੇ ਬਹੁਤ ਨੇੜੇ ਹੋ ਕੇ ਗੁਰਬਤ ਦੇ ਬਾਰੇ ਲਿਖਿਆ। ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਕਾਲਾ ਇਲਮ ਦੇ ਵਿੱਚੋਂ, ਹੁਮਸ ਦੇ ਵਿੱਚੋਂ, ਅੰਤਹੀਣ 'ਚੋਂ, ਸ਼ਰੇਆਮ ਦੇ ਵਿੱਚੋਂ ਤੁਹਾਨੂੰ ਕਹਾਣੀਆਂ ਸੁਣਾਈਆਂ। ਉਹਨਾਂ ਦੀ ਹੁਣ ਇਹ ਨਵੀਂ ਕਿਤਾਬ ਹੈ ਜਿਸ ਦਾ ਨਾਂ ਹੈ ਸਿਲਸਿਲੇ। ਉਹਦੀ ਅੱਜ ਕਹਾਣੀ ਤੁਹਾਨੂੰ ਸੁਣਾਉਂਦਾ। ਕਿਰਪਾਲ ਕਜ਼ਾਕ ਜੀ ਦੀ ਕਹਾਣੀ ਤਲਾਕ। ਗੁਰੀਆ ਅੰਮ੍ਰਿਤਧਾਰੀ ਸੀ। ਜਦੋਂ ਦਾ ਤ੍ਰਿਖਾ ਨਾਲ ਮੇਲ ਹੋਇਆ ਉਹ ਅਕੀਦੇ ਤੋਂ ਹਿੱਲ ਗਿਆ, ਧੌਲੇ ਲੁਕਾਉਣ ਲੱਗ ਗਿਆ। ਧੌਲਿਆਂ ਦਾ ਪਾਪ ਤ੍ਰਿਖਾਂ ਦੀ ਖਾਤਰ ਸੀ। ਅਸਲ ਤ੍ਰਿਖਾ ਸੀ ਜਿਹਦੇ ਕਰਕੇ ਉਹਦੀ ਵਿਆਹੁਤਾ ਜ਼ਿੰਦਗੀ ਵੀ ਉਥਲ ਪੁਥਲ ਹੋਈ। ਗੁਰੀਆ ਇਹ ਗੱਲ ਮਹਿਸੂਸ ਤਾਂ ਕਰਦਾ, ਮੰਨਦਾ ਨਹੀਂ ਸੀ। ਜ਼ਿੰਦਗੀ ਨਰਕ ਤੋਂ ਬੱਤਰ ਹੋ ਗਈ। ਤਲਾਕ ਦੇ ਕੇਸ ਨੇ ਸ਼ੁਰੂ 'ਚ ਗੁਰੀਏ ਦੀ ਧੁੱਕੀ ਕੱਢਤੀ। ਗੁਰੀਆ ਇਹ ਰਾਹ ਦਾ ਪੰਧ ਹੀ ਨਹੀਂ ਸੀ। ਤਹੰਮਲ ਨੇ ਸਾਹ ਨਾ ਦਿੱਤਾ, ਲਪੇਟਿਆ ਗਿਆ। ਇਹਦੇ ਲਈ ਝੂਠ ਤੱਕ, ਸੱਚ ਮਰਨ ਤੱਕ ਤਲਾਕ ਦਾ ਮੁੱਦਾ ਨਹੀਂ ਸੀ ਕੋਈ ਬਣ ਰਿਹਾ। ਹਾਰ ਕੇ ਕੇਸ ਮਗਲਾਨੀ ਨੂੰ ਦੇ ਦਿੱਤਾ। ਕਈ ਵਾਰ ਗੁਰੀਆ ਨੂੰ ਲੱਗਦਾ ਗਲਤੀ ਹੋ ਗਈ, ਪਰ ਤ੍ਰਿਖਾ ਦੀ ਚੁੱਕ ਇੰਨੀ ਸੀ, ਸਾਹ ਨਾ ਲੈਣ ਦਿੰਦੀ। ਇੱਕ ਤਰੀਕ 'ਤੇ
ਗੁਰੀਏ ਦਾ ਵਕੀਲ ਤਲਾਕ ਦਾ ਤਰਕ ਪੇਸ਼ ਨਾ ਕਰ ਸਕਿਆ। ਕਾਰਨ ਕੀ ਦੱਸੇ? ਤ੍ਰਿਖਾ ਗੁੱਸੇ 'ਚ ਆ ਗਈ। ਨਿਕਲ ਗਈ ਤੇਰੇ ਵਕੀਲ ਦੀ ਫੂਕ, ਪੈਸੇ ਕਰਕੇ ਘਟੀਆ ਵਕੀਲ ਕੀਤਾ, ਲੈ ਚੱਕ। ਉਹਨੇ ਖਾਲੀ ਚੈੱਕ ਬੁੱਕ ਗੁਰੀਏ ਦੇ ਪੈਰਾਂ 'ਚ ਮਾਰੀ। ਅਮੀਰ ਘਰ ਦੀ ਕੁੜੀ ਸੀ। ਗੁਰੀਆ ਤ੍ਰਿਖਾ ਨੂੰ ਕਾਲਜ ਤੋਂ ਜਾਣਦਾ, ਬੜੀ ਚੱਕਵੀਂ ਕੁੜੀ ਸੀ। ਵਜੂਦ ਦੀ ਥਾਂ ਅੱਗ ਤੁਰੀ ਫਿਰਦੀ। ਪਰ ਗੁਰੀਆ ਦੂਰ ਆ। ਗੁਰੀਏ ਦੇ ਮਾਪੇ ਨਿੱਕੇ ਹੁੰਦੇ ਚੱਲ ਵਸੇ। ਅਨਾਥ ਗੁਰੀਆ ਗ੍ਰੰਥੀ ਮਾਮੇ ਦੀ ਸ਼ਰਨ 'ਚ ਪੜਿਆ। ਡਾਲੀ ਮੰਗ ਕੇ ਢਿੱਡ ਭਰਿਆ, ਕਿਤਾਬੀ ਕੀੜਾ ਨਿਕਲਿਆ, ਇੰਜੀਨੀਅਰ ਬਣ ਗਿਆ। ਨੌਕਰੀ ਲਈ ਸਿੱਖੀ ਦੀ ਚਿਣਗ ਕਾਇਮ ਰਹੀ। ਕਿਉਂ? ਗੁਰਦੁਆਰੇ ਪਲਿਆ। ਰੋਜ਼ ਗੁਰਦੁਆਰੇ, ਹਰ ਛੁੱਟੀ ਸੇਵਾ ਦਾ ਲਿਖ ਦਿਨ। ਮੂੰਹ ਹਨੇਰੇ ਪ੍ਰਕਰਮਾਂ 'ਚ ਉਹਨੇ ਤ੍ਰਿਖਾ ਨੂੰ ਦੇਖ ਲਿਆ। ਨੇੜੇ ਗਿਆ ਤ੍ਰਿਖਾ। ਗੁਰੀਆ ਹੈਰਾਨ, ਕਾਲੀ ਵਾਲੀ ਤ੍ਰਿਖਾ, ਚਿੱਟੇ ਵਸਤਰ, ਨੀਲੀ ਕੇਸਕੀ, ਨੰਗੇ ਪੈਰ, ਹੱਥਾਂ 'ਚ ਝਾੜੂ, ਪ੍ਰਕਰਮਾਂ ਧੋ ਰਹੇ ਸੀ। ਗੁਰੀਏ ਨੇ ਥਿੜਕ ਕੇ ਹੱਥ ਜੋੜੇ। ਪਛਾਣਿਆ? ਗੁਰਿੰਦਰ ਹੋ ਜੀ? ਰੋਜ਼ ਆਉਂਦੇ ਹੋ? ਨਹੀਂ, ਛੁੱਟੀ ਦੇ ਦਿਨ। ਮੈਂ ਕਮਾਲ ਹੋ ਗਈ ਤ੍ਰਿਖਾ ਰੂਪ ਦੇ ਵਿੱਚ। ਤ੍ਰਿਖਾ ਨੇ ਲੰਬਾ ਸਾਹ ਲੈ ਕੇ ਅਸਮਾਨ ਵੱਲ ਹੱਥ ਚੱਕਿਆ। ਉਹਦੇ 'ਚ ਹੱਥ ਹੈ ਸਭ ਕੁਛ। ਪਹਿਲਾਂ ਤਾਂ ਨਹੀਂ ਸੀ ਇਹ, ਗੁਰੀਏ ਨੇ ਕੇਸਕੀ ਬਾਰੇ ਕਿਹਾ। ਨਹੀਂ, ਥੋੜ੍ਹਾ ਚਿਰ ਪਹਿਲਾਂ ਹੀ ਸ਼ੁਰੂ ਕੀਤੀ ਹੈ। ਕਾਰਨ? ਤ੍ਰਿਖਾ ਚੁੱਪ ਹੋ ਗਈ। ਸਰੋਵਰ ਦੀਆਂ ਪੌੜੀਆਂ 'ਤੇ ਜਾ ਬੈਠੀ। ਗੁਰੀਏ ਨੂੰ ਲੱਗਾ ਕੋਈ ਗਲਤ ਕਰ। ਮਾਫ਼ ਕਰਨਾ, ਮੈਂ ਤੈਨੂੰ ਤ੍ਰਿਖਾ ਕਾਲਜ ਦੇ ਵੇਲੇ ਦਾ ਜਾਣਦਾ ਨਾ, ਇਹਦੇ ਕਰਕੇ ਮੈਂ ਤੈਨੂੰ ਐਂ ਤਾਂ ਦੇਖੇ ਨਹੀਂ, ਐ ਨਹੀਂ ਗੱਲ। ਸੋਚਿਆ ਗੁਰੂ ਬਹਿ ਕੇ, ਘਰ ਬਹਿ ਕੇ ਝੂਠ ਕਿਉਂ ਬੋਲਾਂ। ਦਰਅਸਲ ਕਾਲਜ 'ਚ ਬੜੇ ਸੁਪਨੇ ਸੀ ਗੁਰੀ, ਪਰ ਬਾਹਰ ਆ ਕੇ ਠੁੱਸ ਹੋ ਗਏ। ਨਾ ਨੌਕਰੀ, ਨਾ ਪੈਸਾ, ਨਾ ਸ਼ੋਹਰਤ। ਮਨ ਟੁੱਟ ਗਿਆ। ਕਾਲਜ ਦੀਆਂ ਦੋਸਤੀਆਂ ਨੇ ਛੱਡਦਾ। ਮਨ ਉਦਾਸ ਰਹਿਣ ਲੱਗਿਆ। ਅੰਮ੍ਰਿਤ ਛਕ ਲਿਆ। ਕੇਸਕੀ ਧਾਰਨ ਕਰ ਲਈ। ਹੁਣ ਮਨ ਸ਼ਾਂਤ। ਤੇ ਗ੍ਰਸਤ ਤੋਂ ਛੁੱਟੀ। ਫਿਰ ਕਿਉਂ ਛੁੱਟੀ? ਕਿਉਂ? ਸਿੱਖੀ 'ਚ ਕੋਈ ਬੰਦਿਸ਼ ਹੈ? ਇਹਦੀ ਬੰਦਿਸ਼ ਤਾਂ ਨਹੀਂ, ਪਰ ਕੇਸਕੀ ਦੀ ਮਰਿਆਦਾ ਬਹੁਤ ਸਖਤ ਹੈ। ਸਖਤ ਤਾਂ ਹੈ, ਪਰ ਜੇ ਮਨ ਸ਼ਾਂਤ ਹੈ ਫਿਰ ਕੀ ਔਖਾ ਹੈ। ਦੇਰ ਬਾਅਦ ਮਿਲੇ, ਪਰ ਖੁਸ਼ੀ ਹੋਈ। ਮੈਨੂੰ ਵੀ। ਫਤਿਹ ਬੁਲਾ ਦੋਨੇ ਵੱਖ ਹੋ ਗਏ। ਇੱਕ ਦੂਜੇ ਦੇ ਦਿਲ ਦੇ ਵਿੱਚ ਬੈਠ ਕੇ ਨਾ ਚਾਹੁੰਦੇ ਛੁੱਟੀ ਦੇ ਦਿਨ ਇੱਕ ਦੂਜੇ ਨੂੰ ਉਡੀਕਦੇ। ਪੌੜੀਆਂ 'ਤੇ ਬੈਠਣ ਲੱਗ ਗਏ। ਕਾਲਜ ਵਾਲੀਆਂ ਗੱਲਾਂ ਤੁਰ ਪਈਆਂ। ਗੁਰੀਏ ਨੂੰ ਪਤਾ ਹੀ ਨਾ ਲੱਗਾ। ਗੁਰੀਏ ਨੂੰ ਪਤਾ ਲੱਗਾ ਕਿ ਤ੍ਰਿਖਾ ਰਾਵਲਪਿੰਡੀ ਜਵੈਲਰਸ ਵਾਲਿਆਂ ਦੀ ਲਾਡਲੀ ਆ। ਕਾਲਜ 'ਚ ਬਹੁਤ ਥਿੜਕੀ, ਕਦੇ ਕਿਸੇ ਦੇ ਪਿੱਛੇ ਲੱਗੀ, ਕਦੇ ਫਿਰ ਬ੍ਰਹਮਾ ਕੁਮਾਰੀ ਵਾਲਿਆਂ ਨੂੰ ਮਿਲ ਗਈ। ਬ੍ਰਹਮਾ ਕੁਮਾਰੀਆਂ ਨੇ ਜੀਵਨ ਦੇ ਵਿੱਚ ਸਾਰਾ ਕੁਛ ਬੰਦ ਕੀਤਾ। ਉਹ ਕਹਿੰਦੀ ਨਾ, ਇਹ ਤਾਂ ਠੀਕ ਨਹੀਂ। ਇੱਕ ਦਿਨ ਮਹਾਤਮਾ ਘਰੇ ਆ ਗਏ। ਬਹੁਤ ਤਿੱਖਾ ਚਿਹਰਾ। ਤ੍ਰਿਖਾ ਨੂੰ ਕੋਲ ਬਿਠਾਇਆ, ਬਚਨ ਕੀਤਾ, ਚੌਕੜਾ ਮਾਰ ਕੇ ਅੰਤਰ ਧਿਆਨ ਹੋ ਕੇ। ਸੰਤਾਂ ਨੇ ਤ੍ਰਿਖਾ ਦੇ ਮੱਥੇ 'ਤੇ ਹੱਥ ਰੱਖਿਆ। ਝਰਨਾਹਟ ਛਿੜ ਗਈ। ਤ੍ਰਿਖਾ ਦੀ ਕਾਇਆ ਪਲਟ ਗਈ। ਬਸ ਤ੍ਰਿਖਾ ਖੁਸ਼, ਮਾਪੇ ਖੁਸ਼। ਸੰਤ ਕਿਸੇ ਵੱਡੀ ਕੰਪਨੀ ਦੇ ਮਾਲਕ ਨੂੰ ਫੋਨ ਕੀਤਾ। ਤ੍ਰਿਖਾ ਦੀ ਨੌਕਰੀ ਲੱਗ ਗਈ। ਸੇਵਾ ਦੇ ਪੱਜ ਫਿਰ ਵੀ ਮਿਲਦੇ ਰਹੇ, ਗੱਲਾਂ ਕਰਦੇ, ਹੋ ਕੇ ਭਰਦੇ। ਦੋਨੇ ਇਕੱਠੇ ਹੁੰਦੇ ਰਹੇ। ਤ੍ਰਿਖਾ ਦੀ ਪੈਰਲਲ ਜ਼ਿੰਦਗੀ ਸ਼ੁਰੂ ਹੋ ਗਈ। ਇੱਕ ਦਿਨ ਅਚਾਨਕ ਤ੍ਰਿਖਾ ਗੁਰਦੁਆਰੇ ਆਈ ਨਾ। ਗੁਰੀਏ ਨੂੰ ਤੋੜ ਲੱਗ ਗਈ। ਆਈ ਨਾ, ਮਿਲੀ ਤਾਂ ਤ੍ਰਿਖਾ ਅੰਬਰਾਂ 'ਚ ਦੀ 5 ਦਿਨਾਂ ਬਾਅਦ। ਰੱਬ ਦੀ ਮਿਹਰ ਹੋ ਗਈ ਗੁਰੀ, ਰੱਬ ਦੀ ਮਿਹਰ ਹੋ ਗਈ। ਜਿਵੇਂ ਦਾ ਚਾਹਿਆ ਤਿਵੇਂ ਦਾ ਮਿਲ ਗਿਆ। ਉਮਰ 'ਚ ਮੈਥੋਂ ਸਾਲ ਵੱਡਾ। 10 ਘੋੜੇ ਜਾਣੀ ਵੱਡੇ ਟਰੱਕ ਨੇ। ਟਰੈਵਲ ਏਜੰਸੀ ਆ, ਦੁਬਈ ਤੱਕ ਕਾਰੋਬਾਰ ਆ, ਕੱਲਾਕਾਰ ਆ। ਅੰਨਾ ਪੈਸਾ, ਬਸ ਨਾ ਕੋਈ ਨਣਦ, ਨਾ ਕੋਈ ਕਹਾਣੀ। ਪੈਸਾ ਧੇਲਾ, ਨੌਕਰ ਚਾਕਰ। ਲਾਈਫ ਇਜ਼ ਸੈਟਲਡ ਨਾਓ। ਤ੍ਰਿਖਾ ਨੇ ਸਾਹ ਲਿਆ। ਗੁਰੀਏ ਨੂੰ ਗੱਲ ਨਾ ਉੜੀ। ਆ ਕੀ ਹੋ ਗਿਆ? ਸਾਂ ਹੋਈ। ਤੇ ਤੈਂ ਕੁਛ ਸੋਚਿਆ ਗੁਰੀ? ਤੇਰੇ ਤੋਂ ਬਾਅਦ ਫਿਰ ਮੈਂ ਤਾਂ ਸੋਚਣਾ ਬੰਦ ਕਰਤਾ ਸੀ ਜਮਾਂ ਹੀ। ਹੈ ਚੱਲ ਸੋਚਦੇ ਹਾਂ। ਠੀਕ ਹੈ, ਫਿਰ ਦੁਬਾਰਾ ਮਿਲੇ ਤਾਂ ਦੱਸੀ। ਥੋੜ੍ਹੇ ਦਿਨਾਂ ਬਾਅਦ ਤ੍ਰਿਖਾ ਕੋਲ ਆਪਣੇ ਦੱਸਣ ਲਈ ਕਿੱਸੇ ਸਨ। ਗੁਰੀਏ ਕੋਲ ਕੀ ਸੀ? ਹਾਂਜੀ, ਫਿਰ ਕੀ ਬਣਿਆ? ਗੁਰੀਏ ਕੋਲ ਦੱਸਣ ਨੂੰ ਕੱਖ ਨਹੀਂ ਸੀ। ਉਹਨੇ ਝੂਠ ਬੋਲਤਾ। ਪਿਛਲੇ ਹਫ਼ਤੇ ਲੰਗਰ ਦੀ ਰਸਦ ਲੈ ਕੇ ਗਿਆ ਸੀ ਦਿੱਲੀ। ਸੰਗਤ ਨਾਲ 84 ਵਾਲੇ ਦੰਗਿਆਂ ਵਾਲੇ ਦੇ ਕੈਂਪ 'ਚ। ਦੱਸ ਨਹੀਂ ਸਕਦਾ, ਦਿਲ ਪੱਛਿਆ ਗਿਆ। ਜ਼ਖਮ ਦਾਲ ਆਟੇ ਨਾਲ ਕਿੱਥੇ ਭਰਨੀ ਸੀ ਕੋਈ। ਮੈਂ ਕਿਹਾ ਉਹ ਵੱਡੀ ਸੇਵਾ ਕੀਤੀ ਜਾਵੇ। ਕੀ? ਮੇਰਾ ਜੀਅ ਕਰਦਾ ਵੀ ਦੰਗਾ ਪੀੜਤ ਕੁੜੀ ਨਾਲ ਵਿਆਹ ਕਰਾ ਲਵਾਂ। ਅੱਛਾ, ਕਿਉਂ? ਠੀਕ ਨਾ? ਠੀਕ ਨਹੀਂ, ਕਮਾਲ। ਮੈਂ ਹੈਰਾਨ ਹੋ ਗਈ। ਗੁਰੀ, ਦਿਸ ਇਜ਼ ਅਮੇਜ਼ਿੰਗ। ਤ੍ਰਿਖਾ ਪੈਰ 'ਤੇ ਘੁੰਮ ਗਈ। ਗੁਰੀ ਨੇ ਤਾਂ ਮੌਕਾ ਸਾਂਭਿਆ ਸੀ। ਮੈਂ ਵੀ ਇਹਨੂੰ ਵੀ ਦਿਖਾਵਾਂ, ਮੈਂ ਵੀ ਵਿਆਹ ਕਰਾ ਰਿਹਾ। ਪਰ ਪਤਾ ਹੀ ਨਹੀਂ ਗੱਲ ਕਿੱਥੋਂ ਨਿਕਲ ਗਈ ਬਾਹਰ। ਸ਼ਹਿਰ 'ਚ ਗੱਲ ਹੋ ਗਈ। ਸ਼ਹਿਰਾਂ ਦੇ ਜਥੇਦਾਰਾਂ ਦੇ ਫੋਨ ਆਉਣ ਲੱਗ ਗਏ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਗੁਰਦੀਪ ਸਿੰਘ ਜੀ, ਹਾਂ ਜੀ। ਬੱਲੇ 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 ਬੱਲੇ, ਬਹੁਤ ਵੱਡੀ ਸੇਵਾ ਕਰਤੀ ਤੁਸੀਂ ਤਾਂ। ਕਾਹਦੀ ਜੀ? ਮੈਨੂੰ ਇਹ ਪਤਾ ਲੱਗਾ ਵੀ ਤੁਸੀਂ ਤਾਂ ਵਿਆਹ ਕਰਾ ਰਹੇ ਹੋ ਦੰਗਾ ਪੀੜਤ ਬੱਚੀ ਨਾਲ। ਕਿਸ ਨਾਲ? ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਸੇਵਾ ਕੀਤੀ ਜਾਵੇ ਜੀ। ਵਾਹ ਜੀ ਵਾਹ, ਫਿਰ ਤਾਂ ਸਨਮਾਨਿਤ ਕਰਦੇ ਗੁਰਦੁਆਰੇ ਲਿਆ ਕੇ ਤੁਹਾਨੂੰ। ਦੂਜੇ ਦਿਨ ਗੁਰਦੁਆਰੇ ਛੱਡਿਆ ਗਾਤਰੇ, ਜਿਹੜਾ ਗਲ ਦੇ ਵਿੱਚ ਸਰੋਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਆਪਣੇ ਗੁਰਦੀਪ ਸਿੰਘ ਬਹੁਤ ਵੱਡੀ ਕੌਮ ਦੀ ਸੇਵਾ ਕਰ ਰਹੇ ਨੇ ਭਾਈ। ਇਹ ਦੰਗਾ ਪੀੜਤ ਇੱਕ ਲੜਕੀ ਨਾਲ ਵਿਆਹ ਕਰ ਰਹੇ ਨੇ।
ਗੁਰੂ ਪਾਤਸ਼ਾਹ ਜੋੜੀ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੀਆ ਬਾੜ 'ਚ ਫਸ ਗਿਆ, ਲੱਭਣ ਲੱਗ ਗਿਆ। ਅਖੀਰ ਗੁਣਾ ਰਮੀ ਤੇ ਪੈ ਗਿਆ। ਐਮਏ ਤੱਕ ਪੜ੍ਹੀ, ਸੋਹਣੀ ਸੁਨੱਖੀ ਰਮੀ ਜਮਨਾ ਪਰ ਤਲੋਕਪੁਰੀ ਦੇ ਉਹ ਗਰੀਬ ਇਲਾਕੇ ਦੀ ਜਿੱਥੇ ਬਹੁਤ ਜ਼ੁਲਮ ਹੋਇਆ। ਰਮੀ ਨੂੰ ਪੁੱਤਾਂ ਵਾਂਗੂ ਪਾਲਿਆ, ਪੜ੍ਹ ਲਿਖ ਕੇ ਧੀ ਅਫਸਰ ਬਣੇ, ਢਿੱਡ ਵੱਢ ਕੇ ਐਮਏ ਅੰਗਰੇਜ਼ੀ ਦੀ ਕਰਾਈ। ਸ਼ੁਕਰ ਆ ਵੀ ਰਮੀ ਦਿੱਲੀ ਦੇ ਕਿਸੇ ਘਰ 'ਚ ਆਈ ਹੋਈ ਸੀ ਉੱਦਣ ਤੇ ਬਚ ਗਈ। ਰਮੀ ਕੈਂਪ ਤੋਂ ਸ਼ਗਨਾਂ ਨਾਲ ਵਿਦਾ ਹੋਈ, ਸ਼ਗਨਾਂ ਨਾਲ ਗ੍ਰਹਿ ਪ੍ਰਵੇਸ਼ ਹੋਇਆ ਤੇ ਬਣਨ ਲੱਗੇ। ਗੁਰੀਏ ਨੇ ਕਿਹਾ ਅੱਜ ਤੋਂ ਬਾਅਦ ਪਿਛਲਾ ਖਤਮ, ਨਵਾਂ ਜੀਵਨ ਸ਼ੁਰੂ। ਰਮੀ ਦਾ ਰੋਣ ਨਿਕਲ ਗਿਆ। ਕੈਸਾ ਆਦਮੀ ਹੈ, ਕਿਵੇਂ ਆਸਾਨੀ ਨਾਲ ਕਹਤਾ ਮੈਂ 84 ਨੂੰ ਕਿਵੇਂ ਭੁੱਲ ਜਾ, ਮੇਰਾ ਤਾਂ ਟੱਬਰ ਉੱਜੜ ਗਿਆ, ਮੈਂ ਬਰਬਾਦ ਹੋ ਗਈ, ਮੇਰਾ ਕੋਈ ਨਹੀਂ। ਮੇਰੀ ਬੇਬਸੀ ਦੀ ਲਾਚਾਰੀ ਵਿੱਚ ਵਿਆਹ ਦਾ ਫੈਸਲਾ ਕੀਤਾ ਕਿਉਂਕਿ ਚਾਰਾਂ ਹੀ ਤੁਸੀਂ ਮੇਰੇ ਲਈ, ਮੇਰੇ ਨਾਲੇ ਵਿਆਹ ਕਰਾ ਕੇ ਮੇਰਾ ਪਿਛੋਕੜ ਥੋੜ੍ਹਾ ਖਤਮ ਹੋ ਸਕਦਾ, ਤੁਸੀਂ ਕਿਉਂ ਵਿਆਹ ਇਹ ਕਰਾਇਆ? ਮੈਂ ਸੇਵਾ ਕਿਸ ਚੀਜ਼ ਦੀ, ਸਿੱਖੀ ਦੀ ਸੇਵਾ ਜਾਂ ਅਹਿਸਾਨ ਬਦਲੇ ਪ੍ਰਸਿੱਧੀ? ਗੁਰੂ ਨੇ ਤਰਬ ਕੇ ਰਮੀ ਵੱਲ ਦੇਖਿਆ। ਅਹਿਸਾਨ ਨਹੀਂ, ਮਹਿਜ਼ ਸੇਵਾ। ਕੱਲ੍ਹ ਨੂੰ ਕਹੋਗੇ ਅਨਾਥ ਕੁੜੀ ਦਾਜ ਦੀ ਕੌਡੀ ਨਹੀਂ, ਦੇਖੋ ਮੇਰਾ ਤਿਆਗ ਤੇ ਕੁਰਬਾਨੀ। ਸਵਾਲ ਨਹੀਂ ਪੈਦਾ ਹੁੰਦਾ। ਗੁਰੂ ਸਾਹਮਣੇ ਫੇਰੇ ਲਾਏ ਨੇ, ਮੇਲ ਵਾਹਿਗੁਰੂ ਕਰਾਇਆ, ਤੇ ਆ ਕਿੱਥੋਂ ਆ ਗਿਆ? ਠੀਕ ਹੈ, ਤੁਹਾਨੂੰ ਪਤਾ ਮੈਂ ਪੜ੍ਹੀ ਲਿਖੀ ਹਾਂ, ਮੈਂ ਕੰਮ ਵੀ ਕਰੂੰ, ਬਰਾਬਰ ਮਦਦ ਕਰੂੰ, ਕੰਮ ਬਾਅਦ 'ਚ, ਪਹਿਲਾਂ ਘਰ ਸੰਭਾਲ। ਰਮੀ ਟੈਚੀ ਲੈ ਕੇ ਅੰਦਰ ਚਲੇ ਗਈ। ਘਰ ਨਿਹਾਰਿਆ, ਸਾਰਾ ਘਰ ਉਜੜਿਆ ਪਿਆ ਸੀ। ਰਮੀ ਰੋਟੀ ਟੁੱਕ ਕੀਤਾ, ਬਿਸਤਰੇ ਵਾਲਾ ਹੀ ਗੁਰੀਆ ਉਡੀਕ ਰਿਹਾ ਸੀ। ਰਮੀ ਨੇ ਪਹਿਰਾਵਾ ਬਦਲ ਲਿਆ ਤਾਂ ਉਹਨੂੰ ਦੇਖ ਕੇ ਗੁਰੀਆ ਕਹਿੰਦਾ ਤੇਰੀ ਕਿਰਪਾਨ, ਅੰਮ੍ਰਿਤ ਨਹੀਂ ਛਕਿਆ ਤੂੰ? ਨਹੀਂ। ਹਾਂ ਸੱਚ? ਹਾਂ। ਮਾਂ ਪਿਓ ਨੇ ਵੀ ਨਹੀਂ? ਫਿਰ ਮਾਰੇ ਕਿਉਂ ਗਏ? ਉਹਨਾਂ ਨੇ ਅੰਮ੍ਰਿਤ ਛਕ ਕੇ ਮਾਰੇ ਨੇ, ਉਹ ਤਾਂ ਹੱਥ 'ਚ ਕੜਾ ਦੇ ਕੇ ਮਾਰੇ ਨੇ, ਰੋਡੇ ਸੀ ਮੇਰੇ ਮਾਪੇ। ਫਿਰ ਤੂੰ ਕਿਵੇਂ ਬਚ ਗਈ? ਘਰੋਂ ਬਾਹਰ ਸੀ, ਸਹੇਲੀ ਦੇ ਘਰ ਗੁਰੀਆ ਸੁੱਚੀ ਪੈ ਗਈ। ਇਹ ਕੀ ਚੱਕਰ ਹੋ ਗਿਆ? ਰਮੀ ਕਹੇ ਐਡਾ ਕੱਟੜ ਬੰਦਾ ਹੈ, ਮੈਂ ਤਾਂ ਫਾਹਾ ਪਾ ਲਿਆ ਵਿਆਹ ਕਰਾ ਕੇ। ਉਹ ਪਿੱਛੇ ਆ ਕੇ ਕਹਿੰਦੀ ਬਾਹਰ ਆ ਗਏ, ਮੈਂ ਤਾਂ ਤੈਨੂੰ ਗੁਰਸਿੱਖ ਸਮਝਦਾ ਸੀ। ਤੁਸੀਂ ਪੀੜਤ ਕੁੜੀ ਨਾਲ ਵਿਆਹ ਕੀਤਾ ਜਾਂ ਸਿੱਖ ਕੁੜੀ ਨਾਲ? ਦੋਹਾਂ ਨਾਲ। ਪਰ ਕਮੇਟੀ ਨੂੰ, ਸਾਡੀ ਨੂੰ, ਜਿਹਨੂੰ ਤੁਸੀਂ ਪੱਤਰ ਲਿਖਿਆ ਮੈਂ ਖੁਦ ਪੜ੍ਹਿਆ, ਉਹ 'ਚ ਤੁਸੀਂ ਕਿਸੇ ਦੰਗਾ ਪੀੜਤ ਲਈ ਲੋੜਵੰਦ ਕੰਨਿਆਂ ਦੀ ਮੰਗ ਕੀਤੀ। ਅੰਮ੍ਰਿਤ ਵਾਲੀ ਤਾਂ ਸ਼ਰਤ ਕੋਈ ਨਹੀਂ ਸੀ, ਪਰ ਗੁਰੀਆ ਹੱਥੋਂ ਨਿਕਲਣਾ ਚਾਹੁੰਦਾ ਸੀ। ਗੁਰੀਆ ਤ੍ਰਿਖਾ ਦੇ ਵਿੱਚੋਂ ਨਹੀਂ ਸੀ ਨਿਕਲਦਾ। ਗੁਰੀਆ ਨੂੰ ਬੱਜਰ ਭੁੱਲ ਦਾ ਅਹਿਸਾਸ ਹੋਇਆ, ਉਹਦਾ ਹਿਰਦਾ ਕੰਬਿਆ। ਵਿਆਹ ਕੋਰਟ 'ਚ ਹੋਇਆ ਸੀ। ਦੇਖੋ ਜੀ, ਹਾਲੇ ਵੀ ਕੁਛ ਨਹੀਂ ਵਿਗੜਿਆ, ਮੈਂ ਤੁਹਾਡੇ ਲਾਇਕ ਨਹੀਂ, ਤਾਂ ਗੱਲ ਇੱਥੇ ਖਤਮ। ਰਮੀ ਦੂਰ ਜਾ ਕੇ ਖੜ ਗਈ। ਗੁਰੀਆ ਸੋਚਾਂ 'ਚ ਘਿਰ ਗਿਆ। ਸ਼ਹਿਰ 'ਚ ਰੌਲਾ ਪੈ ਜਾਊ, ਮਿੱਟੀ ਪੱਟੀ ਜਾਊ, ਹੁਣ ਕੀ ਕਰੀਏ? ਰਮੀ ਜਾਣ ਲਈ ਤਿਆਰ। ਵਾਪਸ ਜਾ ਰਹੀ ਹਾਂ ਮੈਂ, ਚਾਹ ਪੀ ਲਈ? ਰਮੀ ਚੁੱਪ, ਤਣਾਅ ਨਾਲ ਭਰੀ। ਤੂੰ ਚਾਹ ਬਣਾ, ਇਸ਼ਨਾਨ ਕਰ ਤੇ ਅੰਮ੍ਰਿਤ ਦੀ ਦਾਤ ਝੋਲੀ ਪਾ। ਕਿਵੇਂ? ਹੁਣੇ ਚੱਲਦੇ ਹਾਂ ਗੁਰਦੁਆਰੇ? ਇਹ ਸ਼ਰਤ ਹੈ? ਨਹੀਂ। ਫਿਰ ਵੀ ਸ਼ਰਤਾਂ ਵਾਲੇ ਰਿਸ਼ਤੇ ਥੋੜ੍ਹਾ ਨਿਭਦੇ ਹੁੰਦੇ ਨੇ। ਫਿਰ ਵੀ ਚੱਲ, ਮਰਿਆਦਾ, ਮੇਰੇ ਲਈ ਮਰਿਆਦਾ ਤੇ ਪਹਿਲਾਂ ਸ਼ਰਧਾ ਤੇ ਸਤਿਕਾਰ ਜ਼ਰੂਰੀ ਹੈ। ਤੂੰ ਸਿੱਖੀ ਨੂੰ ਪਿਆਰ ਨਹੀਂ ਕਰਦੀ? ਰਮੀ ਕੁਝ ਨਾ ਬੋਲੀ। ਗੁਰੀਆ ਤਲਖ 'ਚ ਆ ਗਏ। ਪਿਆਰ ਨਹੀਂ ਕਰਦੀ? ਫਿਰ ਕੈਂਪ 'ਚ ਦੰਗਾ ਪੀੜਤਾਂ ਨੇ ਕੀ ਕਰਨ ਗਈ? ਕਿਉਂ ਗਈ? ਘਰ ਸੜ ਗਿਆ, ਟੱਬਰ ਮਰ ਗਿਆ, ਸੜਕ ਤੇ ਆ ਗਈ। ਕੈਂਪ ਨੇ ਕੋਈ ਸ਼ਰਤ ਨਹੀਂ ਰੱਖੀ, ਕਿਹਾ ਜੋ ਬਰਬਾਦ ਹੋ ਗਿਆ ਆ ਜੋ, ਤਾਂ ਚਲੇ ਗਈ। ਉਹ ਇਹੀ ਤਾਂ ਮੈਂ ਕਹਿਣਾ, ਬਾਜਾ ਮਾਰਦੀ ਆ ਸਿੱਖੀ, ਆ ਜਾ ਕੋਲ। ਗੁਰੂ ਵਾਲੇ ਬਣੇ, ਤੂੰ ਵੀ ਪਿਛਲੀ ਭੁੱਲ ਬਖਸ਼ਾ ਤੇ ਗੁਰੂ ਵਾਲੀ ਬਣ। ਰਮੀ ਨੂੰ ਲੱਗਿਆ ਵੀ ਹੁਣ ਇਹਦੇ ਬਾਅਦ ਕਿੱਥੇ ਜਾਣਾ? ਜੈਸਾ ਦੇਸ਼ ਪੈਸਾ ਭੇਸ, ਵਾਪਸ ਜਾ ਕੇ ਕੀ ਕਰ? ਠੀਕ ਆ, ਸਹਿਮਤ ਹੈ। ਇਸ਼ਨਾਨ ਨਾਸ਼ਤਾ ਕੀਤਾ, ਇਸ਼ਨਾਨ ਕੀਤਾ, ਕੀਰਤਨ ਸੁਣਿਆ, ਦੇਗ ਕਰਾਈ, ਪਰਿਕਰਮਾ ਕੀਤੀ, ਸਾਰਾ ਤਣਾਅ ਸਰੋਵਰ 'ਚ ਡੋਬ ਕੇ ਵਾਪਸ ਆ ਗਈ। ਜ਼ਿੰਦਗੀ ਤੁਰਨ ਲੱਗ ਗਈ। ਸੁਨੱਖੀ ਰਮੀ ਅੰਗਰੇਜ਼ੀ ਦੀ ਐਮਏ, ਛੇਤੀ ਗੁਰਦੁਆਰਾ ਕਮੇਟੀ ਦੇ ਕਾਲਜ 'ਚ ਅਧਿਆਪਕ ਵੱਲੋਂ ਗੱਲਬਾਤ ਹੋ ਗਈ। ਕਿਤੇ ਨਾ ਕਿਤੇ ਕਮੀ ਰਹਿੰਦੀ। ਦੋਨੇ ਤੇਜ਼ੀ ਨਾਲ ਕੀਤੇ ਫੈਸਲੇ ਦੇ ਬਾਰੇ। ਰਮੀ ਸੋਚਦੀ, ਮੈਂ ਇਹੋ ਜਿਹੇ ਬੰਦੇ ਨਾਲ ਕਾਹਦੇ ਲਈ ਵਿਆਹ ਕੀਤੀ ਜਿਹਨੂੰ ਮਨੁੱਖ ਤੋਂ ਵੱਧ ਧਰਮ ਦਿਸਦਾ, ਜਿਹੜਾ ਸਿੱਖੀ ਸਿਧਾਂਤਾਂ ਨੂੰ ਛੱਡ ਕੇ ਹਰ ਰੋਜ਼ ਦਾੜੀ ਤੇ ਮੁੱਛਾਂ ਤੇ ਪੱਟੀਆਂ ਬੰਨ੍ਹ ਕੇ ਸੌਂਦਾ ਹੈ, ਅਲਮਾਰੀ 'ਚ ਪਏ ਅੰਡਰਵੀਰਾਂ ਦੋਸਤਾਂ ਨੇ ਦੱਸਦਾ, ਚੋਰੀ ਪਰਾਂ ਹੋ ਕੇ ਮਮਟੀ ਤੇ ਧੌਲੇ ਪੱਟਦਾ ਹੈ। ਇਹਦੇ ਨਾਲ ਤਾਂ ਮੇਰਾ ਪਾਰ ਜੌਨ 'ਚ ਖਲੋਤਾ, ਉਹਨੂੰ ਰੱਖਦਾ ਕਿਤੇ। ਜੌਨ ਚਾਹੇ ਈਸਾਈ ਸੀ, ਮੇਰਾ ਪਿਆਰ ਤਾਂ ਕਰਦਾ ਸੀ। ਗੁਰੂ ਦੇ ਸਾਹਾਂ 'ਚ ਤ੍ਰਿਖਾ ਸੀ, ਸੰਧੂਰੀ ਰੰਗ, ਤਿੱਖੇ ਨਕਸ਼। ਰਮੀ ਦੇ ਚੇਤਿਆਂ 'ਚ ਜੌਨ ਸੀ, ਸਾਵਲਾ ਰੰਗ, ਇਸਪਾਤੀ ਜੁੱਤਾ। ਦੋਵੇਂ ਡਰਦੇ ਜਵਾਰ ਭਾਟਾ ਨਾ ਕਿਤੇ ਹੋ ਜੇ। ਜ਼ਿੰਦਗੀ ਕੱਢਣ ਲੱਗੇ। ਬਿਸਤਰ ਦੀ ਬੱਤੀ ਬੁਝਦੀ, ਦੋਨੇ ਆਪਣਾ ਵਜੂਦ ਛੱਡ ਕੇ ਦੋਨਾਂ ਚਲੇ ਜਾਂਦੇ। ਰਮੀ ਜੌਹਨ ਨੂੰ ਲੱਭਦੀ, ਗੁਰੀਆ ਤ੍ਰਿਖਾ ਨੂੰ ਲੱਭਦਾ। ਸਵੇਰੇ ਜ਼ਿੰਦਗੀ ਦੇ ਰੋਸ਼ਨੀ 'ਚ ਉੱਠਦੇ, ਫਿਰ ਭੱਜਣਾ। ਇੱਕ ਦਿਨ ਰਾਤ ਅਵੇਸ਼ ਵਿੱਚ ਸੁੱਤੀ ਪਈ ਤੇ ਰਮੀ ਦੇ ਮੂੰਹ 'ਚੋਂ ਜੌਨ ਦਾ ਨਾਂ ਨਿਕਲ ਗਿਆ। ਗੁਰੀਏ ਦਾ ਕੜਿੱਕ ਹੋ ਗਿਆ ਅੰਦਰੋਂ। ਉਹ ਕਿਤੇ ਜਦ ਕੰਮ 'ਤੇ ਗਈ, ਉਹਦੀਆਂ ਅਲਮਾਰੀਆਂ ਲੱਭਣ ਲੱਗਿਆ, ਉਹ 'ਚੋਂ ਲੰਮੀ ਲਿਸਟ ਇੱਕ ਪਰਚੀਆਂ ਦੀ ਲੱਭ ਗਈ।
ਰੰਮੀ ਤਾਂ ਤੰਦਰੁਸਤ ਹੀ ਆ, ਇਹ ਦਵਾਈਆਂ ਕਾਹਦੀਆਂ ਇੰਨੀ ਲੰਮੀ ਲਿਸਟ ਲੱਭੀ ਤਾਂ ਉਹ ਪਤਾ ਲੱਗਿਆ ਵੀ ਤਾਂ ਫਲਵੈਰੀ ਹੈ। ਬਸ ਤਿਆਰੀ 'ਚ ਹੋ ਗਿਆ ਵੀ ਹੁਣ ਟਾਈਮ ਆ, ਨਿਕਲ ਚੱਲੀਏ। ਰੰਮੀ ਜਦ ਆਈ, ਆ ਕੀ ਹੈ? ਅੱਛਾ ਇਹ ਥੋੜ੍ਹੀ ਜਿਹੀ ਸਕਿਨ ਦੀ ਪ੍ਰੋਬਲਮ ਹੈ, ਤੂੰ ਪਹਿਲਾਂ ਨਹੀਂ ਦੱਸਿਆ? ਕਦੇ ਗੱਲ ਹੀ ਨਹੀਂ ਹੋਈ। ਗੱਲ ਇਹ ਕਿਹੜੀ ਗੱਲ ਹੈ? ਇਹ 'ਚ ਗੱਲ ਮੈਂ ਕਰਦਾ, ਇਹ ਉਹ ਸਟੇਜ ਦੀ ਦਵਾਈ ਹੈ ਜਿਹੜਾ ਕੋਡ ਹੈ, ਫਲਵੈਰੀ ਪੂਰੇ ਜਿਸਮ ਤੇ ਆ ਜਾਣੀ ਹੈ। ਹੱਦ ਕਰ ਦਿਓ, ਮੈਂ ਕਹੀ ਜਾਨੀ ਆ ਮੈਂ ਦਵਾਈ ਲੈਣੀ ਆ, ਬਕਵਾਸ। ਲਾ ਇਲਾਜ ਬਿਮਾਰੀ ਹੈ ਇਹ। ਕਿਹੜੇ ਡਾਕਟਰ ਨੇ ਕਿਹਾ? ਮੈਂ ਪੁੱਛ ਕੇ ਆਇਆ ਡਾਕਟਰਾਂ ਤੋਂ। ਹੋ ਰੱਬ ਸੱਚਾ, ਮੈਂ ਤਾਂ ਬਰਬਾਦ ਹੋ ਗਿਆ। ਐਡਾ ਝੂਠ ਰੌਲਾ ਪਾਉਣ ਲੱਗ ਗਿਆ। ਰੰਮੀ ਵੀ ਤਲਖ ਚੁੱਕੀ। ਬੰਦ ਕਰੋ ਜੀ ਰੋਣਾ ਜਾਂ ਨਿੱਕੀ ਜੀ ਗੱਲ ਦਾ। ਐਡੀ ਗੱਲ ਤੇਰੇ ਲਈ ਹੋਊਗੀ ਨਿੱਕੀ, ਮੇਰੇ ਲਈ ਨਹੀਂ। ਅੱਜ ਤੈਨੂੰ, ਕੱਲ ਮੈਨੂੰ, ਪਰਸੋਂ ਜਵਾਕਾਂ ਨੂੰ। ਮੈਂ ਤਾਂ ਲੁੱਟਿਆ ਗਿਆ ਜਮਾਂ ਹੀ। ਫੇਰ ਉਹਨੇ ਗੇਮ ਕੀਤੀ। ਕਿਹੜੇ ਪਾਪਾ ਦਾ ਬਦਲਾ ਲੈ ਲਿਆ ਮੇਰੇ ਤੋਂ ਦਾਤ ਯਾਰ? ਗੁਰੀਏ ਨੇ ਰੌਲਾ ਪਾਤਾ। ਅਸਲ ਅੱਛਾ ਇੱਕ ਸੁਣਿਓ, ਵਿਆਹ ਤੋਂ ਹੁਣ ਤੋਂ 10 ਸਾਲਾਂ ਬਾਅਦ ਤੁਹਾਡੇ ਸਰੀਰ ਤੇ ਦਾਗ ਕੋਈ ਪੈ ਜਾਵੇ, ਮੈਂ ਛੱਡ ਕੇ ਜਾਵਾਂ, ਕਿਵੇਂ ਲੱਗੂ? ਗੁਰੀ ਨੇ ਕਿਹਾ ਹੱਲ ਗਈ। ਬਸ ਕਹਾਣੀ ਆ ਕੇ ਤਲਾਕ ਤੇ ਖੜ ਗਈ। ਤਲਾਕ ਕਾਹਦਾ ਸੀ? ਤ੍ਰਿਖਾ ਉਧਰੋਂ ਪਤੀ ਨੂੰ ਲੱਤ ਮਾਰ ਕੇ ਆ ਗਈ। ਸੰਤ ਨੇ ਕਿਸੇ ਅਮੀਰ ਦੇ ਜਿੱਥੇ ਵਿਆਹੀ ਸੀ ਉੱਥੇ ਤਾਂ 10 ਦਿਨ ਨਾ ਟੱਕੀ। ਅਮੀਰ ਕਾਰਾਂ ਤੋਂ ਜਹਾਜ਼ਾਂ 'ਚੋਂ ਨਾ ਉਤਰੇ, ਉਹ ਘਰੇ ਬੈਠੀ ਉਹ ਵੀ ਆ ਗਈ। ਦੋਨੇ ਜਦ ਮਿਲੇ ਆ ਕੇ ਗੱਲਾਂ ਚੱਲ ਪਈਆਂ। ਹੁਣ ਗੱਲ ਚੱਲੀ ਵੀ ਕਿਹੜਾ ਵਕੀਲ ਲੱਭੀਏ। ਚੱਡੇ ਦੇ ਪੈਰ ਫੜੇ। ਚੱਡਾ ਗੁਰੀਏ ਨੂੰ ਜਾਣਦਾ ਸੀ, ਬਹੁਤ ਤਿੱਖਾ। ਕੇਸ ਚੁਟਕੀ 'ਚ ਹੈ, ਚੁਟਕੀ 'ਚ। ਮਗਲਾਨੀ ਹੈ ਨਾ ਆਪਣਾ, ਮਗਲਾਨੀ। ਗੱਲ ਕੇ ਕਰਦੇ ਪਏ ਹੋ? ਮਗਲਾਨੀ ਇਸ ਤਰ੍ਹਾਂ ਚੁਟਕੀ ਨਾਲ ਜਿੱਤਦਾ, ਕੇਸ ਚੁਟਕੀ ਨਾਲ। ਪਰ ਥੋੜਾ ਜਿਹਾ ਸੇਵਾ ਕਰਨੀ ਪੈਣੀ ਹੈ ਉਸ ਦੀ, ਬਸ। ਬਾਕੀ ਮੇਰਾ ਕੰਮ ਰਿਹਾ ਚੱਡਾ ਤੇ ਮਗਲਾਨੀ, ਤੇ ਤੁਹਾਡਾ ਕੰਮ ਹੋ ਜਾਣਾ ਹੈ ਬਸ। ਗੁਰੀਏ ਐਰੇ ਗੈਰੇ ਨੂੰ ਦਿਲ ਹੀ ਨਹੀਂ ਚੜ੍ਹਨ ਦਿੰਦਾ। ਇੱਕ ਰਾਤ ਉਸ ਦੀ ਸੇਵਾ ਕਰਨੀ ਪੈਣੀ ਹੈ ਹੋਟਲ 'ਚ ਲਿਜਾ ਕੇ, ਬਸ। ਅੱਜ ਹੋਟਲ ਦੇ ਵਿੱਚ ਗੁਰੀਆ ਬੈਠਾ ਸੀ, ਪਹਿਲੀ ਵਾਰ। ਕਦੇ ਹੋਟਲ 'ਚ ਨਾ ਗਿਆ। ਆਟੋ ਸ਼ਾਟੋ 'ਚ ਨਹੀਂ ਜਾਣਾ, ਭਾਰਾ ਬੈਗ ਨਾ ਚੱਕਣਾ। ਟੈਕਸੀ 'ਚ ਜਾਣਾ, ਲੀੜੇ ਕੱਪੜੇ ਜਿਹੜੇ ਚੱਕਵੇਂ ਹੋਣੇ, ਦਰਬਾਰ ਸਲੂਟ ਮਾਰੇ, 100 ਦੀ ਟਿਪ ਦੇਣੀ ਸਿੱਧੀ। ਸਿੱਧਾ ਰਿਸੈਪਸ਼ਨ 'ਤੇ, ਕਿਉਂਕਿ ਮਗਲਾਨੀ ਪਤਾ ਕਰ ਲੈਂਦਾ ਸਾਰਾ ਹੋਟਲ 'ਚ ਕੌਣ ਆਇਆ। ਹੋਟਲ 'ਚ ਹੀ ਮਿਲਦਾ ਹੈ ਬਸ। ਜਦ ਤੁਸੀਂ ਉਤਰਨਾ ਹੈ ਤਾਂ ਸੇਵਾ ਪੂਰੀ ਕਰਨੀ ਹੈ। ਰਾਹ ਦੇ ਵਿੱਚ ਜਿਹੜਾ ਆਵੇ 100 ਦੇ ਨੋਟ ਸੁੱਟਣੇ ਨੇ ਬਸ। ਚੱਡਾ ਗੁਰੀਏ ਨੂੰ ਗਰਮ ਕਰਨ ਲੱਗਿਆ। ਹੋਟਲ ਦੇ ਕਮਰੇ 'ਚ ਗਿਆ। ਗੁਰੀਏ ਨੂੰ ਲੱਗਿਆ ਵੀ ਆਹ ਕਿੱਥੇ ਆ ਗਿਆ। ਹਰਾ ਜਿਹਾ ਕਮਰਾ ਤਾਂ ਹਲੇ ਬੈਠਾ ਸੀ। ਬਹਿਰਾ ਆ ਗਿਆ। ਸਭ जरूरत पड़े तो वो सामने वाला इंटरकैम से 501 डायल कीजिएगा। गुरिया ने कमरा नलाया, हर चीज़ साफ। बैठा सी, फोन किया पड्डे नूं, ब्रदर पहुँच गया ब्रदर? हाँ पहुँच गया। तू मूड बना, मैं थोड़ा लेट है थोड़ा, पर पहुँच रहा छेती। मूड मैं काहदा बनाउणा चड्डा साहब? मेरे वाला मूड, मैं तो शराब नहीं पींदा। कोई थोड़े बाद बहरा आ गया। कुछ लाऊं साहब? नहीं अभी नहीं जी साहब। बहरे नीवी पाए। गुरिया नूं लग्या यार ये की पंगिया। नहा लिया, नहा के आया, डोर बैल बजी ਤਾਂ ਦੁਬਾਰਾ ਬਹਿਰਾ ਨਾਲ ਆ ਗਿਆ। ਉਹਦੇ ਨਾਲ ਬਹੁਤ ਹੀ खूबसूरत केसरी मालती आपको मिलने के लिए आई है। बहरे ने कहा मैनू? वो कारा साहब है ना, चड्डा साहब, उन्होंने बोला तब आई। औरत ने गांह होकर हथ मिलाया, मैं मालती। गुरी दे मन च अच्छा आ कहानी है चड्डे दी मगलानी दी। ओहो। ते गुरी दे मन च आया भी ये तो फस गए भाई। मेरे को थोड़ा टाइम पहले फ़ोन आया था, कोई मिलने आएगा, ऐसा बोला नहीं। तो उन्हीं ने बोला तभी आई। बहरे ने क्या? पर उन्होंने तो क्या मैं लेट हाँ। कोई बात नहीं, मैं तो आ गई ना टाइम पे। मालती ने बेपरवाही ना बाल पिछे झटकाए, सोफे ते बह गई। बहरे ने मालती ने पूछा लेके आऊँ कुछ? मालती ने निक्के बैग दे या पर्स पैरों नेड़े रखा, एक नज़र गुरी वाल देखा। आप ले चुके कुछ? गुरी ने ना की। घनश्याम जी मेरे लिए स्मॉल ड्रिंक और स्मॉल थोड़ा सलाद वलाद लेके आना, और पानी दो पहले। आप भी ले लेते कोई ड्रिंक फ्रिंक? गुरिया ने कहा चलो लिमका ले लूँगा मैं, और कुछ नहीं। वियर नहीं? नो 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 नो, एकदम से नो नो नो। ठीक है जाइए, मालती ने बहरे ने कहा। बहरा चले गया। तो गुरिया ਨੂੰ ਪਤਾ ਸੀ ਇਹ ਹੋਟਲ ਇਹ ਤਾਂ ਕੰਜਰਖਾਨਾ ਪੈ ਗਿਆ। ਡੋਰ ਬੈਲ ਹੋਈ। ਬਹਿਰਾ घनश्याम सी, उसने समान तपाई ते रखा। गुरिया ਨੂੰ लिमका दिता ते नहाउण गई हुई। कौन है मैडम? मालती है, बहुत अच्छी है। वो चड्डा साहब है ना, वो जानते हैं इसे अच्छी तरह। कैसे जानते हैं वो? अरे साहब आप भी।
जरूरत पड़े 501 डायल कीजिए। कैसे हैं आपको मालूम नहीं है? लड़की है तो चड्ढा साहब मगलानी साहब लाइक करते हैं इसे। मालती नहा के आई, बदली हुई हल्का जा मेकअप, सेंट दी महक आई, इस खुले कसमी पजामी निक्की झग्गी नहा के आई। तुसीं किवें जाणदे हो चड्ढी ने? गुरिये ने गल थोड़ी। कब आएगा वो? कहना सी मैं लेट हाँ। काहे को? पता नहीं क्यों दस्या नहीं। कहाँ से हैं आप? दिल्ली से? नहीं, पंजाब तो। काफ़ी दूर है ना? देखा नहीं? अरे साहब फुर्सत मिले तब। नौकरी करते हो या वैसे ही टाइम नहीं? दोनों। दिल्ली रहने हो? नहीं, यूपी से हूँ। चड्ढा साहब जानते हैं। दोस्त दे बचपन ने तेरे? बचपन दे दोस्त ने? ओ नहीं नहीं सरदार जी, हमारे कोई दोस्त नहीं होते। यूपी कौन सा जिला है? मानो आजमगढ़, जलवा, नजमाबाद, थनबा, छोटा सा मजूबा, फरे मखनबा। गाने च गल करती। अच्छा मालती, क्या कर रहे हो सरदार जी? कोई बात कीजिए जो करने वाली। ये क्या बात कर रहे हो? मगलानी साहब ने आ जाना है, आप बैठो, आओ इधर। गुरिये ने गौर नाल देखा मालती। छोटा जिहा शरीर, बदन, पतले जे बुੱਲ, नीलियां अखां, ठोडी ते गुदिया तिल ते त्रिखा तां इहदे पाशकू भी नहीं, रमी तां उइयों नेड़े नहीं। फिर उन्हें ख्याल नूं झटका दिता, कित्थे त्रिखा, किते ये शराब पींदी आ। सोच मैं बहरा फिर आ गया। कुछ और? उन्हें गुरिये ते मालती नूं कहा, आप बियर नहीं लेते कोई? नहीं, मैं शराब नहीं जी पींदा। बियर भी नहीं, चिकन विकन नहीं। कमाल होगी सरदार जी। अखाड़ा वाले सरदार जी तो चड्ढा साहब तो खाते हैं, मगलानी जी भी खाते पीते। गुरिया चाट होके चड्डे नूं फोन में, हेलो ब्रदर, वो कित्थे रह गए मारा यार? कोई मैडम आई है मिलण, वेट कर रहा मैं वीर जी, वे छेती आ यार। अच्छा आ गई, गल करा। गुरिया ने फोन मालते दिता। अरे कहाँ हैं आप? अरे पूछो मात, बुरा फंसा हूँ जहाँ में यार, इधर ताजियाबाजी का चक्कर आ गया, थोड़ा टाइम लगा। तुम रुकना, जाना नहीं है? कितना टाइम? आप जानते हो ना मेरा टाइम की कीमत है। जानता हूँ, लेकिन रुकना पड़ गया। मगलानी के साहब के साथ मीटिंग है इनकी, बहुत ज़रूरी, बस आते हैं हम। क्या कहा? वो खड़ूस, उसको तो मैं देखती भी नहीं। अरे नहीं बाबा, ऐसा मत करियो, आज का जिम्मा मेरा है, मगलानी को मैं संभालूंगा, तुम नहीं। लास्ट टाइम उसने बहुत गड़बड़ किया था ना, याद है? वो बूढ़ा खसूट, मैं उसके साथ नहीं बात करती, मैं आपके साथ बात कर सकती हूँ। मालती चड्डे नूं कह रहे। गुरिये नूं लग्या सूली ते आए तो फाहा पै गया। मगलानी तो चढ़ गया, मालती तो चाट हो गया। गुरिये ने हिंदी बोलने की कोशिश करते पूछा, कहाँ तो? दिल्ली तो। 3 साल से। घर? अरे साहब कहाँ घर है? रोटी के लाले, आप घर की खोली की बात करते हो? आपके बाद ट्रक है आपका? और नहीं यार, ट्रक नहीं है। जानू घनश्याम फिर आ गया। घनश्याम जी 11:30 बजे खाना लेके आना। तो अब चट्टे नूं नहीं दिखना, क्या करूँगी जी? आप नहीं आएगा, मेरे को मालूम है। मैं जाएगा, आप बोलते हो तो मैं रुकती हूँ, नहीं तो जाती हूँ। थे गुरिये नूं लगे भी एक ही कहानी। मालती उठी, फिर गुसलखाने वाल नहाउण चली गई। गुरी सोचण लगा 11:15 बज गए, मालती चले जाऊ, उधरों वो नहीं आया, मगलानी नहीं आया, मैं तो फाहे च पै गया। वो चाट मन दे नाल उन्हें फिर कई बार फोन मिलाया, पर चड्डे ने फोन ना चक्या। मालती फिर अंदरों नहा के आई, गल्लां बातां साफ जे हो के आई। काली च घड़ी देख रही। गुरिया कहना, जाना तुसी? क्या करूँ, आप ही बताइए। थोड़ी देर रुक जाते। अरे रुकती तो हुआ, आप रुकने वाली बात नहीं करते, क्या मतलब? अरे सरदार जी काम पे हूँ मैं, रुकती हूँ, आप बैठो तो सही। मेरे नहीं, मैं बहना नहीं, मैं नहीं है ये काम वाला नहीं, मैं तो चड्डे की गल करदा। तो फिर आप क्या करना है इस मगलानी और चड्डे को? कादा यार, मैं तो पंगे च पिया हूँ, मैं ये झंझट च है। साडा दरअसल मुकदमा एक तलाक दा, मगलानी नूं मैं मिलना, मैं तो तां आया। चड्डा कहंदा मगलानी नूं तैनूं मिलाउणा है, तो तैनूं चड्डे ने सद लिया, मैं तो गब्बे फसिया। अच्छा, ऐसा बोलिए कि किसी को छोड़ना है, दरअसल मतलब किसी एक को छोड़ कर दूसरी को पकड़ना है। यही समझो, शादी हुई है या प्यार का जगह? नहीं, शादी हुई है पक्की। फिर भी दूसरी को पकड़ोगे? पकड़ना नहीं, शादी करनी है। कुछ भी, बात तो वही है, पहली एक फिर दूसरी, वो नहीं चल गई तो तीसरी, बदलते जाओ। तुम तो वही रहे ना, बस औरत को बदल दो। मालती ने तिखा वार किया। जब आपने शादी की तो पता नहीं था, पता था दूसरी आएगी? नहीं ना, अब क्या मालूम कि तीसरी आएगी? नहीं, इस तरह नहीं गल है।
अरे साहब एक के बाद दूसरी आ जाएगी तब तीसरी, तो चौथी का क्या फ़र्क है? इसलिए बोला ना चलो आज ही शुरू करो, मेरे से को दूसरी तो तीसरी आ जाएगी। बहरा खाना ले आया, दोवें खाण लगे, खाना खा लिया। खाना ਜਿਹੜਾ बचिया ਗੱਲਾਂ ਕਰਦਾ ਕਰਦਾ ਗੁਰੀਆ ਦੇ ਵੱਲ ਝਾਕ ਕੇ ਗੱਲਾਂ ਸਾਰੀ ਕਰਦੀ ਹੈ, ਕੰਮ ਕਰਨਾ ਧੰਦੇ ਦਾ, ਇਹ ਕਰੋ ਦੂਸਰੀ ਤੀਸਰੀ। ਗੁਰੀਏ ਨੇ ਚੋਬ ਨਾਲ ਕਿਹਾ ਤੇ ਗੁਰੀਆ ਸੋਚਣ ਲੱਗ ਗਿਆ, ਸਿਰ ਫਟਣ ਲੱਗਾ, ਨਾ ਚੱਡਾ ਆਇਆ ਨਾ ਮਗਲਾਨੀ, ਇਹ ਵੀ ਜਾ ਰਹੀ ਆ। ਮੁਕੱਦਮਾ ਤਾਂ ਗਿਆ, ਗੁਰੀ ਦਾ ਮਨ ਭਰਿਆ। ਪਹਿਲਾਂ ਰੰਮੀ ਐਸੀ ਮਿਲੀ, ਹੁਣੇ ਮਾਲਤੀ, ਪੈਸਾ ਬਰਬਾਦ ਬਣਿਆ ਕੱਖ ਨਾ, ਤ੍ਰਿਖਾ ਦਾ ਦੂਰ ਰੰਮੀਓ ਚਿਪਕੀ ਪਈ ਹੈ। ਮਾਲਤੀ ਅੰਦਰੋਂ ਤਿਆਰ ਹੋ ਕੇ ਆਈ, ਗੁਰੀਆ ਦੇਖਦਾ ਰਹਿ ਗਿਆ, ਬਿਲਕੁਲ ਬਦਲੀ ਹੋਈ, ਮੱਥੇ ਤੇ ਬਿੰਦੀ, ਕੇਸਾਂ 'ਚ ਸੰਧੂਰ, ਬਦਲੀ ਹੋਈ ਸਾੜੀ। ਗੁਰੀਏ ਦਾ ਮਤਲਬ ਨਫ਼ਰਤ ਨਾਲ ਭਰ ਗਿਆ, ਕਿਹੋ ਜਿਹੀ ਤੀਵੀਂ ਹੈ ਇਹ, ਇੱਕ ਬੰਨੇ ਜਿਸਮ ਫਰੋਸ਼ੀ, ਹੁਣ ਸਿਰ ਤੇ ਸੰਧੂਰ ਲਾਈ ਫਿਰਦੀ ਹੈ। ਗੁਰੀਏ ਨੇੜੇ ਆਈ, ਠੀਕ ਹੈ ਸਰਦਾਰ ਜੀ, ਮੈਂ ਤਾਂ ਚਲਤੀ ਹੂੰ। ਗੁਰੀਏ ਨੇ ਆਪਣੀ ਅੱਖਾਂ ਮੂਹਰੇ ਆਪਣਾ ਮਨਸੂਬਾ ਢਹਿ ਹੁੰਦੇ मन पूछो, वो पूछे तो क्या बोलूँ उनको? बोलना क्या, अब आए नहीं तो रात भर थोड़ा बैठूंगी। वो तुरन लगी, साहब बोलो तो जे बचा हुआ खाना ले जूँ मैं। गुरिया नूं कचाण जाए, क्या करना है इसका? बोलोगे तो ले लूँगी, नहीं तो नहीं। ले लो, मैं तो खाना नहीं आ, मीट मूट जा ले जा ਜਿਹੜਾ ਕੋਈ ਚੱਕੜੇ। ਮਾਲਤੀ ਨੇ ਪਰਸ 'ਚੋਂ ਟਿਫਨ ਕੱਢਿਆ ਤੇ ਉਹਦੇ 'ਚ ਰੋਟੀ ਸਬਜ਼ੀ ਪਾ ਲਈ ਤੇ ਗੁਰੀਏ ਨੂੰ ਬੜਾ ਤੰਗਾ ਲੱਗੀ। ਕਿਹਨੇ ਖਾਣਾ ਇਹ? ਮੇਰੇ ਪਤੀ ਨੇ ਖਾਣਾ। ਅੱਛਾ, ਘਰ ਵਾਲਾ ਵੀ ਹੈ ਤੇਰਾ? हाँ साहब, खोली में है। ਉਹਨੂੰ ਪਤਾ ਤੂੰ ਕਿੱਥੇ? ਹਾਂ ਹਾਂ, ਕਿਉਂ ਨਹੀਂ ਮਾਲੂਮ ਹੈ ਉਸਕੋ। ਗੁਰੂ ਲਈ ਸੁਣਨਾ ਹੱਦ ਹੋ ਗਈ, ਮੈਂ ਤਾਂ ਹਰਨਾ ਤੈਨੂੰ ਇੱਧਰ ਭੇਜ ਕੇ ਆਪ ਘਰ ਬੈਠਾ, ਕਿਹੋ ਜਿਹਾ ਬੰਦਾ ਉਹ? ਮਾਲਤੀ ਚੁੱਪ ਹੋ ਗਈ, ਬਹਿਰੇ ਵੀ ਬਰਤਨ ਸਮੇਟਨੇ ਬੰਦ ਕਰਤੇ, ਬਹੁਤ ਕਸ਼ਿਸ਼ ਹੋ ਗਈ। ਸਾੜੀ ਦੇ ਪੱਲੂ ਨਾਲ ਅੱਖਾਂ ਪੂੰਝਦੀ ਮਾਲਤੀ ਕਹਿੰਦੀ, कैंसर है उनको, बोलते हैं इलाज कराओगे ठीक कर देंगे 1 साल में। गुरिए कंबदे हिरदे नाल मालती नूं रोटी संभालते देख के गच पाले टुटदे। कैंसर का ला इलाज है, यही कहते हैं ना साहब वो कि ला इलाज है, पर मैं बोलती हूँ मैंने ला इलाज नहीं, इलाज कर दूंगी मैं पैसा कमा के। मालती दी अखां 'च चमक सी। गुरिए नूं रमी दी देह ते फलवैरी दे चटाक याद आ गए। कमाल हो गई, ये कैंसर का इलाज कर दिया रमी दे, तो भोरा फलबैरी ने गेड़ा खा के डिग पिया। मालती ते बहरा भज्या, अरे अरे साहब क्या हुआ, ठीक हुआ ठीक। पानी पूनी मूँह च किता गुरिया बैठा कर रहे। बहंदी सर गुरिया कहता, कैंसर नाल लड़ रही है तू? भगवान के सामने हाथ पकड़ा है साहब, खुद को बेच दूंगी मगर रास्ते में मैं नहीं छोड़ूंगी। कैंसर वैंसर क्या है साला? मालती गुरिया के सिर ते खड़ी सी। गुरिया ने उपर मूँह करके मालती वाल देखा, ਲੱਗਾ ਕੋਈ ਦੇਵੀ ਖੜੀ ਜਿਹੜੀ मौत ਨੂੰ ललकार रही। गुरी ने कंब दे हाथ बटू बल के, ना 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 साहब, ये काम नहीं है, खरायत नहीं लेती मैं, ऐसा कुछ नहीं है। मैं आई थी, आपने सर्विस नहीं ली, कोई पैसा नहीं। गुरिया नीवी पा ली, ठीक चलती हूँ मैं। गुरिया उठा नसत्ता जा बैठते, बहरे ने बर्तन इकट्ठे कर ले। बहुत खुददार है साहब, इसे बेटी की तरह मानते हम। बहरा चल गया, मालती चली गई, कमरा खाली। गुरिया बहुत देर सुनना बैठा रहा कमरे 'ਚ। कमाल हो गई यार, अचानक ਉਹਨੂੰ ਬੈਠਾ ਫਰਸ਼ ਤੇ, ਕਦੇ ਬੈਠੇ ਕਦੇ ਚੱਕਰ ਆਵੇ। ਵਿਸ਼ਾਲ ਉਹਦੇ ਸਾਹਮਣੇ ਕਾਇਆ ਨਹੀਂ, ਮਾਲਤੀ ਆ ਉਹਦੇ ਸਾਹਮਣੇ, ਬਿਲਕੁਲ ਕੋਲ ਖੜੀ ਹੈ। ਉਹਨੂੰ ਆਪਣੇ ਆਪ ਤੇ ਤਰਸ ਆਇਆ, ਗਲਾ ਭਰਿਆ, ਅਥਰੂ ਆ ਗਏ, ਭੁੱਬ ਨਿਕਲੀ ਮਾਲਤੀ ਦੇ ਸਾਹਮਣੇ। ਉਹ ਕੀ ਸੀ? ਬੇਗ 'ਚ ਇੰਨਾ ਬਹਿ ਤੁਰਿਆ ਤੇ ਰੋ ਹੀ ਪਿਆ ਉੱਚੀ ਉੱਚੀ, ਹੌਕਾ ਲੈ ਕੇ। ਇੱਕ ਪਲ ਤ੍ਰਿਖਾ ਤੇ ਰੰਮੀ ਚੇਤੇ ਕਰਨ ਦੀ ਕੋਸ਼ਿਸ਼, ਜੇਨ 'ਚ ਕੁਝ ਨਾ ਆਵੇ। ਐਵੇਂ ਅਥਰੂ ਨਾਲ ਭਿੱਜਿਆ, ਮੂੰਹ ਧੋਤਾ, ਸ਼ੀਸ਼ੇ 'ਚ ਦੇਖਿਆ, ਆਲੇ ਬਾਲੇ ਲੱਗੇ ਵੀ ਮਾਲਤੀ ਇੱਥੇ ਹੀ ਖੜੀ ਹੈ। ਤੇ ਮਾਲਤੀ ਦੇ ਮੂੰਹ ਤੇ ਆਬਾ ਤੇ ਮੌਤ ਨੂੰ ਲਲਕਾਰਦੀ। ਗੁਰੀਏ ਕਾਲੀ ਨਾਲ ਚੱਡੇ ਨੂੰ ਫੋਨ ਕੀਤਾ, ਬ੍ਰਦਰ ਬਸ 5 ਮਿੰਟ ਆ ਗਏ ਆ ਤੇ ਮੈਂ ਤੇ ਮਗਲਾਨੀ ਸਾਹਿਬ ਆ ਰਿਹਾ, ਕੋਈ ਫਾਇਦਾ ਨਹੀਂ ਹੋਣਾ। ਗੁਰੀਆ ਬਜਟ ਸੀ। ਗਈ ਮਾਲਤੀ? ਚੱਡੇ ਦੀ ਆਵਾਜ਼ ਸੀ। ਨਹੀਂ ਇੱਥੇ ਹੀ ਆ ਮੇਰੇ ਸਾਹਮਣੇ, ਗੱਲ ਕਰਾਵਾਂ ਲਿਫਟ 'ਚ? ਚੱਡਾ ਸਾਹਿਬ ਹੁਣ ਕੋਈ ਫਾਇਦਾ ਨਹੀਂ। ਕਿਉਂ, ਕੀ ਗੱਲ ਹੋ ਗਈ ਬ੍ਰਦਰ? ਮਗਲਾਨੀ ਵੀ ਆ ਰਿਹਾ? ਨਹੀਂ, ਹੁਣ ਮੈਂ ਤਲਾਕ ਨਹੀਂ ਲੈ ਰਿਹਾ, ਮੈਂ ਵਾਪਸ ਜਾ ਰਿਹਾ ਆਪਣੀ ਰੰਮੀ ਕੋਲ। ਇੰਨੀ ਗੱਲ ਕਹਿੰਦੇ ਠਾਹ ਦੇ ਕੇ ਫੋਨ ਗੁਰੀਆ ਨੇ ਕਰੇਡਲ ਤੇ ਮਾਰਿਆ, ਬੈਗ ਚੱਕ ਕੇ ਕਮਰੇ 'ਚੋਂ ਬਾਹਰ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਭਾਈਚਾਰੇ ਨਾਲ ਸੰਬੰਧਿਤ ਕਈ ਮਸਲੇ ਨੇ ਜਿਹੜੇ 5-7-10 ਦਿਨਾਂ ਦੇ ਰੋਕੇ ਹੋਏ ਨੇ। ਕੱਲ੍ਹ ਨੂੰ ਉਹਨਾਂ ਨੂੰ ਸ਼ੁਰੂ ਕਰਦੇ ਹਾਂ। ਅਤੇ
बाकी इस ते गल करनी है बई जेड़ा इशू चल रहा। अच्छा एक सुनेहा भी आया जी अपने अपने 204 नंबर तो नवकिन पत्ती हैव गुड इन्फॉर्मेशन आई लाइक यादविंदर सिंह विनीपैग थैंक यू। लोकल नंबर तो फोन 7788935972 गवर्नमेंट गिव दैम वर्क परमिट राइट आई एट लीस्ट दे कैन स्टैंड ऑन देयर फीट। ਜਿਹੜੇ ਬੱਚਿਆਂ ਦੀ ਗੱਲ ਹੋ ਰਹੀ ਸੀ। ਸੋ ਧੰਨਵਾਦ, ਇਹਦੇ ਤੇ ਸ਼ਾਮਲ ਹੋਇਆ ਕਰੋ 604 204 0600 ਤੇ SMS ਵੀ ਕਰ ਦਿਆ ਕਰੋ ਤੇ ਜਾਂ ਔਨ 에ਅਰ ਗੱਲ ਕਰਿਆ ਕਰੋ, ਕੰਟੈਕਟ 'ਚ ਰਹੋ ਤੇ ਗੱਲਾਂ ਬਾਤਾਂ ਵੀ ਹੁੰਦੀਆਂ ਰਹਿਣਗੀਆਂ। ਕੱਲ੍ਹ ਨੂੰ ਫਿਰ ਵਾਪਸ ਆ ਕੇ 10:15 ਵਜੇ ਤੁਹਾਡੀ ਸੇਵਾ 'ਚ। ਰੱਬ ਰੱਖ।